ਸਤਿ ਸ਼੍ਰੀ ਅਕਾਲ। ਅੱਜ ਦਾ ਵਿਸ਼ਾ ਹੈ ਸੱਭਿਆਚਾਰ ਅਤੇ ਸੱਭਿਅਤਾ। ਸੋ ਇਹ ਸੱਭਿਆਚਾਰ ਤੇ ਸੱਭਿਅਤਾ ਦੋਨੋਂ ਹੀ ਵੱਖ-ਵੱਖ ਵੀ ਹਨ ਅਤੇ ਇੱਕ ਦੂਜੇ ਨਾਲ ਮਿਲਦੇ-ਜੁਲਦੇ ਕਨਸੈਪਟ ਵੀ ਹਨ। ਸਭ ਤੋਂ ਪਹਿਲਾਂ ਗੱਲ ਕਰਾਂਗੇ ਸੱਭਿਆਚਾਰ ਦੀ, ਜਿਸ ਨੂੰ ਸੰਸਕ੍ਰਿਤੀ ਦਾ ਵੀ ਨਾਮ ਦਿੱਤਾ ਜਾਂਦਾ ਹੈ। ਸੋ ਸੰਸਕ੍ਰਿਤੀ ਆਖਿਰਕਾਰ ਹੈ ਕੀ? ਸੋ ਪਸ਼ੂਆਂ ਤੇ ਮਨੁੱਖ ਵਿੱਚ ਸਭ ਤੋਂ ਮਹੱਤਵਪੂਰਨ ਜੋ ਅੰਤਰ ਹੈ ਜਾਂ ਵਖਰੇਵਾਂ ਹੈ, ਉਹ ਸੰਸਕ੍ਰਿਤੀ ਹੀ ਹੈ। ਕਿਉਂਕਿ ਸੰਸਕ੍ਰਿਤੀ ਇੱਕ ਅਜਿਹੀ ਚੀਜ਼ ਹੈ ਜੋ ਇੱਕ ਮਨੁੱਖ ਕੋਲ ਜਾਂ ਵਿਅਕਤੀ ਕੋਲ ਹੈ, ਪਰ ਜਾਨਵਰ ਦੇ ਕੋਲ ਨਹੀਂ। ਜੇ ਜਾਨਵਰ ਜਾਂ ਪਸ਼ੂ ਨੂੰ ਇੱਕ ਵਿਅਕਤੀ ਤੋਂ ਵੱਖ ਕੀਤਾ ਜਾਂਦਾ ਹੈ ਤਾਂ ਉਸਦੇ ਪਿੱਛੇ ਆਪਣੀ ਸੱਭਿਆਚਾਰ, ਆਪਣੀ ਸੰਸਕ੍ਰਿਤੀ ਹੀ ਹੈ, ਜਿਸ ਨੂੰ ਜਿਸ ਦੇ ਨਾਲ ਕੀ ਹੈ, ਵੱਖਰਾਪਨ ਜਾਂ ਵਖਰੇਵਾਂ ਦੇਖਣ ਨੂੰ ਮਿਲਦਾ ਹੈ। ਕਿਉਂਕਿ ਸੰਸਕ੍ਰਿਤੀ ਇੱਕ ਅਜਿਹੀ ਚੀਜ਼ ਹੈ ਜੋ ਪੀੜ੍ਹੀ ਦਰ ਪੀੜ੍ਹੀ ਚੱਲਦੀ ਰਹਿੰਦੀ ਹੈ ਅਤੇ ਮਨੁੱਖ ਕੋਲ ਸਭ ਤੋਂ ਮਹੱਤਵਪੂਰਨ ਚੀਜ਼ ਉਸਦੀ ਸੰਸਕ੍ਰਿਤੀ ਹੀ ਹੈ। ਇਸ ਕਰਕੇ ਦੁਨੀਆ ਦੇ ਸਾਰੇ ਪ੍ਰਾਣੀਆਂ ਵਿੱਚ ਸਿਰਫ ਮਨੁੱਖ ਕੋਲ ਹੀ ਇਹ ਯੋਗਤਾ ਹੈ ਕਿ ਉਹ ਆਪਣੀ ਸੰਸਕ੍ਰਿਤੀ ਨੂੰ ਸੰਭਾਲ ਕੇ ਰੱਖਦਾ ਹੈ ਅਤੇ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਸੰਸਕ੍ਰਿਤੀ ਸੌਂਪਦਾ ਹੈ। ਸੰਸਕ੍ਰਿਤੀ ਭੌਤਿਕ ਰੂਪ ਦੇ ਵਿੱਚ ਵੀ ਹੋ ਸਕਦੀ ਹੈ ਅਤੇ ਅਭੌਤਿਕ ਰੂਪ ਦੇ ਵਿੱਚ ਵੀ, ਕਿਉਂਕਿ ਜੋ ਸੱਭਿਆਚਾਰ ਹੈ, ਜਿਸ ਨੂੰ ਸੰਸਕ੍ਰਿਤੀ ਦਾ ਹੀ ਨਾਮ ਦਿੱਤਾ ਜਾਂਦਾ ਹੈ, ਇਸ ਦੀਆਂ ਦੋ ਕਿਸਮਾਂ ਹੁੰਦੀਆਂ ਹਨ, ਜਿਸ ਨੂੰ ਪਦਾਰਥਕ ਜਾਂ ਪਦਾਰਥਵਾਦੀ ਅਤੇ ਗੈਰ ਪਦਾਰਥਕ ਦਾ ਨਾਮ ਦਿੱਤਾ ਜਾਂਦਾ ਹੈ। ਸੋ ਇਹ ਦੋਨੋਂ ਚੀਜ਼ਾਂ ਹੀ ਲੋਕਾਂ ਦੇ ਉੱਤੇ ਜਾਂ ਵਿਅਕਤੀ ਦੇ ਉੱਤੇ ਨਿਯੰਤਰਣ ਰੱਖਦੀਆਂ ਹਨ। ਕਿਉਂਕਿ ਆਮ ਤੌਰ ਤੇ ਇਹ ਦੇਖਿਆ ਜਾਂਦਾ ਹੈ ਕਿ ਜੋ ਚੀਜ਼ ਵੀ ਆਬਜੈਕਟ ਫਾਰਮ ਦੇ ਵਿੱਚ ਹੁੰਦੀ ਹੈ, ਜੋ ਪਦਾਰਥਵਾਦੀ ਜਾਂ ਜੋ ਭੌਤਿਕ ਹੋਏਗੀ, ਉਹ ਸਭ ਕੁਝ ਮਟੀਰੀਅਲ ਫਾਰਮ ਦੇ ਵਿੱਚ ਹੋਏਗੀ, ਉਹ ਸੰਸਕ੍ਰਿਤੀ ਦੇ ਨਾਲ ਜੁੜੀ ਹੋਈ ਹੁੰਦੀ ਹੈ। ਸੋ ਸੰਸਕ੍ਰਿਤੀ ਦੇ ਵਿਸ਼ੇ ਦੇ ਵਿੱਚ ਹੀ ਥੋੜਾ ਜਿਹਾ ਹੋਰ ਇੱਥੇ ਵਿਸਤਾਰ ਦੇ ਵਿੱਚ ਦੱਸਣਾ ਚਾਹਾਂਗੀ, ਕਿਉਂਕਿ ਜਦੋਂ ਤੱਕ ਸੰਸਕ੍ਰਿਤੀ ਸ਼ਬਦ ਨਹੀਂ ਸਮਝ ਆਏਗਾ ਜਾਂ ਉਸ ਦਾ ਚੰਗੀ ਤਰ੍ਹਾਂ ਵਰਣਨ ਨਹੀਂ ਹੋ ਪਾਏਗਾ, ਸੱਭਿਅਤਾ ਬਾਰੇ ਵੀ ਚੰਗੀ ਤਰ੍ਹਾਂ ਜਾਣੂ ਨਹੀਂ ਕਰਵਾਇਆ ਜਾ ਸਕਦਾ। ਸੋ ਇੱਥੇ ਇਹ ਦੇਖਣ ਨੂੰ ਮਿਲਦਾ ਹੈ ਕਿ ਜੇਕਰ ਅਸੀਂ ਪਸ਼ੂ ਤੇ ਮਨੁੱਖ ਦੇ ਵਿੱਚ ਪਾਏ ਗਏ ਅੰਤਰਾਂ ਦਾ ਵਰਣਨ ਕਰੀਏ ਤਾਂ ਇਸ ਤੋਂ ਇਹ ਪਤਾ ਲੱਗਦਾ ਹੈ ਕਿ ਸੰਸਕ੍ਰਿਤੀ ਵਿੱਚ ਇਹਨਾਂ ਵਿਚਕਾਰ ਪਾਏ ਗਏ ਅੰਤਰ ਪ੍ਰਮੁੱਖ ਕਾਰਨ ਬਣਦੇ ਹਨ। ਕਿਉਂਕਿ ਜੇ ਇੱਕ ਕਾਰਨ ਜੋ ਇੱਕ ਵਿਅਕਤੀ ਨੂੰ ਜਾਂ ਮਨੁੱਖ ਨੂੰ ਜਾਨਵਰ ਤੋਂ ਅਲੱਗ ਰੱਖਦਾ ਹੈ, ਉਹ ਸੰਸਕ੍ਰਿਤੀ ਹੀ ਹੈ। ਕਿਉਂਕਿ ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ ਅਤੇ ਸੰਸਕ੍ਰਿਤੀ ਨੇ ਹੀ ਇੱਕ ਮਨੁੱਖ ਨੂੰ ਸਮਾਜਿਕ ਬਣਾਇਆ ਹੈ ਜਾਂ ਇੱਕ ਉਸ ਪ੍ਰਾਣੀ ਨੂੰ ਸਮਾਜਿਕ ਪ੍ਰਾਣੀ ਬਣਾਇਆ ਹੈ, ਜਿਸ ਦੇ ਵਿੱਚ ਰਹਿ ਕੇ ਇੱਕ ਵਿਅਕਤੀ ਜਾਂ ਇੱਕ ਮਨੁੱਖ ਅੰਤਰ ਕਿਰਿਆਵਾਂ ਕਰਦਾ ਹੈ, ਇੱਕ ਦੂਸਰੇ ਉੱਤੇ ਨਿਰਭਰ ਹੁੰਦਾ ਹੈ, ਆਪਣੀਆਂ ਜ਼ਰੂਰਤਾਂ ਪੂਰੀਆਂ ਕਰਦਾ ਹੈ ਅਤੇ ਸਮਾਜ ਦੇ ਵਿੱਚ ਇੱਕ ਸੱਭਿਅ ਪ੍ਰਾਣੀ ਬਣ ਕੇ ਵਿਚਰਦਾ ਹੈ। ਸੋ ਇਸ ਢੰਗ ਨਾਲ ਇਹ ਕਿਹਾ ਜਾ ਸਕਦਾ ਹੈ ਕਿ ਸੰਸਕ੍ਰਿਤੀ ਵਿਅਕਤੀ ਦੇ ਵਿਅਕਤੀਤਵ ਦਾ ਵੀ ਨਿਰਮਾਣ ਕਰਦੀ ਹੈ, ਜਿਸ ਦੀ ਮਦਦ ਦੇ ਨਾਲ ਵਿਅਕਤੀ ਸਮਾਜ ਦੇ ਵਿੱਚ ਰਹਿਣ ਸਹਿਣ ਦਾ ਢੰਗ ਸਿੱਖਦਾ ਹੈ, ਉਹ ਦੂਸਰਿਆਂ ਨਾਲ ਅੰਤਰ ਕਿਰਿਆਵਾਂ ਕਰਨੀਆਂ ਸਿੱਖਦਾ ਹੈ, ਉਹ ਇਹ ਸਿੱਖਦਾ ਹੈ ਕਿ ਕਿਸ ਢੰਗ ਨਾਲ ਉਸਨੇ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨੀਆਂ ਹਨ ਅਤੇ ਦੂਸਰੇ ਵਿਅਕਤੀਆਂ ਦੀਆਂ, ਦੂਜੇ ਮਨੁੱਖਾਂ ਦੀਆਂ ਵੀ ਲੋੜਾਂ ਕਿਸ ਢੰਗ ਨਾਲ ਪੂਰੀਆਂ ਕਰਨੀਆਂ ਹਨ। ਇਸ ਕਰਕੇ ਇਹ ਅੰਤਰ ਕਿਰਿਆਵਾਂ ਚੱਲਦੀਆਂ ਰਹਿੰਦੀਆਂ ਹਨ, ਇੱਕ ਦੂਸਰੇ ਉੱਤੇ ਨਿਰਭਰ ਹੁੰਦੇ ਰਹਿੰਦੇ ਹਨ, ਜੋ ਸਭ ਕੁਝ ਇੱਕ ਸੰਸਕ੍ਰਿਤੀ ਦਾ ਹਿੱਸਾ ਹੈ ਅਤੇ ਇੱਕ ਵਧੀਆ ਸਮਾਜ ਸਿਰਜਦਾ ਹੈ। ਸੋ ਸਮਾਜ ਨੂੰ ਵੀ ਅੱਗੇ ਚਲਾਉਣ ਵਾਸਤੇ ਸੰਸਕ੍ਰਿਤੀ ਦੀ ਜ਼ਰੂਰਤ ਪੈਂਦੀ ਹੈ ਅਤੇ ਸੰਸਕ੍ਰਿਤੀ ਅਤੇ ਸੱਭਿਅਤਾ ਇਹ ਦੋਨੋਂ ਹੀ ਚੀਜ਼ਾਂ ਇੱਕ ਦੂਜੇ ਨਾਲ ਜੁੜੀਆਂ ਵੀ ਹੋਈਆਂ ਹਨ। ਜਿਵੇਂ ਕਿ ਇੱਥੇ ਦੱਸਿਆ ਸੀ ਕਿ ਜੋ ਸੰਸਕ੍ਰਿਤੀ ਹੈ ਉਹ ਦੋ ਤਰ੍ਹਾਂ ਦੀ ਹੁੰਦੀ ਹੈ, ਭੌਤਿਕ ਅਤੇ ਅਭੌਤਿਕ। ਭੌਤਿਕ ਉਹ ਚੀਜ਼ਾਂ ਹੋਣਗੀਆਂ ਜੋ ਇੱਕ ਵਿਅਕਤੀ ਜਿਨ੍ਹਾਂ ਚੀਜ਼ਾਂ ਨੂੰ ਅੱਖਾਂ ਨਾਲ ਦੇਖ ਸਕਦਾ ਹੈ, ਹੱਥ ਨਾਲ ਛੂ ਸਕਦਾ ਹੈ, ਜੋ ਇੱਕ ਭੌਤਿਕ ਜਾਂ ਇੱਕ ਮਟੀਰੀਅਲ ਫਾਰਮ ਦੇ ਵਿੱਚ ਹੋਣਗੀਆਂ। ਕੋਈ ਵੀ ਟੇਬਲ, ਚੇਅਰ ਜਾਂ ਕੋਈ ਵੀ ਪੈਨ, ਪੈਨਸਿਲ, ਬੁੱਕ, ਕੰਪਿਊਟਰ, ਕੁਝ ਵੀ ਹੋ ਸਕਦਾ ਹੈ, ਕੋਈ ਕਾਰ ਹੋ ਸਕਦੀ ਹੈ। ਅਤੇ ਭੌਤਿਕ ਸੰਸਕ੍ਰਿਤੀ ਵਿੱਚ ਉਹ ਚੀਜ਼ਾਂ ਆ ਜਾਣਗੀਆਂ ਜਿਸ ਨੂੰ ਅੱਖਾਂ ਨਾਲ ਨਹੀਂ ਦੇਖਿਆ ਜਾ ਸਕਦਾ ਜਾਂ ਹੱਥ ਨਾਲ ਨਹੀਂ ਛੂਹਿਆ ਜਾ ਸਕਦਾ, ਇਸ ਨੂੰ ਸਿਰਫ ਮਹਿਸੂਸ ਕੀਤਾ ਜਾ ਸਕਦਾ। ਉਦਾਹਰਨ ਦੇ ਤੌਰ ਤੇ ਆਪਣੇ ਵਿਸ਼ਵਾਸ, ਲੋਕ ਰੀਤਾਂ, ਕਦਰਾਂ ਕੀਮਤਾਂ, ਵਿਵਹਾਰ, ਇੱਕ ਵਿਅਕਤੀ ਦੀਆਂ ਭਾਵਨਾਵਾਂ, ਉਸਦੀਆਂ ਕੀ ਫੀਲਿੰਗਸ ਹਨ, ਇਹ ਸਾਰੀਆਂ ਚੀਜ਼ਾਂ ਨੂੰ ਕੀ ਹੈ, ਸਿਰਫ ਮਹਿਸੂਸ ਹੀ ਕੀਤਾ ਜਾ ਸਕਦਾ ਹੈ। ਇਸ ਕਰਕੇ ਜਿਵੇਂ ਔਗਬਨ ਅਤੇ ਨਿਮਕੋਫ ਨੇ ਵੀ ਸੰਸਕ੍ਰਿਤੀ ਜਾਂ ਸੱਭਿਆਚਾਰ ਦੀ ਪਰਿਭਾਸ਼ਾ ਦੇ ਵਿੱਚ ਕਿਹਾ ਹੈ ਕਿ ਸੰਸਕ੍ਰਿਤੀ ਮਨੁੱਖੀ ਵਾਤਾਵਰਣ ਦਾ ਉਹ ਹਿੱਸਾ ਹੈ ਜਿਸ ਵਿੱਚ ਉਹ ਸਿਰਫ ਪੈਦਾ ਹੋਇਆ ਹੈ। ਇਸ ਵਿੱਚ ਕੀ ਹੈ, ਇਮਾਰਤਾਂ, ਸੰਦ, ਪਾਉਣ ਵਾਲੀਆਂ ਚੀਜ਼ਾਂ, ਉਦਾਹਰਨ ਦੇ ਤੌਰ ਤੇ ਕੱਪੜੇ, ਵਿਗਿਆਨ, ਧਰਮ ਅਤੇ ਉਹ ਸਾਰੇ ਕੰਮ ਕਰਨ ਦੇ ਤਰੀਕੇ ਆਉਂਦੇ ਹਨ ਜਿਹੜੇ ਵਿਅਕਤੀ ਸਮਾਜ ਦੇ ਵਿੱਚ ਰਹਿ ਕੇ ਸਿੱਖਦਾ ਹੈ, ਅਰਥਾਤ ਸੰਸਕ੍ਰਿਤੀ ਦੇ ਵਿੱਚ ਰਹਿ ਕੇ ਸਿੱਖਦਾ ਹੈ। ਇਸੇ ਤਰ੍ਹਾਂ ਬਿਅਸਟਰ ਦੇ ਅਨੁਸਾਰ ਵੀ ਸੰਸਕ੍ਰਿਤੀ ਉਹਨਾਂ ਵਸਤਾਂ ਦੀ ਜਟਿਲ ਸਮਗਰਤਾ ਹੈ, ਉਹ ਸਮੱਗਰੀ, ਉਹ ਇਕੱਠਾ ਕੰਪਲੈਕਸ ਫਾਰਮ ਹੈ, ਕੰਪਲੈਕਸ ਸਟਰਕਚਰ ਹੈ, ਜੋ ਸਮਾਜ ਦੇ ਮੈਂਬਰਾਂ ਦੇ ਰੂਪ ਵਿੱਚ ਅਸੀਂ ਸੋਚਦੇ, ਕਰਦੇ ਜਾਂ ਰੱਖਦੇ। ਇਸ ਢੰਗ ਦੇ ਨਾਲ ਜੋ ਸੰਸਕ੍ਰਿਤੀ ਹੈ ਉਹ ਇੱਕ ਵਿਅਕਤੀ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਹੈ। ਸੰਸਕ੍ਰਿਤੀ ਹੀ ਇੱਕ ਵਿਅਕਤੀ ਨੂੰ ਮਨੁੱਖ ਬਣਾਉਂਦੀ ਹੈ, ਉਸਨੂੰ ਸਮਾਜਿਕ ਪ੍ਰਾਣੀ ਬਣਾਉਂਦੀ ਹੈ।
ਲੁੰਡਬਰਗ ਦੇ ਅਨੁਸਾਰ ਸੰਸਕ੍ਰਿਤੀ ਵਿਵਹਾਰ, ਸਮਾਜਿਕ ਪ੍ਰਣਾਲੀਆਂ ਅਤੇ ਇਹਨਾਂ ਵਿਵਹਾਰਾਂ ਦੀ ਭੌਤਿਕ ਅਤੇ ਸੰਕੇਤਾਤਮਕ ਉਪਜਾਂ ਨੂੰ ਦਰਸਾਉਂਦੀ ਹੈ। ਕਿਉਂਕਿ ਜਿੰਨੀਆਂ ਵੀ ਚੀਜ਼ਾਂ, ਜੇ ਕੋਈ ਭੌਤਿਕ ਚੀਜ਼ਾਂ ਵੀ ਹਨ ਜਾਂ ਅਭੌਤਿਕ ਵੀ ਚੀਜ਼ਾਂ ਹਨ, ਉਹ ਸੰਸਕ੍ਰਿਤੀ ਦੇ ਵਿੱਚ ਸ਼ਾਮਿਲ ਹੋ ਜਾਂਦੀਆਂ ਹਨ। ਪਰ ਜੇ ਇੱਥੇ ਸੰਸਕ੍ਰਿਤੀ ਅਤੇ ਸੱਭਿਅਤਾ ਨੂੰ ਵੱਖ-ਵੱਖ ਕਰਨਾ ਹੋਵੇ ਤਾਂ ਸੰਸਕ੍ਰਿਤੀ ਦੇ ਵਿੱਚ ਅਭੌਤਿਕ ਚੀਜ਼ਾਂ ਸ਼ਾਮਿਲ ਹੋਣਗੀਆਂ ਅਤੇ ਸੱਭਿਅਤਾ ਦੇ ਵਿੱਚ, ਸਿਵਲਾਈਜੇਸ਼ਨ ਦੇ ਵਿੱਚ ਭੌਤਿਕ ਵਸਤਾਂ ਆਉਣਗੀਆਂ, ਜਿਸ ਨੂੰ ਆਪਾਂ ਅੱਖਾਂ ਨਾਲ ਦੇਖ ਸਕਦੇ ਹਾਂ ਜਾਂ ਫਿਰ ਉਹ ਕਿਸੇ ਆਕਾਰ ਦੇ ਵਿੱਚ, ਕਿਸੇ ਰੂਪ ਦੇ ਵਿੱਚ। ਇਸ ਕਰਕੇ ਜੋ ਸੰਸਕ੍ਰਿਤੀ ਹੈ ਇਹ ਪੀੜ੍ਹੀ ਦਰ ਪੀੜ੍ਹੀ ਅੱਗੇ ਚੱਲਦੀ ਹੈ। ਇੱਕ ਮਨੁੱਖ ਦੇ ਕੋਲ ਹੀ ਇਹ ਯੋਗਤਾ ਹੈ ਕਿ ਉਹ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਉਹ ਚੀਜ਼ਾਂ ਨੂੰ ਅੱਗੇ ਫਾਰਵਰਡ ਕਰੇਗਾ, ਅੱਗੇ ਭੇਜੇਗਾ। ਉਦਾਹਰਨ ਦੇ ਤੌਰ ਤੇ ਕੋਈ ਵੀ ਵਿਸ਼ਵਾਸ, ਕੋਈ ਲੋਕ ਰੀਤਾਂ, ਰੀਤੀ ਰਿਵਾਜ ਹੋ ਸਕਦੇ ਹਨ, ਕੋਈ ਗਹਿਣਾ, ਕੱਪੜਾ ਜਾਂ ਕੋਈ ਵੀ ਸੰਦ ਹੋ ਸਕਦਾ ਹੈ, ਕੋਈ ਕਲਾ ਹੋ ਸਕਦੀ ਹੈ। ਸੋ ਇਹ ਸਾਰੀਆਂ ਚੀਜ਼ਾਂ ਉਹ ਹਨ ਜੋ ਸੰਸਕ੍ਰਿਤੀ ਦਾ ਹਿੱਸਾ ਹਨ, ਕੁਝ ਭੌਤਿਕ ਰੂਪ ਦੇ ਵਿੱਚ ਅਤੇ ਕੁਝ ਅਭੌਤਿਕ ਰੂਪ ਦੇ ਵਿੱਚ। ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਇੱਕ ਪੀੜ੍ਹੀ ਤੋਂ ਦੂਸਰੀ ਪੀੜ੍ਹੀ ਤੱਕ ਪਹੁੰਚਾਇਆ ਜਾਂਦਾ ਹੈ ਅਤੇ ਇੱਕ ਮਨੁੱਖ ਨੂੰ ਹੀ ਕੁਦਰਤ ਨੇ ਇਹ ਵਰਦਾਨ ਦਿੱਤਾ ਹੈ ਕਿ ਉਹ ਇੱਕ ਪੀੜ੍ਹੀ ਤੋਂ ਦੂਸਰੀ ਪੀੜ੍ਹੀ, ਇੱਕ ਜਨਰੇਸ਼ਨ ਤੋਂ ਦੂਸਰੀ ਜਨਰੇਸ਼ਨ ਇਹ ਚੀਜ਼ਾਂ ਫਾਰਵਰਡ ਕਰਨ ਜਾਂ ਫਿਰ ਉਹ ਇਹ ਚੀਜ਼ਾਂ ਅੱਗੇ ਵਧਾਉਣ। ਇਸ ਕਰਕੇ ਜਿਵੇਂ ਉਦਾਹਰਨ ਦੇ ਤੌਰ ਤੇ ਜੇ ਕਦਰਾਂ ਕੀਮਤਾਂ ਦੀ ਵੀ ਗੱਲ ਹੁੰਦੀ ਹੈ ਤਾਂ ਉਸ ਦੇ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਮਾਤਾ ਪਿਤਾ ਆਪਣੇ ਬੱਚੇ ਨੂੰ ਵਿਵਹਾਰ ਕਰਨ ਦਾ ਢੰਗ ਸਿਖਾਉਂਦੇ ਹਨ, ਉਸਨੂੰ ਕਿਸੇ ਦੇਵੀ ਦੇਵਤੇ ਦੇ ਉੱਤੇ ਵਿਸ਼ਵਾਸ ਕਰਨਾ, ਧਰਮ ਦੇ ਵਿੱਚ ਰਹਿਣਾ, ਉਹ ਪੂਜਾ ਕਰਨੀ ਜਾਂ ਕੋਈ ਤਿਉਹਾਰ ਤੇ ਤਿਉਹਾਰ ਕਿਸ ਢੰਗ ਦੇ ਨਾਲ ਮਨਾਉਣਾ ਹੈ, ਕਿਸ ਢੰਗ ਨਾਲ ਸਾਰੇ ਜੋ ਪਰੰਪਰਾਵਾਂ ਹਨ ਉਸਨੂੰ ਨਿਭਾਉਣਾ ਹੈ। ਸੋ ਇਹ ਸਾਰੀਆਂ ਚੀਜ਼ਾਂ ਇੱਕ ਵਿਅਕਤੀ ਜਾਂ ਇੱਕ ਮਨੁੱਖ ਆਪਣੇ ਪਿਛਲੀ ਪੀੜ੍ਹੀ ਤੋਂ ਸਿੱਖਦਾ ਹੈ, ਆਪਣੇ ਮਾਤਾ ਪਿਤਾ ਤੋਂ, ਆਪਣੇ ਦਾਦਾ ਦਾਦੀ ਤੋਂ ਜਾਂ ਪੜਦਾਦਿਆਂ ਤੋਂ ਸਿੱਖਦਾ ਹੈ। ਸੋ ਉਹ ਸਾਰੀਆਂ ਚੀਜ਼ਾਂ ਅਪਣਾਉਂਦਾ ਹੈ ਭੌਤਿਕ ਰੂਪ ਦੇ ਵਿੱਚ ਵੀ ਅਤੇ ਅਭੌਤਿਕ ਰੂਪ ਵਿੱਚ ਵੀ, ਅਤੇ ਉਹ ਅਗਲੀ ਪੀੜ੍ਹੀ ਨੂੰ, ਆਪਣੇ ਅੱਗੇ ਬੱਚਿਆਂ ਨੂੰ, ਆਉਣ ਵਾਲੀ ਜਿਹੜੀ ਪੀੜ੍ਹੀ ਹੈ, ਜਨਰੇਸ਼ਨ ਹੈ, ਉਸਨੂੰ ਸੌਂਪਦਾ ਹੈ। ਇਸ ਕਰਕੇ ਇੱਥੇ ਇਹ ਕਹਿਣਾ ਬਿਲਕੁਲ ਗਲਤ ਨਹੀਂ ਹੋਏਗਾ ਕਿ ਜਦੋਂ ਕੋਈ ਜਾਨਵਰ ਆਪਣੀ ਇਹ ਸਾਰੀਆਂ ਚੀਜ਼ਾਂ, ਵਿਸ਼ਵਾਸ, ਕਦਰਾਂ ਕੀਮਤਾਂ ਇੱਕ ਪੀੜ੍ਹੀ ਤੋਂ ਅਗਲੀ ਪੀੜ੍ਹੀ ਨਹੀਂ ਸੌਂਪ ਸਕਦਾ, ਲੇਕਿਨ ਕੁਦਰਤ ਨੇ ਇੱਕ ਮਨੁੱਖ ਨੂੰ, ਇੱਕ ਵਿਅਕਤੀ ਨੂੰ ਹੀ ਵਰਦਾਨ ਦਿੱਤਾ ਹੈ ਜੋ ਇਹ ਸਾਰੀਆਂ ਚੀਜ਼ਾਂ ਅੱਗੇ ਫਾਰਵਰਡ ਕਰੇਗਾ। ਇਸ ਕਰਕੇ ਜੋ ਸੰਸਕ੍ਰਿਤੀ ਹੈ ਉਹ ਸਮਾਜਿਕ ਵੀ ਹੈ। ਸਮਾਜਿਕ ਇਸ ਲਈ ਹੈ ਕਿਉਂਕਿ ਸੰਸਕ੍ਰਿਤੀ ਕਦੇ ਵੀ ਕਿਸੇ ਵਿਅਕਤੀਗਤ ਮਨੁੱਖ ਦੀ ਕੋਈ ਆਪਣੀ ਕਹਿ ਸਕਦੇ ਕੋਈ ਐਵੇਂ ਪ੍ਰੋਪਰਟੀ ਨਹੀਂ ਹੈ, ਬਲਕਿ ਇਹ ਸਮਾਜਿਕ ਹੈ, ਸਾਰੇ ਹੀ ਸਮਾਜ ਦਾ ਹਿੱਸਾ ਹੈ। ਸਮਾਜ ਦੇ ਵਿੱਚ ਜਿੰਨੇ ਵੀ ਮਨੁੱਖ, ਜਿੰਨੇ ਵੀ ਵਿਅਕਤੀ ਇਸ ਸਮਾਜ ਦਾ ਹਿੱਸਾ ਹਨ, ਉਹ ਸੰਸਕ੍ਰਿਤੀ ਦੇ ਅਧੀਨ ਹੀ ਆਉਂਦੇ ਹਨ ਜਾਂ ਫਿਰ ਉਹ ਸੰਸਕ੍ਰਿਤੀ ਉਹ ਵਿਅਕਤੀਆਂ ਦੇ ਨਾਲ ਜੁੜੀ ਹੋਈ ਹੁੰਦੀ ਹੈ। ਕਿਉਂਕਿ ਕਿਸੇ ਚੀਜ਼ ਨੂੰ ਜੇ ਆਪਾਂ ਦੇਖਿਆ ਜਾਵੇ ਤਾਂ ਕਹਿ ਸਕਦੇ ਹਾਂ ਕਿ ਇੱਕ ਮਨੁੱਖ ਸਾਰੀਆਂ ਚੀਜ਼ਾਂ ਸਮਾਜ ਦੇ ਵਿੱਚ ਰਹਿ ਕੇ ਸਿੱਖਦਾ ਹੈ। ਜਦੋਂ ਉਸਨੂੰ ਭੌਤਿਕ ਵਸਤੂਆਂ ਜਾਂ ਅਭੌਤਿਕ ਵਸਤੂਆਂ ਪ੍ਰਾਪਤ ਹੁੰਦੀਆਂ ਹਨ ਤਾਂ ਕਿਤੇ ਨਾ ਕਿਤੇ ਉਸਦੀ ਲਰਨਿੰਗ ਹੋ ਰਹੀ ਹੁੰਦੀ ਹੈ, ਉਹ ਉਹਦਾ ਸਮਾਜੀਕਰਨ ਹੋ ਰਿਹਾ ਹੁੰਦਾ ਹੈ। ਸੋ ਇਹ ਸਾਰੀਆਂ ਚੀਜ਼ਾਂ ਉਹ ਆਪ ਸਿੱਖਦਾ ਹੈ ਅਤੇ ਇਹਨਾਂ ਦਾ ਹਿੱਸਾ ਬਣਦਾ ਹੈ। ਇਸ ਤੋਂ ਇਲਾਵਾ ਸੰਸਕ੍ਰਿਤੀ ਸਿੱਖੀ ਜਾਂਦੀ ਹੈ। ਇਹ ਅਜਿਹੀ ਚੀਜ਼ ਨਹੀਂ ਹੈ ਕਿ ਹਾਂ ਕਿਸੇ ਨੇ ਦੇਤੀ ਤੇ ਅਪਣਾ ਲਿਆ। ਉਹ ਕੁਝ ਭੌਤਿਕ ਰੂਪ ਦੇ ਵਿੱਚ ਚੀਜ਼ਾਂ ਹੋਣਗੀਆਂ, ਪਰ ਫਿਰ ਵੀ ਸੰਸਕ੍ਰਿਤੀ ਸਿੱਖੀ ਜਾਂਦੀ ਹੈ। ਇਸ ਨੂੰ ਸਿੱਖਿਆ ਜਾਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ, ਕਿਉਂਕਿ ਜਨਮ ਤੋਂ ਹੀ ਮਾਤਾ ਪਿਤਾ ਆਪਣੇ ਬੱਚੇ ਨੂੰ ਕੁਛ ਨਾ ਕੁਛ ਸਿਖਾਉਂਦੇ ਹਨ, ਚੰਗੀਆਂ ਆਦਤਾਂ। ਸੋ ਹੌਲੀ ਹੌਲੀ ਉਹ ਸਮਾਜੀਕਰਨ ਦੀ ਪ੍ਰਕਿਰਿਆ ਦੇ ਅਧੀਨ ਆਉਂਦਾ ਹੈ ਤੇ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਸਿੱਖਦਾ ਹੈ। ਤੇ ਜਦੋਂ ਸਿੱਖਣ ਦੀ ਇਹ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ, ਉਹ ਸੰਸਕ੍ਰਿਤੀ ਦੇ ਵਿੱਚ ਹੀ ਆ ਜਾਂਦੀ ਹੈ ਤੇ ਉਸ ਨੂੰ ਸਮਾਜੀਕਰਨ ਦਾ ਨਾਮ ਵੀ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਜੋ ਸੰਸਕ੍ਰਿਤੀ ਹੈ ਇਹ ਇੱਕ ਵਿਅਕਤੀ ਦੀਆਂ ਜ਼ਰੂਰਤਾਂ ਪੂਰੀਆਂ ਕਰਦੀ ਹੈ। ਜਦੋਂ ਇੱਕ ਵਿਅਕਤੀ ਸਮਾਜ ਦੇ ਵਿੱਚ ਰਹਿੰਦਾ ਹੈ, ਵਿਚਰਦਾ ਹੈ, ਤਦ ਉਹ ਦੂਸਰੇ ਲੋਕਾਂ ਨਾਲ ਅੰਤਰਕਿਰਿਆਵਾਂ ਕਰਦਾ ਹੈ ਅਤੇ ਅੰਤਰਕਿਰਿਆਵਾਂ ਕਰਕੇ ਆਪਣੀਆਂ ਲੋੜਾਂ ਪੂਰੀਆਂ ਕਰਦਾ ਹੈ ਅਤੇ ਦੂਸਰੇ ਨੂੰ ਵੀ ਸਹਾਇਤਾ ਪ੍ਰਦਾਨ ਕਰਦਾ ਹੈ ਕਿ ਉਸ ਵਿਅਕਤੀ ਦੀਆਂ ਵੀ ਜ਼ਰੂਰਤਾਂ ਪੂਰੀਆਂ ਹੋ ਸਕਣ। ਉਦਾਹਰਨ ਦੇ ਤੌਰ ਤੇ ਇੱਕ ਵਿਅਕਤੀ ਨੂੰ ਆਪਣੀ ਭੁੱਖ ਮਿਟਾਉਣ ਲਈ ਜਾਂ ਭੁੱਖ ਦੂਰ ਕਰਨ ਲਈ ਅਨਾਜ ਉਗਾਉਣਾ ਪੈਂਦਾ ਹੈ। ਸੋ ਅਨਾਜ ਕਿਸ ਢੰਗ ਦੇ ਨਾਲ ਉਹ ਪੈਦਾ ਕਰਦਾ ਹੈ, ਫਿਰ ਕਿਸ ਢੰਗ ਨਾਲ ਉਸ ਫਸਲ ਨੂੰ ਕੱਟਿਆ ਜਾਂਦਾ ਹੈ, ਕਿਵੇਂ ਇੱਕ ਵਿਅਕਤੀ ਆਪਣਾ ਪੇਟ ਭਰਦਾ ਹੈ ਜਾਂ ਆਪਣੀਆਂ ਜੋ ਮੁੱਢਲੀਆਂ ਜ਼ਰੂਰਤਾਂ ਹੈ ਜਿਵੇਂ ਰੋਟੀ, ਕੱਪੜਾ, ਮਕਾਨ, ਉਹ ਸਾਰੀਆਂ ਜ਼ਰੂਰਤਾਂ ਨੂੰ ਕਿਸ ਢੰਗ ਨਾਲ ਪੂਰਾ ਕਰਦਾ ਹੈ। ਸੋ ਲੋੜਾਂ ਨੂੰ ਪੂਰਾ ਕਰਨ ਲਈ ਵੀ ਸੰਸਕ੍ਰਿਤੀ ਦਾ ਹੋਣਾ ਜ਼ਰੂਰੀ ਹੈ, ਕਿਉਂਕਿ ਜੇ ਇੱਕ ਮਨੁੱਖ ਜਾਂ ਵਿਅਕਤੀ ਆਪਣੀਆਂ
ਮੁੱਢਲੀਆਂ ਜ਼ਰੂਰਤਾਂ ਪੂਰੀਆਂ ਨਹੀਂ ਕਰੇਗਾ, ਤਦ ਉਹ ਸਮਾਜ ਦੇ ਵਿੱਚ ਸਹੀ ਦਿਸ਼ਾ ਦੇ ਵਿੱਚ, ਸਹੀ ਆਕਾਰ ਦੇ ਵਿੱਚ ਨਹੀਂ ਵਿਚਰ ਸਕਦਾ। ਸੋ ਸਮਾਜ ਦੇ ਵਿੱਚ ਵਿਚਰਨ ਲਈ ਇਹ ਜ਼ਰੂਰੀ ਹੈ ਕਿ ਇੱਕ ਮਨੁੱਖ ਸਮਾਜ ਦਾ ਹਿੱਸਾ ਬਣ ਕੇ ਰਹੇ। ਵੱਖ-ਵੱਖ ਸਮਾਜਾਂ ਦਾ ਹਿੱਸਾ ਉਹ ਹੋ ਸਕਦਾ ਹੈ। ਸਮਾਜਾਂ ਦਾ ਵੱਖ-ਵੱਖ ਸਮਾਜ ਦਾ ਇੱਥੇ ਅਰਥ ਇਹ ਹੈ ਕਿ ਕੋਈ ਪੇਂਡੂ ਸਮਾਜ ਦਾ ਹਿੱਸਾ ਹੈ, ਕੋਈ ਸ਼ਹਿਰੀ ਸਮਾਜ ਦਾ ਜਾਂ ਕਬਾਇਲੀ ਸਮਾਜ ਦਾ, ਜਿਵੇਂ ਸਮਾਜ ਤਿੰਨ ਤਰ੍ਹਾਂ ਦੇ ਹਨ। ਸੋ ਐਵੇਂ ਸੰਸਕ੍ਰਿਤੀ ਦਾ ਜੋ ਹਿੱਸਾ ਲੋਕਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਦੀਆਂ ਹਨ, ਉਹ ਹੌਲੀ-ਹੌਲੀ ਸੰਸਕ੍ਰਿਤੀ ਉਹਨਾਂ ਉਹ ਜ਼ਰੂਰਤਾਂ ਦਾ ਹੀ ਹਿੱਸਾ ਬਣ ਜਾਂਦੀ ਹੈ ਅਤੇ ਇੱਕ ਵਿਅਕਤੀ ਆਪਣੀਆਂ ਲੋੜਾਂ ਇਸ ਢੰਗ ਨਾਲ ਪੂਰੀਆਂ ਕਰਦਾ ਹੈ। ਜਿਵੇਂ ਇੱਕ ਕਿਸਾਨ ਫਸਲ ਉਗਾਉਂਦਾ ਹੈ ਅਤੇ ਸਾਰੇ ਹੀ ਦੇਸ਼ ਦਾ, ਸਾਰੀ ਦੁਨੀਆ ਦਾ ਪੇਟ ਭਰਦਾ ਹੈ। ਇਸ ਤੋਂ ਬਾਅਦ ਸੰਸਕ੍ਰਿਤੀ ਵਿੱਚ ਬਦਲਾਵ ਵੀ ਆਉਂਦੇ ਰਹਿੰਦੇ ਹਨ, ਕਿਉਂਕਿ ਕੋਈ ਵੀ ਚੀਜ਼ ਹੈ ਉਹਦੇ ਵਿੱਚ ਬਦਲਾਵ ਆਉਣਾ ਲਾਜ਼ਮੀ ਹੈ। ਬਦਲਾਵ ਕਿਉਂ ਆਉਂਦਾ ਹੈ? ਕਿਉਂਕਿ ਜਦੋਂ ਦੇਖਿਆ ਜੋ ਬਦਲਾਵ ਹੈ ਜਾਂ ਜੋ ਪਰਿਵਰਤਨ ਹੈ, ਇਹ ਕੁਦਰਤ ਦਾ ਨਿਯਮ ਹੈ। ਜਦੋਂ ਕੁਦਰਤ ਦੇ ਵਿੱਚ ਪਰਿਵਰਤਨ ਆਏਗਾ, ਭਾਵੇਂ ਮੌਸਮ ਦੇ ਵਿੱਚ ਪਰਿਵਰਤਨ ਹੈ, ਕਿਸੇ ਵਿਅਕਤੀ ਦੇ ਸੁਭਾਅ ਜਾਂ ਵਿਵਹਾਰ ਦੇ ਵਿੱਚ ਪਰਿਵਰਤਨ ਹੈ, ਕੱਪੜੇ ਪਾਉਣ ਦੇ ਢੰਗ ਦੇ ਵਿੱਚ ਪਰਿਵਰਤਨ ਹੈ, ਗੱਲਬਾਤ ਕਰਨ ਦੇ ਤਰੀਕੇ ਦੇ ਵਿੱਚ ਬਦਲਾਵ ਆਉਂਦਾ ਹੈ, ਤਾਂ ਇੱਥੇ ਇਹ ਕਹਿ ਸਕਦੇ ਹਾਂ ਕਿ ਹਰ ਇੱਕ ਚੀਜ਼ ਦੇ ਵਿੱਚ ਬਦਲਾਵ ਆਉਂਦਾ ਹੈ। ਕੁਝ ਚੀਜ਼ਾਂ ਦੇ ਵਿੱਚ ਚੇਤਨ ਰੂਪ ਦੇ ਨਾਲ ਕੌਨਸ਼ੀਅਸ ਹੋ ਕੇ ਇੱਕ ਵਿਅਕਤੀ ਬਦਲਾਵ ਲਿਆਉਂਦਾ ਹੈ, ਤੇ ਕਈ ਜਗ੍ਹਾ ਤੇ ਅਚੇਤਨ ਰੂਪ ਦੇ ਵਿੱਚ ਬਦਲਾਵ ਆਉਣਾ ਲਾਜ਼ਮੀ ਹੈ। ਇਸ ਕਰਕੇ ਇਹ ਮੰਨਿਆ ਗਿਆ ਹੈ ਕਿ ਜੋ ਬਦਲਾਵ ਹੈ ਉਹ ਇੱਕ ਵਿਅਕਤੀ ਦੀ ਜ਼ਿੰਦਗੀ ਦਾ ਹਿੱਸਾ ਹੈ। ਇਸ ਕਰਕੇ ਸੱਭਿਆਚਾਰ ਜਾਂ ਸੰਸਕ੍ਰਿਤੀ ਦੇ ਵਿੱਚ ਵੀ ਬਦਲਾਵ ਆਉਂਦਾ ਜਾਂਦਾ ਹੈ ਅਤੇ ਇੱਕ ਵਿਅਕਤੀ ਆਪਣੀਆਂ ਜ਼ਰੂਰਤਾਂ ਵੀ ਉਸਦੀਆਂ ਬਦਲ ਜਾਂਦੀਆਂ ਹਨ, ਤੇ ਜ਼ਰੂਰਤਾਂ ਦੇ ਬਦਲਣ ਨਾਲ ਕਈ ਤਰ੍ਹਾਂ ਦੇ ਬਦਲਾਵ ਉਸਦੀ ਜ਼ਿੰਦਗੀ ਦਾ ਹਿੱਸਾ ਬਣ ਜਾਂਦੇ ਹਨ। ਉਦਾਹਰਨ ਦੇ ਤੌਰ ਤੇ ਜੇ ਜਨਸੰਖਿਆ ਵੱਧ ਰਹੀ ਹੈ ਤਾਂ ਕੀ ਹੈ, ਸਮਾਜ ਦੇ ਵਿੱਚ ਕਈ ਤਰ੍ਹਾਂ ਦੇ ਪਰਿਵਰਤਨ ਆਉਣਗੇ, ਕਈ ਤਰ੍ਹਾਂ ਦੇ ਬਦਲਾਵ ਆਉਣਗੇ ਅਤੇ ਵਿਅਕਤੀ ਦੀਆਂ ਜ਼ਰੂਰਤਾਂ ਵੀ ਵਧਣਗੀਆਂ। ਜਿਵੇਂ ਸਿਰਫ ਖੇਤੀ ਉਦਾਹਰਨ ਹੈ, ਜਿਵੇਂ ਖੇਤੀ ਉੱਤੇ ਹੀ ਵਿਅਕਤੀ ਨਿਰਭਰ ਨਾ ਹੋ ਕੇ ਹੋਰ ਸਾਧਨਾਂ ਦੇ ਉੱਤੇ ਨਿਰਭਰ ਹੋਏਗਾ, ਹੋਰ ਕੰਮ ਕਰੇਗਾ, ਨੌਨ ਐਗਰੀਕਲਚਰ ਆਕੂਪੇਸ਼ਨ ਵੱਲ ਹੋਏਗਾ, ਇੰਡਸਟਰੀਜ਼ ਦੇ ਵਿੱਚ, ਕਾਰਖਾਨਿਆਂ ਦੇ ਵਿੱਚ ਕੰਮ ਕਰੇਗਾ, ਮਜ਼ਦੂਰੀ ਕਰੇਗਾ, ਤੇ ਇਦਾਂ ਦੇ ਕਈ ਹੋਰ ਕੰਮਾਂ ਦੇ ਵਿੱਚ ਵੀ ਉਹ ਜਾ ਸਕਦਾ ਹੈ, ਸਿਖਲਾਈ ਲੈਂਦਾ ਹੈ, ਸਕਿੱਲ ਲੈਂਦਾ ਹੈ ਤੇ ਇੰਡਸਟਰੀਜ਼ ਦੇ ਵਿੱਚ ਵੀ ਉਹ ਕੰਮ ਕਰਦਾ ਹੈ। ਇਸ ਕਰਕੇ ਸੰਸਕ੍ਰਿਤੀ ਦੇ ਵਿੱਚ ਬਦਲਾਵ ਆਉਣਾ ਲਾਜ਼ਮੀ ਹੈ। ਸੋ ਇੱਕ ਸੰਸਕ੍ਰਿਤੀ ਦੇ ਵਿੱਚ ਕਈ ਸੰਸਕ੍ਰਿਤੀਆਂ ਹੁੰਦੀਆਂ ਹਨ, ਕਿਉਂਕਿ ਲੋਕਾਂ ਦੇ ਤੌਰ ਤਰੀਕੇ, ਖਾਣ ਪੀਣ ਦਾ ਢੰਗ, ਰਹਿਣ ਸਹਿਣ ਦੇ ਤਰੀਕੇ, ਉਹਨਾਂ ਦੇ ਵਿਵਹਾਰ ਕਰਨ ਦਾ ਢੰਗ, ਸੋ ਹਰ ਇੱਕ ਸੰਸਕ੍ਰਿਤੀ ਦਾ ਦੂਸਰੀ ਸੰਸਕ੍ਰਿਤੀ ਨਾਲੋਂ ਵੱਖਰਾ ਹੈ। ਉਦਾਹਰਨ ਦੇ ਤੌਰ ਤੇ ਜੇ ਆਪਾਂ ਪੰਜਾਬ ਦੇ ਵਸਨੀਕ ਹਾਂ ਤਾਂ ਪੰਜਾਬ ਦੇ ਵਿੱਚ ਹੀ ਸੰਸਕ੍ਰਿਤੀ ਵੱਖ ਹੋਏਗੀ, ਅਤੇ ਜੇ ਹਿਮਾਚਲ ਪ੍ਰਦੇਸ਼ ਚਲੇ ਗਏ, ਤਾਮਿਲਨਾਡੂ ਚਲੇ ਗਏ, ਸ਼੍ਰੀਲੰਕਾ ਜਾਂਦੇ ਹਾਂ, ਜਾਂ ਜੇ ਮਹਾਰਾਸ਼ਟਰ ਦੇ ਵੱਖ-ਵੱਖ ਰਾਜਾਂ ਦੇ ਵਿੱਚ ਵੀ ਜੇ ਪ੍ਰਵੇਸ਼ ਕਰਦੇ ਹਾਂ ਤਾਂ ਉੱਥੇ ਜਾ ਕੇ ਇਹ ਪਤਾ ਲੱਗਦਾ ਹੈ ਕਿ ਵਿਅਕਤੀ ਉਹੀ ਵਿਅਕਤੀ ਹੈ, ਉਹੀ ਮਨੁੱਖ ਉਵੇਂ ਵਿਵਹਾਰ ਕਰਦਾ ਹੈ, ਪਰ ਫਿਰ ਵੀ ਉਸਦਾ ਰਹਿਣ ਸਹਿਣ, ਖਾਣਾ ਪੀਣਾ, ਕੱਪੜੇ ਪਾਉਣ ਦਾ ਢੰਗ, ਭਾਸ਼ਾ, ਉਸਦੀਆਂ ਭੌਤਿਕ ਵਸਤੂਆਂ, ਕਾਫੀ ਚੀਜ਼ਾਂ ਦੇ ਵਿੱਚ ਅੰਤਰ ਪਾਇਆ ਜਾਂਦਾ ਹੈ। ਸੋ ਇਹ ਜੋ ਅੰਤਰ ਹੈ ਇਹ ਦਰਸਾਉਂਦਾ ਹੈ ਕਿ ਇੱਕ ਸੰਸਕ੍ਰਿਤੀ ਦੇ ਵਿੱਚ ਵੀ ਕਈ ਸੰਸਕ੍ਰਿਤੀਆਂ ਪਾਈਆਂ ਜਾਂਦੀਆਂ ਹਨ। ਜਿਵੇਂ ਪੰਜਾਬ ਵਿੱਚ ਇੱਕ ਸੰਸਕ੍ਰਿਤੀ ਹੈ ਤਾਂ ਪੰਜਾਬ ਦੇ ਵਿੱਚ ਵੀ ਹਰ ਇੱਕ ਜ਼ਿਲ੍ਹੇ ਤੋਂ ਦੂਸਰੇ ਜ਼ਿਲ੍ਹੇ ਦੇ ਵਿੱਚ ਕੀ ਹੈ, ਸੰਸਕ੍ਰਿਤੀ, ਜਿਸ ਦੇ ਵਿੱਚ ਭਾਸ਼ਾ ਹੈ, ਕੱਪੜੇ ਪਾਉਣ ਦਾ ਢੰਗ ਹੈ, ਉਹ ਕਿਤੇ ਨਾ ਕਿਤੇ ਵੱਖਰਾ ਹੋ ਜਾਂਦਾ ਹੈ। ਇਸ ਕਰਕੇ ਵਖਰੇਵਾਂ ਵੀ ਦੇਖਣ ਨੂੰ ਮਿਲਦਾ ਹੈ ਸੰਸਕ੍ਰਿਤੀ ਦੇ ਵਿੱਚ। ਉਸ ਤੋਂ ਬਾਅਦ ਸੰਸਕ੍ਰਿਤੀ ਕੀ ਹੈ, ਆਦਰਸ਼ਾਤਮਕ ਹੁੰਦੀ ਹੈ, ਕਿਉਂਕਿ ਇਸ ਦੇ ਵਿੱਚ ਆਦਰਸ਼, ਕਿਸੇ ਦੇ ਨਾਲ ਇੱਕ ਵਿਅਕਤੀ ਕਿਸ ਢੰਗ ਨਾਲ ਵਿਵਹਾਰ ਕਰਦਾ ਹੈ, ਉਹ ਸਾਰੀਆਂ ਚੀਜ਼ਾਂ ਸ਼ਾਮਿਲ ਹੁੰਦੀਆਂ ਹਨ। ਸੰਸਕ੍ਰਿਤੀ ਕਿਰਿਆਵਾਂ ਦੁਆਰਾ ਅੱਗੇ ਵਧਦੀ ਹੈ, ਕਿਉਂਕਿ ਸੰਸਕ੍ਰਿਤੀ ਇਹ ਨਹੀਂ ਹੈ ਇੱਕ ਵਿਅਕਤੀ ਹੈ ਜੋ ਜਦ ਉਹ ਕਿਰਿਆਵਾਂ ਕਰਦਾ ਹੈ ਦੂਸਰੇ ਵਿਅਕਤੀ ਨਾਲ, ਇੱਕ ਦੂਸਰੇ ਨਾਲ ਮਿਲ ਕੇ ਜਦੋਂ ਚੀਜ਼ਾਂ ਸਿੱਖਦਾ ਹੈ ਜਾਂ ਉਹ ਇੰਟਰੈਕਟ ਕਰਦਾ ਹੈ, ਸੋ ਉਸਦੇ ਨਾਲ ਕੀ ਹੈ, ਕਿਰਿਆਵਾਂ ਦੇ ਨਾਲ ਹੀ ਜਾਂ ਕੰਮ ਕਰਨ ਦੇ ਨਾਲ ਹੀ ਇਹ ਸੰਸਕ੍ਰਿਤੀ ਅੱਗੇ ਵੱਧਦੀ ਹੈ। ਅਤੇ ਹਰੇਕ ਸਮਾਜ ਦੀ ਸੰਸਕ੍ਰਿਤੀ ਵੱਖੋ ਵੱਖਰੀ ਹੁੰਦੀ ਹੈ। ਇਹ ਚੀਜ਼ ਮੈਂ ਪਹਿਲਾਂ ਹੀ ਇੱਥੇ ਵਰਣਨ ਇਹਦਾ ਕੀਤਾ ਸੀ, ਜਿਵੇਂ ਪੰਜਾਬ, ਤਾਮਿਲਨਾਡੂ, ਮਨੀਪੁਰ, ਹਿਮਾਚਲ, ਉੜੀਸਾ, ਸੋ ਵੱਖੋ ਵੱਖਰੇ ਜਗ੍ਹਾ ਦੀਆਂ, ਵੱਖੋ ਵੱਖਰੇ ਸ਼ਹਿਰਾਂ ਦੀਆਂ ਵੱਖ-ਵੱਖ ਸੰਸਕ੍ਰਿਤੀਆਂ ਹੁੰਦੀਆਂ। ਇਸ ਤੋਂ ਬਾਅਦ ਸੰਸਕ੍ਰਿਤੀ ਦੇ ਵਿੱਚ ਥੋੜਾ ਜਿਹਾ ਹੋਰ ਇੱਥੇ ਦੱਸਣਾ ਚਾਹਾਂਗੀ ਕਿ ਸੰਸਕ੍ਰਿਤੀ ਸਮਾਜਿਕ ਵਿਵਸਥਾ ਨੂੰ ਬਣਾਏ ਰੱਖਦੀ। ਸਮਾਜਿਕ ਵਿਵਸਥਾ ਆਪਣੇ ਆਪ ਦੇ ਵਿੱਚ ਹੀ ਬਹੁਤ ਵੱਡਾ ਸ਼ਬਦ ਹੈ, ਸੰਪੂਰਨ ਸ਼ਬਦ ਹੈ। ਸੋ ਸਮਾਜ ਦੇ ਵਿੱਚ ਵਿਵਸਥਾ ਕਿਸ ਢੰਗ ਨਾਲ ਬਣਦੀ ਹੈ? ਜਦੋਂ ਸਮਾਜ ਦੇ ਵਿੱਚ ਸਾਰੇ ਹੀ ਵਿਅਕਤੀ, ਸਾਰੇ ਮਨੁੱਖ ਸੰਸਕ੍ਰਿਤੀ ਦੇ ਵਿੱਚ ਰਹਿੰਦੇ ਹਨ, ਸਮਾਜੀਕਰਨ ਉਹਨਾਂ ਦਾ ਹੁੰਦਾ ਹੈ, ਸਹੀ ਢੰਗ ਨਾਲ ਵਿਵਹਾਰ ਕਰਦੇ ਹਨ, ਇੱਕ ਚੰਗੇ ਨਾਗਰਿਕ ਵਜੋਂ ਵਿਵਹਾਰ ਕਰਦੇ ਹਨ ਅਤੇ ਸਮਾਜ ਦੇ ਨਿਯਮਾਂ ਨੂੰ, ਕਦਰਾਂ ਕੀਮਤਾਂ ਨੂੰ ਉਹ ਸਵੀਕਾਰ ਕਰਦੇ ਹਨ, ਉਹਨਾਂ ਦੀ ਪਾਲਣਾ ਕਰਦੇ ਹਨ, ਤਦ ਕੀ ਹੈ, ਸਮਾਜ ਦੇ ਵਿੱਚ ਇੱਕ ਸਹੀ ਵਿਵਸਥਾ ਸਥਾਪਿਤ ਹੁੰਦੀ ਹੈ।
ਜਦੋਂ ਲੋਕ ਲਾਅ ਐਂਡ ਆਰਡਰ ਨੂੰ ਫੋਲੋ ਕਰਦੇ ਹਨ, ਰੂਲਸ ਨੂੰ ਫੋਲੋ ਕਰਦੇ ਹਨ, ਬਿਨਾਂ ਕਿਸੇ ਅਪਰਾਧ ਤੋਂ ਸਮਾਜ ਦੇ ਵਿੱਚ ਸਹੀ ਸਮਾਜ ਦੇ ਸਿਰਜਣਾ ਕਰਦੇ ਹਨ, ਇੱਕ ਨਾਗਰਿਕ ਵਧੀਆ ਨਾਗਰਿਕ ਬਣ ਕੇ ਬਾਹਰ ਨਿਕਲਦਾ ਹੈ, ਤਦ ਉਸ ਨੂੰ ਕਹਿ ਸਕਦੇ ਹਾਂ ਕਿ ਜਦੋਂ ਇੱਕ ਵਿਅਕਤੀ ਵਿਵਹਾਰ ਵੀ ਸਹੀ ਢੰਗ ਨਾਲ ਕਰਦਾ ਹੈ, ਤੇ ਜਦੋਂ ਦੋ ਵਿਅਕਤੀਆਂ ਦਾ ਵਿਵਹਾਰ ਸਹੀ ਹੋ ਜਾਏਗਾ ਤਾਂ ਸਮਾਜ ਆਪੇ ਹੀ ਸਹੀ ਹੋ ਜਾਏਗਾ ਤੇ ਸਮਾਜ ਦੀ ਜੋ ਵਿਵਸਥਾ ਹੈ ਉਹ ਵੀ ਸਹੀ ਢੰਗ ਨਾਲ ਸਥਾਪਿਤ ਹੋ ਜਾਏਗੀ। ਇਸ ਕਰਕੇ ਸਮਾਜਿਕ ਵਿਵਸਥਾ ਨੂੰ ਬਣਾਏ ਰੱਖਣ ਲਈ ਸੰਸਕ੍ਰਿਤੀ ਬਹੁਤ ਲਾਭਦਾਇਕ ਹੈ, ਕਿਉਂਕਿ ਜੋ ਸੰਸਕ੍ਰਿਤੀ ਹੈ ਇਹ ਵਿਅਕਤੀ ਦੇ ਸੰਬੰਧਾਂ ਨੂੰ ਸਥਾਪਿਤ ਕਰਦੀ ਹੈ, ਵਿਅਕਤੀ ਦੇ ਸੰਬੰਧਾਂ ਨੂੰ ਮਾਨਸਿਕ ਤੌਰ ਤੇ ਉੱਤੇ ਉਸ ਨੂੰ ਸਟੇਬਲ ਬਣਾਉਂਦੀ ਹੈ, ਕਿਉਂਕਿ ਇੱਕ ਵਿਅਕਤੀ ਦੇ ਵਿਵਹਾਰ ਕਰਨ ਦੇ ਤਰੀਕਾ ਵੀ ਸੰਸਕ੍ਰਿਤੀ ਦੇ ਵਿੱਚ ਆਉਂਦਾ ਹੈ। ਸੰਸਕ੍ਰਿਤੀ ਦੇ ਵਿੱਚ ਰਹਿ ਕੇ ਇੱਕ ਵਿਅਕਤੀ ਸਿੱਖਦਾ ਹੈ ਕਿ ਉਸਨੇ ਦੂਸਰੇ ਨਾਲ ਕਿਸ ਢੰਗ ਦਾ ਵਿਵਹਾਰ ਕਰਨਾ ਹੈ, ਉਹਨੇ ਦੂਸਰੇ ਵਿਅਕਤੀ ਦੇ ਨਾਲ ਕਿਵੇਂ ਗੱਲਬਾਤ ਕਰਨੀ ਹੈ। ਇਹ ਸਾਰੀਆਂ ਚੀਜ਼ਾਂ, ਇਹ ਸਭ ਕੁਝ ਸਿੱਖਣ ਦਾ ਹੀ ਇੱਕ ਢੰਗ ਹੈ ਅਤੇ ਸਿੱਖਣ ਦੀ ਹੀ ਪ੍ਰਕਿਰਿਆ ਨੂੰ ਸੰਸਕ੍ਰਿਤੀ ਦਾ ਨਾਮ ਦਿੱਤਾ ਗਿਆ ਹੈ। ਸੱਭਿਆਚਾਰ ਸੰਸਕ੍ਰਿਤੀ ਇੱਕੋ ਚੀਜ਼ ਹੈ ਜਿਸ ਨੂੰ ਵੱਖ-ਵੱਖ ਨਾਵਾਂ ਨਾਲ ਜਾਣਿਆ ਜਾਂਦਾ ਹੈ। ਸੋ ਸੰਸਕ੍ਰਿਤੀ ਸਮਾਜ ਦੇ ਵਿੱਚ ਏਕੀਕਰਨ ਦੀ ਭਾਵਨਾ ਨੂੰ ਪੈਦਾ ਕਰਦੀ ਹੈ। ਜੋ ਸੰਸਕ੍ਰਿਤੀ ਹੈ ਜਾਂ ਸੱਭਿਆਚਾਰ ਹੈ ਉਸ ਦੇ ਵਿੱਚ ਏਕੀਕਰਨ ਪਾਇਆ ਜਾਂਦਾ ਹੈ। ਏਕੀਕਰਨ ਦਾ ਅਰਥ ਕੀ ਹੈ? ਏਕਤਾ, ਇਕਜੁੱਟਤਾ, ਯੂਨਿਟੀ ਹੋਣਾ, ਲੋਕਾਂ ਦੇ ਵਿੱਚ ਆਪਸੀ ਭਾਈਚਾਰੇ ਦੀ ਭਾਵਨਾ ਹੋਣਾ, ਅਸੀਂ ਦੀ ਭਾਵਨਾ। ਜੋ ਸਮਾਜ ਹੈ ਜਿਸ ਦਾ ਆਪਾਂ ਹਿੱਸਾ ਹਾਂ, ਇੱਕ ਹਰ ਇੱਕ ਵਿਅਕਤੀ ਉਸ ਸਮਾਜ ਦਾ ਹਿੱਸਾ ਹੈ। ਸੋ ਉਸ ਸਮਾਜ ਦੇ ਵਿੱਚ ਰਹਿ ਕੇ ਇੱਕ ਵਿਅਕਤੀ ਕਈ ਤਰ੍ਹਾਂ ਦੀਆਂ ਅੰਤਰ ਕਿਰਿਆਵਾਂ ਕਰਦਾ ਹੈ। ਸੋ ਜਦੋਂ ਉਹ ਅੰਤਰ ਕਿਰਿਆਵਾਂ ਕਰਨੀਆਂ ਸ਼ੁਰੂ ਕਰਦਾ ਹੈ ਤਦੋਂ ਉਹ ਦੂਸਰੇ ਵਿਅਕਤੀਆਂ ਦੇ ਨਜ਼ਦੀਕ ਆਉਂਦਾ ਹੈ, ਦੂਜੇ ਵਿਅਕਤੀਆਂ ਨਾਲ ਵਿਵਹਾਰ ਕਰਨਾ ਸ਼ੁਰੂ ਕਰ ਦਿੰਦਾ ਹੈ, ਆਪਸੀ ਗਤੀਵਿਧੀਆਂ ਕਰਦਾ ਹੈ, ਕਾਫੀ ਕੁਝ ਸਿੱਖਦਾ ਹੈ ਅਤੇ ਆਪਣੀਆਂ ਲੋੜਾਂ ਪੂਰੀਆਂ ਕਰਦਾ ਹੈ। ਸੋ ਜਦੋਂ ਭਾਵੇਂ ਉਹ ਮੁੱਢਲੀਆਂ ਜ਼ਰੂਰਤਾਂ ਹੋਣ, ਜਿਸ ਨੂੰ ਰੋਟੀ, ਕੱਪੜਾ ਤੇ ਮਕਾਨ ਕਿਹਾ ਜਾਂਦਾ ਹੈ, ਜਾਂ ਉਸ ਤੋਂ ਇਲਾਵਾ ਨਵੀਆਂ ਲੋੜਾਂ ਹੀ ਕਿਉਂ ਨਾ ਹੋਣ, ਜਦੋਂ ਇੱਕ ਵਿਅਕਤੀ ਇਹਨਾਂ ਸਾਰੀਆਂ ਜ਼ਰੂਰਤਾਂ ਨੂੰ, ਇਹਨਾਂ ਸਾਰੀਆਂ ਲੋੜਾਂ ਨੂੰ ਪੂਰਾ ਕਰਨਾ ਸ਼ੁਰੂ ਕਰਦਾ ਹੈ, ਤਦੋਂ ਉਹ ਇੱਕ ਸੱਭਿਅ ਸਮਾਜ ਦਾ, ਇੱਕ ਸੰਸਕ੍ਰਿਤੀ ਦਾ, ਇੱਕ ਸੱਭਿਆਚਾਰ ਦਾ ਹਿੱਸਾ ਬਣਦਾ ਹੈ ਅਤੇ ਜਿਸ ਦੇ ਨਾਲ ਏਕੀਕਰਨ ਦੀ ਭਾਵਨਾ ਪੈਦਾ ਹੁੰਦੀ ਹੈ। ਕਿਉਂਕਿ ਸੰਸਕ੍ਰਿਤੀ ਦੇ ਵਿੱਚ ਜਿਹੜੇ ਤੱਤ ਹੁੰਦੇ ਹਨ ਉਹ ਇੱਕ ਵਿਅਕਤੀ ਨੂੰ ਪੂਰਾ ਕਰਨ ਲਈ ਜ਼ਰੂਰੀ ਹੁੰਦੇ ਹਨ, ਜਾਂ ਉਹ ਵਿਅਕਤੀ ਉਹਨਾਂ ਤੱਤਾਂ ਦਾ ਹਿੱਸਾ ਬਣਦਾ ਹੈ ਅਤੇ ਸਮਾਜ ਦੇ ਵਿੱਚ ਸਹੀ ਢੰਗ ਦੇ ਨਾਲ ਵਿਚਰਦਾ ਹੈ। ਏਕਤਾ ਹੋਣੀ ਜ਼ਰੂਰੀ ਹੈ, ਕਿਉਂਕਿ ਜੇ ਇੱਕ ਵਿਅਕਤੀ ਦੂਸਰੇ ਨਾਲ ਏਕਤਾ ਬਣਾ ਕੇ ਨਹੀਂ ਰੱਖੇਗਾ, ਅਸੀਂ ਦੀ ਭਾਵਨਾ ਨਹੀਂ ਰੱਖੇਗਾ, ਤਦ ਉਹ ਸਮਾਜ ਵੀ ਸਹੀ ਢੰਗ ਦੇ ਨਾਲ ਨਹੀਂ ਅੱਗੇ ਵਿਵਸਥਿਤ ਹੋ ਸਕਦਾ। ਉਸ ਸਮਾਜ ਨੂੰ ਇੱਕ ਵਿਵਸਥਿਤ ਰੂਪ ਦੇ ਵਿੱਚ ਰੱਖਣ ਲਈ, ਇੱਕ ਸਹੀ ਆਕਾਰ ਦੇ ਵਿੱਚ ਰੱਖਣ ਲਈ, ਇੱਕ ਸਮਾਜਿਕ ਢਾਂਚਾ ਬਣਾਉਣ ਦੇ ਲਈ, ਜਿਸ ਨੂੰ ਸੋਸ਼ਲ ਸਟਰਕਚਰ ਦਾ ਵੀ ਨਾਮ ਦਿੱਤਾ ਜਾਂਦਾ ਹੈ। ਸੋ ਇਹ ਸਾਰੀਆਂ ਚੀਜ਼ਾਂ ਦੇ ਲਈ ਬਹੁਤ ਜ਼ਰੂਰੀ ਹੈ ਕਿ ਇੱਕ ਵਿਅਕਤੀ ਸਮਾਜ ਦੇ ਵਿੱਚ ਦੂਸਰੇ ਵਿਅਕਤੀਆਂ ਨਾਲ ਵਿਚਰੇ, ਸੱਭਿਆਚਾਰ ਜਾਂ ਸੰਸਕ੍ਰਿਤੀ ਦੇ ਵਿੱਚ ਰਹਿ ਕੇ ਕੰਮ ਕਰੇ ਅਤੇ ਆਪਣੇ ਸਮਾਜ ਨੂੰ ਜਾਂ ਆਪਣੇ ਆਪ ਨੂੰ ਉਸ ਸਮਾਜ ਦੇ ਅਨੁਸਾਰ ਢਾਲ ਲਵੇ। ਸਮਾਜ, ਹਰ ਇੱਕ ਸਮਾਜ ਦੇ ਆਪਣੇ ਨਿਯਮ, ਆਪਣੀ ਕਦਰਾਂ ਕੀਮਤਾਂ ਹੁੰਦੀਆਂ ਹਨ, ਜਿਸ ਨੂੰ ਨੋਰਮਸ ਐਂਡ ਵੈਲਿਊਜ਼ ਕਿਹਾ ਜਾਂਦਾ ਹੈ। ਸੋ ਉਹਨਾਂ ਨੋਰਮਸ ਐਂਡ ਵੈਲਿਊਜ਼ ਦੇ ਅਨੁਸਾਰ ਆਪਣੇ ਆਪ ਨੂੰ ਢਾਲਣਾ ਪੈਂਦਾ ਹੈ, ਜਿਸ ਦੇ ਨਾਲ ਇੱਕ ਵਿਅਕਤੀ ਕਈ ਤਰ੍ਹਾਂ ਦੀਆਂ ਆਪਣੀਆਂ ਜੋ ਸਮੱਸਿਆਵਾਂ ਹੈ ਉਹਨਾਂ ਦਾ ਹੱਲ ਵੀ ਕੱਢ ਲੈਂਦਾ ਹੈ। ਸੋ ਏਦਾਂ ਹੀ ਸੰਸਕ੍ਰਿਤੀ ਜਾਂ ਕੀ ਹੈ, ਦੋ ਤਰ੍ਹਾਂ ਦੀ ਹੁੰਦੀ ਹੈ, ਪਦਾਰਥਕ ਅਤੇ ਗੈਰ ਪਦਾਰਥਕ, ਜੋ ਲੋਕਾਂ ਨੂੰ ਨਿਯੰਤਰਿਤ ਕਰਦੀ ਹੈ। ਹੁਣ ਹਰ ਇੱਕ ਵਿਅਕਤੀ ਨੂੰ ਨਿਯੰਤਰਣ ਦੇ ਵਿੱਚ ਰੱਖਣਾ ਜ਼ਰੂਰੀ ਹੈ, ਕਿਉਂਕਿ ਜਦੋਂ ਇੱਕ ਵਿਅਕਤੀ ਨਿਯੰਤਰਣ ਦੇ ਵਿੱਚ ਰਹੇਗਾ ਤਦ ਉਹ ਆਪਣੀਆਂ ਜ਼ਰੂਰਤਾਂ ਪੂਰੀਆਂ ਕਰੇਗਾ, ਦੂਸਰੇ ਵਿਅਕਤੀ ਦਾ ਨੁਕਸਾਨ ਨਾ ਪਹੁੰਚਾ ਕੇ ਆਪਣੇ ਸਮਾਜ ਦੇ ਵਿੱਚ ਉਹ ਇੱਕ ਵਧੀਆ ਇਨਸਾਨ ਜਾਂ ਵਧੀਆ ਪ੍ਰਾਣੀ ਬਣੇਗਾ। ਇੱਥੇ ਇਹ ਚੀਜ਼ ਦੁਹਰਾਉਣਾ ਚਾਹਾਂਗੀ ਕਿ ਭੌਤਿਕ ਸੰਸਕ੍ਰਿਤੀ ਕੀ ਹੈ, ਜੋ ਮੂਰਤ ਰੂਪ ਦੇ ਵਿੱਚ ਹੁੰਦੀ ਹੈ, ਜਿਵੇਂ ਕੋਈ ਮਸ਼ੀਨ, ਔਜ਼ਾਰ, ਆਵਾਜਾਈ ਦੇ ਸਾਧਨ, ਕੋਈ ਬਰਤਨ, ਭਾਂਡੇ, ਕਿਤਾਬਾਂ, ਕਲਾ ਹੋ ਸਕਦੀ ਹੈ। ਸੋ ਇਹ ਸਾਰੀਆਂ ਚੀਜ਼ਾਂ, ਸੋ ਇਹ ਜੋ ਨਵੀਆਂ ਖੋਜਾਂ ਵੀ ਕੱਢੀਆਂ ਜਾਂਦੀਆਂ ਹਨ, ਟੈਕਨੋਲੋਜੀ ਹੋ ਗਈ, ਉਹ ਸਭ ਕੁਝ ਪਦਾਰਥਕ ਹੋਏਗੀ, ਉਹ ਸਭ ਕੁਝ ਕੀ ਹੈ, ਭੌਤਿਕ ਸੰਸਕ੍ਰਿਤੀ ਦਾ ਹਿੱਸਾ ਹੋਏਗੀ। ਅਤੇ ਅਭੌਤਿਕ ਸੰਸਕ੍ਰਿਤੀ ਜਾਂ ਗੈਰ ਪਦਾਰਥ ਸੰਸਕ੍ਰਿਤੀ ਜਿਸ ਨੂੰ ਕਿਹਾ ਜਾਂਦਾ ਹੈ, ਨॉन ਮਟੀਰੀਅਲ ਕਲਚਰ ਹੋਏਗਾ, ਜੋ ਚੀਜ਼ਾਂ ਅੱਖਾਂ ਨਾਲ ਨਹੀਂ ਦੇਖੀਆਂ ਜਾ ਸਕਦੀਆਂ, ਹੱਥ ਨਾਲ ਨਹੀਂ ਛੂਹੀਆਂ ਜਾ ਸਕਦੀਆਂ, ਸਿਰਫ ਮਹਿਸੂਸ ਕੀਤੀਆਂ ਜਾ ਸਕਦੀਆਂ ਹਨ, ਜਿਸ ਨੂੰ ਇੱਕ ਵਿਅਕਤੀ ਫੀਲ ਕਰਦਾ ਹੈ। ਸੋ ਉਹ ਭੌਤਿਕ ਸੰਸਕ੍ਰਿਤੀ ਜਾਂ ਗੈਰ ਪਦਾਰਥਕ ਸੰਸਕ੍ਰਿਤੀ ਹੋ ਜਾਏਗੀ, ਜਿਸ ਦੇ ਵਿੱਚ ਰੀਤੀ ਰਿਵਾਜ, ਕਲਾ, ਸਾਹਿਤ, ਪਰਿਮਾਪ, ਆਦਰਸ਼, ਕਦਰਾਂ ਕੀਮਤਾਂ,
ਇਹ ਸਭ ਕੁਝ ਸ਼ਾਮਿਲ ਹੁੰਦਾ ਹੈ। ਸੋ ਸੱਭਿਅਤਾ ਕੀ ਹੈ? ਸੱਭਿਅਤਾ ਸੱਭਿਆਚਾਰ ਦਾ ਹੀ ਇੱਕ ਵਿਕਸਿਤ ਰੂਪ ਹੈ। ਜਦੋਂ ਸੱਭਿਆਚਾਰ ਨੂੰ ਡਿਵੈਲਪ ਕਰ ਦਿੱਤਾ ਜਾਂਦਾ ਹੈ ਤਦ ਉਸ ਨੂੰ ਸੱਭਿਅਤਾ ਦਾ ਜਾਂ ਸਿਵਲਾਈਜੇਸ਼ਨ ਦਾ ਨਾਮ ਦੇ ਦਿੱਤਾ ਜਾਂਦਾ ਹੈ। ਹੁਣ ਸੰਸਕ੍ਰਿਤੀ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਕਿ ਭੌਤਿਕ ਅਤੇ ਅਭੌਤਿਕ ਸੰਸਕ੍ਰਿਤੀ ਦੋਨੋਂ ਸ਼ਾਮਿਲ ਹੁੰਦੀ ਹੈ, ਲੇਕਿਨ ਜਿੱਥੇ ਆਪਾਂ ਸੰਸਕ੍ਰਿਤੀ ਦੀ ਤੁਲਨਾ ਸੰਸਕ੍ਰਿਤੀ ਦੀ ਤੁਲਨਾ ਸੱਭਿਅਤਾ ਦੇ ਨਾਲ, ਸਿਵਲਾਈਜੇਸ਼ਨ ਦੇ ਨਾਲ ਕਰਦੇ ਹਾਂ, ਉੱਥੇ ਆਪਾਂ ਇਹ ਕਹਿ ਸਕਦੇ ਹਾਂ ਕਿ ਸੱਭਿਅਤਾ ਦਾ ਮਤਲਬ ਭੌਤਿਕ ਸੰਸਕ੍ਰਿਤੀ ਵਜੋਂ ਆਪਾਂ ਲਵਾਂਗੇ ਅਤੇ ਸੱਭਿਆਚਾਰ ਜਾਂ ਸੰਸਕ੍ਰਿਤੀ ਨੂੰ ਅਭੌਤਿਕ ਸੰਸਕ੍ਰਿਤੀ ਦੇ ਵਜੋਂ ਲੈ ਸਕਦੇ ਹਾਂ। ਸੋ ਸੱਭਿਆਚਾਰ ਵਿੱਚ ਸ਼ਾਮਿਲ ਹੁੰਦਾ ਹੈ ਕਿ ਵਿਅਕਤੀ ਕਿਸ ਨੂੰ ਪ੍ਰਾਪਤ ਕਰਦਾ ਹੈ। ਜਦੋਂ ਉਹ ਕਿਸੇ ਚੀਜ਼ਾਂ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦਾ ਹੈ, ਉਹ ਸੱਭਿਆਚਾਰ ਦੇ ਅਧੀਨ ਆ ਜਾਂਦਾ ਹੈ। ਸੱਭਿਅਤਾ ਮਨੁੱਖ ਨੂੰ ਵਿਕਸਿਤ ਕਰਦੀ ਹੈ। ਹੁਣ ਇੱਕ ਮਨੁੱਖ ਵਿਕਸਿਤ ਕਿਵੇਂ ਹੋਇਆ? ਉਦਾਹਰਨ ਦੇ ਤੌਰ ਤੇ ਉਸਨੇ ਮਸ਼ੀਨਾਂ ਦਾ ਡਿਵੈਲਪਮੈਂਟ ਕਰਨੀ ਸ਼ੁਰੂ ਕੀਤੀ, ਨਵੀਆਂ ਤਕਨੀਕਾਂ ਆਈਆਂ, ਖੋਜਾਂ ਕੀਤੀਆਂ, ਨਵੇਂ ਆਵਾਜਾਈ ਦੇ ਸਾਧਨ, ਸੰਚਾਰ ਦੇ ਸਾਧਨਾਂ ਦੇ ਵਿੱਚ ਵਿਕਾਸ ਕੀਤਾ। ਸੋ ਉਹ ਸਭ ਕੁਝ ਸੱਭਿਅਤਾ ਦਾ ਹਿੱਸਾ ਹੈ, ਕਿਉਂਕਿ ਸੱਭਿਅਤਾ ਮਨੁੱਖ ਨੂੰ ਵਿਕਸਿਤ ਕਰਦੀ ਹੈ, ਉਸ ਨੂੰ ਡਿਵੈਲਪ ਕਰਦੀ ਹੈ। ਔਰ ਡਿਵੈਲਪ ਇੱਕ ਮਟੀਰੀਅਲ ਫਾਰਮ ਦੇ ਵਿੱਚ ਹੀ ਜ਼ਿਆਦਾ ਡਿਵੈਲਪ ਕੀਤਾ ਜਾਂਦਾ ਹੈ, ਕਿਉਂਕਿ ਜੋ ਨॉन ਮਟੀਰੀਅਲ ਥਿੰਗਸ ਹੋ ਜਾਂਦੀਆਂ ਹਨ, ਜੋ ਭੌਤਿਕ ਸੰਸਕ੍ਰਿਤੀ ਹੋ ਜਾਂਦੀ ਹੈ, ਉਹ ਉਸ ਦੇ ਵਿੱਚ ਲੋਕਾਂ ਦੇ ਰੀਤੀ ਰਿਵਾਜ, ਵਿਵਹਾਰ, ਉਹਨਾਂ ਦੀਆਂ ਭਾਵਨਾਵਾਂ, ਉਸ ਨੂੰ ਵਿਕਸਿਤ ਕਰਨ ਲਈ ਬਹੁਤ ਸਮਾਂ ਲੱਗ ਜਾਂਦਾ ਹੈ। ਸੱਭਿਅਤਾ ਵਿੱਚ ਭੌਤਿਕ ਸੰਸਕ੍ਰਿਤੀ ਸ਼ਾਮਿਲ ਹੁੰਦੀ ਹੈ ਜੋ ਸਾਡੀਆਂ ਬੁਨਿਆਦੀ ਲੋੜਾਂ ਦਾ ਸਰੋਤ ਹੈ। ਉਦਾਹਰਨ ਦੇ ਤੌਰ ਤੇ ਕੱਪੜਾ। ਸੋ ਇੱਥੇ ਪਰਿਭਾਸ਼ਾ ਹੈ ਸੱਭਿਅਤਾ ਦੀ। ਸੱਭਿਅਤਾ ਅਕੋਰਡਿੰਗ ਟੂ ਗ੍ਰੀਨ ਦੇ ਅਨੁਸਾਰ, ਜੋ ਇੱਕ ਸਮਾਜ ਵਿਗਿਆਨੀ ਹੋਏ ਹਨ, ਇੱਕ ਸੱਭਿਆਚਾਰ ਕੇਵਲ ਉਦੋਂ ਹੀ ਇੱਕ ਸੱਭਿਅਤਾ ਬਣ ਜਾਂਦਾ ਹੈ ਜਦੋਂ ਉਸ ਵਿੱਚ ਲਿਖਤੀ ਭਾਸ਼ਾ, ਵਿਗਿਆਨ, ਦਰਸ਼ਨ, ਕੀਰਤ ਦੀ ਇੱਕ ਵਿਸ਼ੇਸ਼ ਵੰਡ ਜਾਂ ਕੀਰਤ ਵੰਡ ਕਹਿ ਸਕਦੇ ਹਾਂ, ਇੱਕ ਗੁੰਝਲਦਾਰ ਟੈਕਨੋਲੋਜੀ, ਕੰਪਲੈਕਸ ਟੈਕਨੋਲੋਜੀ ਜਿਸ ਨੂੰ ਬੋਲਾਂਗੇ, ਤਕਨੀਕ ਬੋਲਾਂਗੇ, ਅਤੇ ਰਾਜਨੀਤਿਕ ਪ੍ਰਣਾਲੀ ਸ਼ਾਮਿਲ ਹੁੰਦੀ ਹੈ। ਸੋ ਇਹ ਸਾਰੀਆਂ ਚੀਜ਼ਾਂ ਹੀ ਗ੍ਰੀਨ ਦੇ ਅਨੁਸਾਰ ਸੱਭਿਅਤਾ ਦੇ ਅਧੀਨ ਆ ਜਾਂਦੀਆਂ, ਕਿਉਂਕਿ ਜੋ ਜਿਹੜੀਆਂ ਭੌਤਿਕ ਅਤੇ ਉਪਭੋਗੀ ਵਸਤੂਆਂ ਜਾਂ ਸੰਦ ਅਤੇ ਸੰਗਠਨ ਜਿਨ੍ਹਾਂ ਦੀ ਮਦਦ ਨਾਲ ਮਨੁੱਖ ਨੇ ਪ੍ਰਕਿਰਤੀ ਦੇ ਵਿੱਚ ਜਾਂ ਪ੍ਰਕਿਰਤਿਕ ਵਾਤਾਵਰਣ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਹੈ, ਉਹ ਸਾਰੀਆਂ ਚੀਜ਼ਾਂ ਭੌਤਿਕ ਅਤੇ ਅਭੌਤਿਕ ਰੂਪ ਦੇ ਵਿੱਚ ਆ ਜਾਂਦੀਆਂ ਹਨ। ਜੋ ਸੰਸਕ੍ਰਿਤੀ ਹੈ, ਇਸ ਵਿੱਚ ਉਹ ਸਭ ਕੁਝ ਸ਼ਾਮਿਲ ਹੁੰਦਾ ਹੈ ਜੋ ਵਿਅਕਤੀ ਨੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਪ੍ਰਾਪਤ ਕੀਤਾ। ਸੋ ਸ਼ੁਰੂ ਤੋਂ ਲੈ ਕੇ ਹੁਣ ਤੱਕ ਜੋ ਇੱਕ ਵਿਅਕਤੀ ਨੇ ਜ਼ਿੰਦਗੀ ਦੇ ਵਿੱਚ, ਸਮਾਜ ਦੇ ਵਿੱਚ ਪ੍ਰਾਪਤ ਕੀਤਾ ਹੈ, ਉਹ ਸਭ ਕੁਝ ਸੰਸਕ੍ਰਿਤੀ ਦਾ ਹਿੱਸਾ ਬਣ ਜਾਂਦਾ ਹੈ। ਅਤੇ ਸੱਭਿਅਤਾ ਉਹ ਹੈ ਜਿਸ ਨਾਲ ਮਨੁੱਖ ਆਧੁਨਿਕ ਬਣਿਆ। ਸੋ ਜਿਨ੍ਹਾਂ ਚੀਜ਼ਾਂ ਦੇ ਨਾਲ ਇੱਕ ਮਨੁੱਖ ਆਧੁਨਿਕ ਬਣਿਆ, ਉਹ ਸਭ ਕੁਝ ਸੱਭਿਅਤਾ ਦਾ ਹਿੱਸਾ ਹੈ। ਗਿਲਨ ਦੇ ਅਨੁਸਾਰ ਸੱਭਿਆਚਾਰ ਦਾ ਵਧੇਰਾ ਗੁੰਝਲਦਾਰ ਅਤੇ ਵਿਕਸਿਤ ਰੂਪ ਸੱਭਿਅਤਾ ਹੈ। ਸੋ ਸੱਭਿਅਤਾ ਕੀ ਹੈ? ਜੋ ਸੱਭਿਆਚਾਰ ਹੈ, ਜੋ ਕਲਚਰ ਹੈ, ਉਸ ਦਾ ਇੱਕ ਵਿਕਸਿਤ ਰੂਪ ਹੈ। ਸੱਭਿਆਚਾਰ ਦੇ ਅਧੀਨ ਜਟਿਲ ਅਤੇ ਵਿਕਸਿਤ ਰੂਪ ਨੂੰ ਹੀ ਸੱਭਿਅਤਾ ਕਿਹਾ ਜਾਂਦਾ ਹੈ। ਫੀਚਰ ਦੇ ਅਨੁਸਾਰ ਸੱਭਿਅਕ ਲੋਕ ਉਹ ਲੋਕ ਹਨ ਜੋ ਆਪਣੇ ਵਿਵਹਾਰ ਵਿੱਚ ਬੈਠਣ ਵਾਲੇ ਜਾਂ ਪੜ੍ਹੇ ਲਿਖੇ ਜਾਂ ਗੁੰਝਲਦਾਰ ਹੁੰਦੇ। ਸੋ ਫੀਚਰ ਦੇ ਅਨੁਸਾਰ ਇੱਕ ਵਿਅਕਤੀ ਜਾਂ ਫੀਚਰ ਨੇ ਸੱਭਿਅਤਾ ਨੂੰ ਸਿਵਲਾਈਜ਼ਡ ਜਾਂ ਸੱਭਿਅ ਵਿਅਕਤੀ ਨਾਲ ਜੋੜਿਆ ਹੈ। ਉਹਨਾਂ ਦੇ ਅਨੁਸਾਰ ਸੱਭਿਅ ਵਿਅਕਤੀ ਉਹ ਲੋਕ ਹਨ ਜੋ ਆਪਣੇ ਵਿਚਾਰਾਂ ਵਿੱਚ ਸਥਿਰ ਹਨ, ਸਥਿਰ ਮਤਲਬ ਸਟੇਬਲ ਹਨ, ਪੜ੍ਹੇ ਲਿਖੇ ਹਨ ਅਤੇ ਜੋ ਜਟਿਲ ਵੀ ਹਨ। ਸੋ ਉਹ ਲੋਕ ਜੋ ਇੱਕ ਕੰਪਲੈਕਸ ਸਟਰਕਚਰ ਦੇ ਵਿੱਚ ਰਹਿ ਕੇ ਪੜ੍ਹੇ ਲਿਖੇ ਹਨ, ਜੋ ਇੱਕ ਸੱਭਿਅ ਢੰਗ ਦੇ ਨਾਲ ਵਿਵਹਾਰ ਕਰਦੇ ਹਨ, ਉਹ ਸਭ ਕੁਝ ਕੀ ਹੈ? ਸੱਭਿਅਤਾ ਹੀ ਹੈ ਜਾਂ ਸੱਭਿਅਕ ਲੋਕ ਉਹਦੇ ਵਿੱਚ ਸ਼ਾਮਿਲ ਹੁੰਦੇ। ਇਸ ਤੋਂ ਇਲਾਵਾ ਮੈਕਾਈਵਰ ਦੀ ਇੱਕ ਹੋਰ ਇੱਥੇ ਪਰਿਭਾਸ਼ਾ ਦੇਵਾਂਗੀ ਮੈਂ। ਮੈਕਾਈਵਰ ਦੇ ਅਨੁਸਾਰ ਸੱਭਿਅਤਾ ਲੋੜਾਂ ਪੂਰੀਆਂ ਕਰਨ ਦਾ ਇੱਕ ਸਾਧਨ ਹੈ। ਸੋ ਇੱਕ ਉਹ ਸਾਧਨ ਹੈ, ਇੱਕ ਉਹ ਮੀਨਸ ਹੈ ਜੋ ਇੱਕ ਵਿਅਕਤੀ ਦੀਆਂ, ਇੱਕ ਮਨੁੱਖ ਦੀਆਂ ਸਾਰੀਆਂ ਹੀ ਜ਼ਰੂਰਤਾਂ ਪੂਰੀਆਂ ਕਰਦਾ ਹੈ। ਭਾਵੇਂ ਉਹ ਜ਼ਰੂਰਤਾਂ ਮੁੱਢਲੀਆਂ ਲੋੜਾਂ ਹੋਣ, ਜਿਵੇਂ ਰੋਟੀ, ਕੱਪੜਾ ਤੇ ਮਕਾਨ, ਜਾਂ ਗੈਰ ਜ਼ਰੂਰੀ ਲੋੜਾਂ ਵੀ ਹੋ ਸਕਦੀਆਂ ਹਨ। ਸੋ ਸੱਭਿਅਤਾ ਲੋੜਾਂ ਪੂਰੀਆਂ ਕਰਨ ਦਾ ਇੱਕ ਸਾਧਨ ਹੈ। ਅਤੇ ਮੈਕਾਈਵਰ ਇੱਥੇ ਇਹ ਕਹਿੰਦਾ ਹੈ ਕਿ ਸੱਭਿਅਤਾ ਭੌਤਿਕ ਸੰਸਕ੍ਰਿਤੀ ਹੁੰਦੀ ਹੈ, ਜਾਂ ਇਹ ਕਹਿ ਸਕਦੇ ਹਾਂ ਕਿ
ਜਿਸ ਦੇ ਵਿੱਚ ਸਾਰੀਆਂ ਚੀਜ਼ਾਂ ਆ ਜਾਂਦੀਆਂ ਹਨ ਜੋ ਉਪਭੋਗੀ ਵੀ ਹੁੰਦੀਆਂ ਹਨ, ਜੋ ਚੀਜ਼ਾਂ ਯੂਜ਼ ਕਰਨ ਵਾਲੀਆਂ ਹੁੰਦੀਆਂ ਹਨ। ਸੋ ਇੱਥੇ ਜੇ ਸੱਭਿਆਚਾਰ ਅਤੇ ਸਭਿਅਤਾ ਦਾ ਵਰਣਨ ਅੱਡ-ਅੱਡ ਕਰਨਾ ਹੋਵੇ ਤਾਂ ਇਹਦੇ ਵਿੱਚ ਇਹ ਕਹਾਂਗੇ ਕਿ ਸਭਿਅਤਾ ਉਹ ਹੈ ਜੋ ਭੌਤਿਕ ਵਸਤੂਆਂ ਹੋ ਜਾਣਗੀਆਂ ਅਤੇ ਸੱਭਿਆਚਾਰ ਜਾਂ ਸੰਸਕ੍ਰਿਤੀ ਉਹ ਹੈ ਜੋ ਅਭੌਤਿਕ ਵਸਤੂਆਂ ਹੋ ਜਾਣਗੀਆਂ। ਉਦਾਹਰਨ ਦੇ ਤੌਰ ਤੇ ਇੱਕ ਵਿਅਕਤੀ ਦੀਆਂ ਭਾਵਨਾਵਾਂ ਜੋ ਅਭੌਤਿਕ ਹਨ, ਜਿਸ ਨੂੰ ਅੱਖਾਂ ਨਾਲ ਨਹੀਂ ਦੇਖਿਆ ਜਾ ਸਕਦਾ, ਹੱਥ ਨਾਲ ਉਸ ਨੂੰ ਫੜਿਆ ਨਹੀਂ ਜਾ ਸਕਦਾ, ਸਿਰਫ ਮਹਿਸੂਸ ਕੀਤਾ ਜਾ ਸਕਦਾ। ਇਸ ਕਰਕੇ ਇੱਥੇ ਹੁਣ ਸੱਭਿਆਚਾਰ ਅਤੇ ਸਭਿਅਤਾ ਦੀ ਤੁਲਨਾ ਦੇਣੀ ਵੀ ਬਣਦੀ ਹੈ ਕਿਉਂਕਿ ਇਹ ਤੁਲਨਾ ਤੋਂ ਬਿਨਾਂ ਇਹ ਵਿਸ਼ੇ ਅਧੂਰਾ ਹੈ। ਸੋ ਸਭਿਅਤਾ ਕੀ ਹੈ, ਹਮੇਸ਼ਾ ਵਿਕਸਿਤ ਹੁੰਦੀ ਹੈ ਪਰ ਸੱਭਿਆਚਾਰ ਨਹੀਂ, ਕਿਉਂਕਿ ਸਭਿਅਤਾ ਦੇ ਵਿੱਚ ਭੌਤਿਕ ਜ਼ਰੂਰਤਾਂ ਆ ਜਾਂਦੀਆਂ ਹਨ। ਜੋ ਸਿਵਲਾਈਜੇਸ਼ਨ ਹੈ that always develops but not culture। ਸਭਿਅਤਾ ਵਿਕਸਿਤ ਇਸ ਲਈ ਹੁੰਦੀ ਹੈ ਕਿਉਂਕਿ ਇਸ ਦੇ ਵਿੱਚ ਆਵਾਜਾਈ ਦੇ ਸਾਧਨ, ਸੰਚਾਰ ਦੇ ਸਾਧਨ ਆਉਂਦੇ ਹਨ, ਕੋਈ ਟੈਕਨੋਲੋਜੀ ਆ ਗਈ, ਕੋਈ ਭੌਤਿਕ ਵਸਤੂ ਆ ਗਈ ਜੋ ਦਿਨ ਪ੍ਰਤੀ ਦਿਨ ਵਿਕਸਿਤ ਹੁੰਦੀ ਰਹਿੰਦੀ ਹੈ, ਜਿਸ ਦੇ ਵਿੱਚ ਡਿਵੈਲਪਮੈਂਟ ਹੁੰਦੀ ਰਹਿੰਦੀ ਹੈ। ਸੋ ਜੇਕਰ ਅਸੀਂ ਪੁਰਾਣੇ ਜ਼ਮਾਨਾ ਅਤੇ ਅੱਜ ਦੇ ਸਮਾਜ ਦੀ ਜੇ ਗੱਲ ਕਰੀਏ ਜਾਂ ਅੱਜ ਦੇ ਸਮਾਜ ਦੇ ਨਾਲ ਜੇ ਤੁਲਨਾ ਕਰੀਏ ਤਾਂ ਇਹ ਚੰਗੀ ਤਰ੍ਹਾਂ ਸਪਸ਼ਟ ਹੋ ਜਾਂਦਾ ਹੈ ਕਿ ਸਭਿਅਤਾ ਤਾਂ ਉન્નਤੀ ਕਰਦੀ ਹੈ ਪਰ ਸੱਭਿਆਚਾਰ ਨਹੀਂ ਕਰ ਸਕਦਾ। ਕਿਉਂ? ਕਿਉਂਕਿ ਇਹ ਜੋ ਲੋਕਾਂ ਦੇ ਵਿਸ਼ਵਾਸ ਹਨ, ਲੋਕ ਰੀਤਾਂ ਹਨ, ਪਰੰਪਰਾਵਾਂ, ਇਹ ਹੌਲੀ ਹੌਲੀ ਇਹਦੇ ਵਿੱਚ ਪਰਿਵਰਤਨ ਆਉਂਦਾ ਹੈ, ਕਈ ਸਦੀਆਂ ਵੀ ਲੱਗ ਜਾਂਦੀਆਂ ਹਨ ਕਿਉਂਕਿ ਜੋ ਭੌਤਿਕ ਸੰਸਕ੍ਰਿਤੀ ਹੈ ਜਿਸ ਨੂੰ ਸਭਿਅਤਾ ਕਿਹਾ ਗਿਆ ਹੈ, ਸੋ ਭੌਤਿਕ ਚੀਜ਼ਾਂ ਦੇ ਵਿੱਚ ਮਸ਼ੀਨ, ਕਾਰਾਂ, ਮੋਟਰਾਂ, ਆਵਾਜਾਈ ਦੇ ਸਾਧਨ, ਸੰਚਾਰ ਦੇ ਸਾਧਨ, ਇਹ ਸਾਰੀਆਂ ਚੀਜ਼ਾਂ ਭੌਤਿਕ ਵਸਤੂਆਂ ਹਨ ਜਿਸ ਦੇ ਵਿੱਚ ਸਮੇਂ-ਸਮੇਂ ਦੇ ਨਾਲ ਤਰੱਕੀ ਹੁੰਦੀ ਰਹਿੰਦੀ ਹੈ, ਸਮੇਂ-ਸਮੇਂ ਦੇ ਨਾਲ ਉન્નਤੀ ਹੁੰਦੀ ਰਹਿੰਦੀ ਹੈ। ਪਰ ਸੱਭਿਆਚਾਰ ਦੇ ਅਧੀਨ ਜੋ ਧਰਮ ਆਉਂਦਾ ਹੈ, ਕਲਾ ਹੈ, ਲੋਕਾਂ ਦੇ ਵਿਚਾਰ ਹੈ, ਵਿਸ਼ਵਾਸ ਹੈ, ਉਹਨਾਂ ਦੀਆਂ ਭਾਵਨਾਵਾਂ ਹਨ, ਫੀਲਿੰਗਸ ਹਨ, ਇਮੋਸ਼ਨਸ ਹਨ ਉਹਨਾਂ ਦੇ, ਉਹ ਸਾਰੀਆਂ ਚੀਜ਼ਾਂ ਦੇ ਵਿੱਚ ਇੰਨੀ ਜਲਦੀ, ਇੰਨੀ ਛੇਤੀ ਕੋਈ ਬਦਲਾਵ ਨਹੀਂ ਆਉਂਦਾ। ਉਸਨੂੰ ਬਦਲਾਵ ਲਿਆਉਣ ਦੇ ਲਈ ਕਈ ਸਦੀਆਂ ਜਾਂ ਕਈ ਵਰ੍ਹੇ ਲੱਗ ਜਾਂਦੇ ਹਨ। ਇਸ ਕਰਕੇ ਸੱਭਿਅਤਾ ਹਮੇਸ਼ਾ ਵਿਕਸਿਤ ਹੁੰਦੀ ਰਹਿੰਦੀ ਹੈ ਕਿਉਂਕਿ ਜਿਸ ਚੀਜ਼ ਦੇ ਵਿੱਚ ਬੜੀ ਤੇਜ਼ੀ ਦੇ ਨਾਲ ਵਿਕਾਸ ਹੋਏਗਾ, ਜਿਸ ਦੇ ਵਿੱਚ ਬੜੀ ਤੇਜ਼ੀ ਦੇ ਨਾਲ ਪਰਿਵਰਤਨ ਆਉਣਾ ਸ਼ੁਰੂ ਹੋਏਗਾ, ਉਹ ਹਮੇਸ਼ਾ ਛੇਤੀ ਵਿਕਾਸ ਕਰੇਗਾ। ਉਦਾਹਰਨ ਦੇ ਤੌਰ ਤੇ ਕੋਈ ਵੀ ਟੈਕਨੋਲੋਜੀ, ਕੋਈ ਤਕਨੀਕ ਬਣਦੀ ਹੈ ਤਾਂ ਰਾਤੋਂ ਰਾਤ ਉਹ ਚੀਜ਼ ਡਿਵੈਲਪ ਹੋ ਜਾਂਦੀ ਹੈ ਤੇ ਸਵੇਰ ਚੜ੍ਹਦੇ ਹੀ ਲੋਕ ਉਸਨੂੰ, ਕੋਈ ਮੋਬਾਈਲ ਹੈ ਜਾਂ ਕੋਈ ਆਟੋਮੋਬਾਈਲ, ਕੋਈ ਕਾਰ ਹੈ, ਗੱਡੀ ਹੈ, ਤਾਂ ਉਸ ਨੂੰ ਆਰਡਰ ਦੇਣਾ ਸ਼ੁਰੂ ਕਰ ਦਿੰਦੇ ਹਨ। ਇਸ ਦਾ ਮਤਲਬ ਕਿ ਉਹ ਜਿਵੇਂ ਹੀ ਮਾਰਕੀਟ ਦੇ ਵਿੱਚ ਕੋਈ ਟੈਕਨੋਲੋਜੀ ਵਾਲੀ ਚੀਜ਼ ਆਉਂਦੀ ਹੈ ਤਾਂ ਲੋਕ ਉਸਨੂੰ ਪੈਸੇ ਦੇ ਕੇ ਹਾਸਿਲ ਕਰ ਲੈਂਦੇ ਹਨ ਤੇ ਇਹਦੇ ਨਾਲ ਕੀ ਹੈ, ਸੱਭਿਅਤਾ ਦਾ ਵਿਕਾਸ ਹੋਣਾ ਸ਼ੁਰੂ ਹੋ ਜਾਂਦਾ ਹੈ। ਲੇਕਿਨ ਜੋ ਲੋਕਾਂ ਦੀਆਂ ਭਾਵਨਾਵਾਂ ਹਨ, ਲੋਕਾਂ ਦੇ ਆਦਰਸ਼ ਹਨ, ਉਹ ਉਸ ਦੇ ਵਿੱਚ ਇੰਨੀ ਛੇਤੀ ਨਾਲ ਉન્નਤੀ ਨਹੀਂ ਆਉਂਦੀ। ਇਸ ਕਰਕੇ ਉਸ ਦੇ ਵਿੱਚ ਉન્નਤੀ ਬਹੁਤ ਹੌਲੀ ਹੁੰਦੀ ਹੈ, ਲੇਕਿਨ ਸੱਭਿਅਤਾ ਹਮੇਸ਼ਾ ਵਿਕਸਿਤ ਹੁੰਦਾ ਹੈ ਪਰ ਸੱਭਿਆਚਾਰ ਜਾਂ ਸੰਸਕ੍ਰਿਤੀ ਨਹੀਂ। ਅੱਗੇ ਚੱਲਾਂਗੇ ਸੰਸਕ੍ਰਿਤੀ ਅਤੇ ਸੱਭਿਅਤਾ ਦੀ ਤੁਲਨਾ ਦੇ ਵਿੱਚ ਹੀ। ਸੱਭਿਅਤਾ ਨੂੰ ਬਿਨਾਂ ਬਦਲਾਵ ਦੇ ਲਿਆ ਜਾ ਸਕਦਾ ਹੈ ਪਰ ਸੱਭਿਆਚਾਰ ਨੂੰ ਨਹੀਂ। ਸੋ ਜੋ ਸੱਭਿਅਤਾ ਹੈ, ਜੋ ਸਿਵਲਾਈਜੇਸ਼ਨ ਹੈ, ਉਸਨੂੰ ਬਿਨਾਂ ਕਿਸੇ ਚੇਂਜ ਤੋਂ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਉਸਨੂੰ स्वीकार कर लेती है। लेकिन जो सभ्याचार है, जो संस्कृति है, उसको बिना बदलाव तो स्वीकार नहीं किया जा सकता। उदाहरण के तौर पे जे अभौतिक संस्कृति दे विच जे मेरे माँ बाप दे या किसी भी पूर्वजां दे जो विचार हैं, जो उन्हां कदरां कीमतां हैं, वो जो विचार कदरां कीमतां अपने बच्चों को, अपनी नवीं पीढ़ी को सौंपते हैं, उस दे विच कई तरह के परिवर्तन आउंदे हैं। सो एक पीढ़ी तो दूजी पीढ़ी तक जदों अभौतिक चीज़ां, अभौतिक संस्कृति पास ऑन की जाती है तो उस दे विच बदलाव नहीं आता, लेकिन उस दे विच बदलाव आता है, लेकिन सभ्यता नूं बिना बदलाव तो लिया जा सकता है। उदाहरण के तौर पे कोई पुश्तैनी चीज़, कोई चरखा हो सकता है, कोई कपड़ा, गहना या भांडे जो भौतिक रूप दे विच हुंदे हन, जो सभ्यता का हिस्सा होंगे। सो इन्हां सारियां चीज़ां नूं बिना बदलाव के लिया जा सकता है। एक पीढ़ी तो दूसरी पीढ़ी दे विच ये चीज़ां ट्रांसफर कीतियां जा सकदियां हन। मतलब किसी भी मशीन, किसी भी ट्रैक्टर, कोई मोटर, कोई मोबाइल या कोई भी इदां दी चीज़ है, उसको बिना बदलाव तो एक पीढ़ी तो दूजी पीढ़ी
ਦੇ ਵਿੱਚ ਕੀ ਹੈ ਸਥਾਨਾਂਤਰਨ ਕੀਤਾ ਜਾਂਦਾ ਹੈ, ਇੱਕ ਸਥਾਨ ਤੋਂ ਦੂਜੇ ਸਥਾਨ ਤੇ ਪਹੁੰਚਾਇਆ ਜਾ ਸਕਦਾ ਹੈ ਬਿਨਾਂ ਕਿਸੇ ਤਬਦੀਲੀ ਤੋਂ, ਬਿਨਾਂ ਕਿਸੇ ਪਰਿਵਰਤਨ ਤੋਂ। ਪਰ ਲੋਕਾਂ ਦੇ ਵਿਚਾਰ, ਲੋਕਾਂ ਦੇ ਆਦਰਸ਼, ਉਹਨਾਂ ਦੀਆਂ ਕਦਰਾਂ ਕੀਮਤਾਂ, ਉਹਨਾਂ ਦੇ ਮਾਪਦੰਡ, ਉਹਨਾਂ ਦੀਆਂ ਭਾਵਨਾਵਾਂ, ਉਹਨਾਂ ਦੀ ਸੋਚਣ ਸ਼ਕਤੀ, ਇਹ ਸਾਰੀਆਂ ਚੀਜ਼ਾਂ ਸੰਸਕ੍ਰਿਤੀ ਜਾਂ ਸੱਭਿਆਚਾਰ ਦਾ ਹਿੱਸਾ ਹਨ। ਇਹਨਾਂ ਸਾਰਿਆਂ ਦੇ ਵਿੱਚ ਪਰਿਵਰਤਨ ਲਿਆਉਣਾ ਬਹੁਤ ਔਖਾ ਹੋ ਜਾਂਦਾ ਹੈ। ਇਸ ਕਰਕੇ ਇਸ ਦੇ ਵਿੱਚ ਬਦਲਾਵ ਆ ਜਾਂਦਾ ਹੈ। ਬਦਲਾਵ ਆਉਣ ਦਾ ਅਰਥ ਇੱਥੇ ਇਹ ਹੈ ਕਿ ਜੋ ਪੁਰਾਣੀ ਪੀੜ੍ਹੀ ਦੇ ਜੋ ਸੰਸਕਾਰ ਹੋਣਗੇ, ਜੋ ਵਿਚਾਰ ਹੋਣਗੇ, ਉਹ ਨਵੀਂ ਪੀੜ੍ਹੀ ਦੇ ਵਿੱਚ ਵੱਖ ਹੋਣਗੇ। ਇਸ ਕਰਕੇ ਸੱਭਿਆਚਾਰ ਜੋ ਸੱਭਿਅਤਾ ਹੈ ਉਸਨੂੰ ਬਿਨਾਂ ਬਦਲਾਵ ਦੇ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਉੱਦਾਂ ਹੀ ਸੌਂਪਿਆ ਜਾ ਸਕਦਾ ਹੈ, ਚੱਕ ਕੇ ਫੜਾਇਆ ਜਾ ਸਕਦਾ ਹੈ, ਪਰ ਸੱਭਿਆਚਾਰ ਨੂੰ ਨਹੀਂ। ਅੱਗੇ ਚੱਲਾਂਗੇ। ਸੱਭਿਅਤਾ ਨੂੰ ਮਾਪਿਆ ਜਾ ਸਕਦਾ ਹੈ, ਇਸਨੂੰ ਮੇਜਰ ਕੀਤਾ ਜਾ ਸਕਦਾ ਹੈ ਸੱਭਿਅਤਾ ਨੂੰ, ਪਰ ਸੱਭਿਆਚਾਰ ਨੂੰ ਨਹੀਂ, ਪਰ ਸੰਸਕ੍ਰਿਤੀ ਨੂੰ ਨਹੀਂ। ਹਾਂਜੀ, ਸੋ ਸੱਭਿਅਤਾ ਨੂੰ ਜਾਂ ਸਿਵਲਾਈਜੇਸ਼ਨ ਨੂੰ ਮਾਪਿਆ ਕਿਵੇਂ ਜਾ ਸਕਦਾ ਹੈ? ਸੱਭਿਅਤਾ ਨੂੰ ਮਾਪਿਆ ਇਸ ਢੰਗ ਨਾਲ ਜਾ ਸਕਦਾ ਹੈ ਕਿ ਜੋ ਸੱਭਿਅਤਾ ਹੈ ਉਸ ਵਿੱਚ ਆਉਣ ਵਾਲੀਆਂ ਸਾਰੀਆਂ ਹੀ ਚੀਜ਼ਾਂ ਉਪਯੋਗ ਹੋਣ ਵਾਲੀਆਂ ਹਨ, ਜੋ ਚੀਜ਼ਾਂ ਯੂਟਿਲਾਈਜ਼ ਕੀਤੀਆਂ ਜਾਂਦੀਆਂ ਹਨ, ਇਸਤੇਮਾਲ ਕੀਤੀਆਂ ਜਾਂਦੀਆਂ ਹਨ, ਯੂਜ਼ ਕੀਤੀਆਂ ਜਾਂਦੀਆਂ ਹਨ, ਸੋ ਸਾਰੀਆਂ ਹੀ ਚੀਜ਼ਾਂ ਉਪਯੋਗ ਹੋਣ ਵਾਲੀਆਂ ਹਨ ਅਤੇ ਇਹਨਾਂ ਨੂੰ ਨਿਸ਼ਚਿਤ ਮਾਪਦੰਡਾਂ ਦੇ ਆਧਾਰ ਉੱਤੇ ਰੱਖ ਕੇ ਮਾਪਿਆ ਜਾ ਸਕਦਾ ਹੈ, ਇਸ ਨੂੰ ਮੇਜਰ ਕੀਤਾ ਜਾ ਸਕਦਾ ਹੈ। ਪਰ ਸੱਭਿਆਚਾਰ ਵਿੱਚ ਆਉਣ ਵਾਲੀਆਂ ਚੀਜ਼ਾਂ ਜਿਵੇਂ ਆਦਰਸ਼, ਕਦਰਾਂ ਕੀਮਤਾਂ, ਧਰਮ, ਵਿਵਹਾਰ ਕਰਨ ਦਾ ਤਰੀਕਾ, ਭਾਵਨਾਵਾਂ, ਇਹ ਸਾਰੀਆਂ ਚੀਜ਼ਾਂ ਮਾਪਦੰਡ ਉੱਤੇ ਰੱਖ ਕੇ ਜੇ ਇਸ ਤੋਂ ਮਾਪਾਂਗੇ ਤਾਂ ਇਹ ਇਸ ਦੇ ਵਿੱਚ ਬਦਲਾਵ ਨਹੀਂ ਆ ਸਕਦਾ, ਇਸ ਨੂੰ ਤਾਂ ਮਾਪਿਆ ਹੀ ਨਹੀਂ ਜਾ ਸਕਦਾ, ਇਸ ਨੂੰ ਆਪਾਂ ਮੇਜਰ ਨਹੀਂ ਕਰ ਸਕਦੇ। ਇਸ ਤਰ੍ਹਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਸੱਭਿਅਤਾ ਨੂੰ ਬਹੁਤ ਆਸਾਨੀ ਦੇ ਨਾਲ ਜੇ ਸੱਭਿਅਤਾ ਦੇ ਵਿੱਚ ਆਸਾਨੀ ਦੇ ਨਾਲ ਕੀ ਹੈ ਇਸ ਨੂੰ ਮਾਪਿਆ ਜਾ ਸਕਦਾ ਹੈ, ਕਿਉਂਕਿ ਕੋਈ ਵੀ ਚੀਜ਼ ਜੋ ਮਟੀਰੀਅਲ ਫਾਰਮ ਦੇ ਵਿੱਚ ਹੁੰਦੀ ਹੈ ਉਸ ਨੂੰ ਮੇਜਰ ਕੀਤਾ ਜਾ ਸਕਦਾ ਹੈ, ਪਰ ਜੋ ਲੋਕਾਂ ਦੇ ਵਿਸ਼ਵਾਸ ਹਨ ਉਸ ਦੀ ਤੁਲਨਾ, ਉਸ ਨੂੰ ਮਤਲਬ ਆਪਾਂ ਵੇਟ ਨਹੀਂ ਕਰ ਸਕਦੇ ਕਿ ਲੋਕ ਆਹ ਸੋਚਦੇ ਹਨ ਜਾਂ ਉਹਦੇ ਇਹ ਵਿਚਾਰ ਹਨ ਜਾਂ ਇਹ ਵਿਚਾਰ ਜ਼ਿਆਦਾ ਭਾਰੀ ਹਨ, ਇਹ ਜ਼ਿਆਦਾ ਹਲਕੇ ਹਨ। ਸੋ ਇਸ ਢੰਗ ਦੇ ਨਾਲ ਮਾਪਿਆ ਨਹੀਂ ਜਾ ਸਕਦਾ ਸੱਭਿਅਤਾ ਨੂੰ, ਪਰ ਸੱਭਿਅਤਾ ਨੂੰ ਮਾਪਿਆ ਜਾ ਸਕਦਾ ਹੈ, ਪਰ ਸੰਸਕ੍ਰਿਤੀ ਜਾਂ ਸੱਭਿਆਚਾਰ ਨੂੰ ਨਹੀਂ। ਅੱਗੇ ਚੱਲਾਂਗੇ। ਸੱਭਿਅਤਾ ਬਿਨਾਂ ਕੋਸ਼ਿਸ਼ਾਂ ਦੇ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੇ ਪਾਸ ਕੀਤੀ ਜਾ ਸਕਦੀ ਹੈ, ਪਰ ਸੱਭਿਆਚਾਰ ਜਾਂ ਸੰਸਕ੍ਰਿਤੀ ਨਹੀਂ। ਕਿਉਂਕਿ ਦੇਖੋ ਸੱਭਿਅਤਾ ਕੀ ਹੈ, ਸੱਭਿਅਤਾ ਨੂੰ ਇੱਕ ਮਟੀਰੀਅਲ ਫਾਰਮ ਦੇ ਵਿੱਚ ਲਿੱਤਾ ਗਿਆ ਹੈ। ਮਟੀਰੀਅਲ ਫਾਰਮ ਦਾ ਇੱਥੇ ਅਰਥ ਇਹ ਹੈ ਕਿ ਪਦਾਰਥਵਾਦੀ ਜਾਂ ਭੌਤਿਕ ਸੰਸਕ੍ਰਿਤੀ ਦੇ ਰੂਪ ਵਜੋਂ ਲਿੱਤਾ ਗਿਆ ਹੈ। ਉਹ ਚੀਜ਼ਾਂ ਜੋ ਇੱਕ ਵਿਅਕਤੀ ਆਪਣੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਉਹ ਵਸਤਾਂ ਜੋ ਬਾਜ਼ਾਰ 'ਚੋਂ ਖਰੀਦਦਾ ਹੈ, ਆਵਾਜਾਈ ਦੇ ਸਾਧਨਾਂ ਦੀ ਗੱਲ ਕਰੀਏ, ਭਾਵੇਂ ਸੰਚਾਰ ਦੇ ਸਾਧਨਾਂ ਦੀ ਗੱਲ ਹੀ ਕਿਉਂ ਨਾ ਕਰੀਏ, ਸੋ ਸਾਰੀਆਂ ਚੀਜ਼ਾਂ ਜਿਸ ਨੂੰ ਬੜੀ ਆਸਾਨੀ ਨਾਲ ਖਰੀਦਿਆ ਜਾ ਸਕਦਾ ਹੈ, ਬਿਨਾਂ ਬਦਲਾਵ ਤੋਂ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਨੂੰ ਦਿੱਤਾ ਜਾ ਸਕਦਾ ਹੈ, ਜਾਂ ਫਿਰ ਉਹ ਉਸਨੂੰ ਰਾਤੋਂ ਰਾਤ ਉਸਦੇ ਵਿੱਚ ਜਦੋਂ ਪਰਿਵਰਤਨ ਆਉਣਾ ਸ਼ੁਰੂ ਹੋ ਜਾਂਦਾ ਹੈ ਅਤੇ ਵਿਕਸਿਤ ਵੀ ਹੋਣੀ ਸ਼ੁਰੂ ਹੋ ਜਾਂਦੀ ਹੈ, ਸੋ ਉਹ ਸੱਭਿਅਤਾ ਹੁੰਦੀ ਹੈ। ਜੇ ਸੰਸਕ੍ਰਿਤੀ ਦੀ ਗੱਲ ਕਰੀਏ ਜਾਂ ਸੱਭਿਆਚਾਰ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਜੋ ਇੱਕ ਪੀੜ੍ਹੀ ਦੇ ਵਿਚਾਰ ਹੋਣਗੇ, ਜੋ ਵਿਸ਼ਵਾਸ ਹੋਣਗੇ, ਉਸਨੂੰ ਉਸਦੀ ਆਪਾਂ ਉਸਨੂੰ ਉਸਦਾ ਭਾਰ ਨਹੀਂ ਦੇਖਿਆ ਜਾ ਸਕਦਾ, ਜਾਂ ਇਹ ਕਹਿ ਸਕਦੇ ਹਾਂ ਕਿ ਉਹ ਇੰਨੀ ਤੇਜ਼ੀ ਨਾਲ ਉਸਦੇ ਵਿੱਚ ਬਦਲਾਵ ਨਹੀਂ ਆਉਂਦਾ, ਕਿਉਂਕਿ ਇੱਕ ਸਦੀ ਲੱਗ ਜਾਂਦੀ ਹੈ। ਉਦਾਹਰਨ ਦੇ ਤੌਰ ਤੇ ਜਾਤੀ ਪ੍ਰਥਾ ਹੀ ਕਿਉਂ ਨਾ ਲੈ ਲਈਏ ਜਾਂ ਸਤੀ ਪ੍ਰਥਾ ਲੈ ਲਈਏ, ਦਹੇਜ ਪ੍ਰਥਾ ਲੈ ਸਕਦੇ ਹਾਂ, ਬਾਲ ਵਿਆਹ ਲੈ ਸਕਦੇ ਹਾਂ, ਵਿਧਵਾ ਪੁਨਰ ਵਿਆਹ ਤੇ ਮਨਾਹੀ ਦੀ ਗੱਲ ਹੀ ਕਿਉਂ ਨਾ ਕਰ ਲਈਏ। ਸੋ ਇਹ ਸਾਰੀਆਂ ਅਜਿਹੀਆਂ ਉਦਾਹਰਨਾਂ ਹਨ ਜਿਸ ਤੋਂ ਇਹ ਪਤਾ ਲੱਗਦਾ ਹੈ ਕਿ ਇਹ ਸਾਰੀਆਂ ਭੌਤਿਕ ਚੀਜ਼ਾਂ ਹਨ, ਭੌਤਿਕ ਸੰਸਕ੍ਰਿਤੀ ਹੈ, ਸੱਭਿਆਚਾਰ ਹੈ, ਜਿਸ ਦੇ ਵਿੱਚ ਬਦਲਾਵ ਲਿਆਉਣਾ ਬਹੁਤ ਹੀ ਔਖਾ ਹੋ ਗਿਆ ਤੇ ਇਸ ਨੂੰ ਕਈ ਸਦੀਆਂ ਲੱਗ ਗਈਆਂ। ਹੁਣ ਇਸ ਦੇ ਵਿੱਚੋਂ ਇੱਕ ਉਦਾਹਰਨ ਮੈਂ ਇੱਥੇ ਚੱਕਾਂਗੀ, ਜਾਤੀ ਪ੍ਰਥਾ ਜਾਂ ਜਾਤੀ ਵਿਵਸਥਾ। ਸੋ ਜਾਤੀ ਵਿਵਸਥਾ ਕੀ ਸੀ? ਹਿੰਦੂ ਸਮਾਜ ਦੇ ਅਨੁਸਾਰ ਜਾਤ ਜਾਂ ਸਮਾਜ ਨੂੰ 4 ਜਾਤਾਂ ਦੇ ਵਿੱਚ ਵੰਡਿਆ ਹੋਇਆ ਸੀ, ਬ੍ਰਾਹਮਣ, ਖੱਤਰੀ, ਵੈਸ਼ ਅਤੇ ਸ਼ੂਦਰ। ਸੋ ਬ੍ਰਾਹਮਣਾਂ ਦਾ ਅਹੁਦਾ ਉੱਚਾ, ਜਿਸ ਨੂੰ ਫਸਟ ਕਲਾਸ ਦੇ ਵਿੱਚ ਦਿੱਤਾ ਗਿਆ ਸੀ, ਜਿਨ੍ਹਾਂ ਦਾ ਕੰਮ ਪਾਠ ਪੂਜਾ ਕਰਨਾ, ਲੋਕਾਂ ਨੂੰ ਗਿਆਨ ਵੰਡਣਾ।
ਦੂਸਰੇ ਦਰਜੇ ਤੇ ਖੱਤਰੀ ਜੋ ਯੋਧਾ ਹੁੰਦੇ ਸਨ, ਤੀਸਰੇ ਦਰਜੇ ਤੇ ਵੈਸ਼ ਜੋ ਵਪਾਰੀ ਹਨ, ਅਤੇ ਚੌਥੇ ਦਰਜੇ ਤੇ ਸ਼ੂਦਰ ਜਿਨ੍ਹਾਂ ਦਾ ਇੱਕੋ ਇੱਕ ਕੰਮ ਕਿ ਉੱਪਰ ਵਾਲੀਆਂ ਤਿੰਨ ਜਾਤਾਂ ਦੀ ਸੇਵਾ ਕਰਨਾ। ਬ੍ਰਾਹਮਣ, ਖੱਤਰੀ ਅਤੇ ਵੈਸ਼ ਦੀ ਸੇਵਾ ਕਰਨਾ ਹੀ ਸ਼ੂਦਰ ਦਾ ਕੰਮ ਹੁੰਦਾ ਸੀ ਅਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਜਾਂਦੀਆਂ ਸੀ ਹਿੰਦੂ ਸਮਾਜ ਦੇ ਅਨੁਸਾਰ। ਤੇ ਜਦੋਂ ਇਦਾਂ ਦੀਆਂ ਪਾਬੰਦੀਆਂ ਲਗਾਈਆਂ ਗਈਆਂ ਸੀ, ਸਮਾਜ ਦੇ ਵਿੱਚ ਜਾਤੀ ਵਿਵਸਥਾ ਫੈਲੀ ਹੋਈ ਸੀ, ਉਸ ਸਮੇਂ ਇਹ ਦੇਖਣ ਨੂੰ ਮਿਲਿਆ ਪੁਰਾਤਨ ਸਮਾਜ ਦੀ ਜੇ ਆਪਾਂ ਗੱਲ ਕਰੀਏ ਕਿ ਛੂਤ-ਛਾਤ ਜਾਂ ਭੇਦ-ਭਾਵ ਏਦਾਂ ਦੀਆਂ ਸਮੱਸਿਆਵਾਂ ਦਾ ਨਿਰਮਾਣ ਹੋਣਾ ਸ਼ੁਰੂ ਹੋਇਆ। ਏਦਾਂ ਦੀਆਂ ਸਮੱਸਿਆਵਾਂ ਸਮਾਜ ਦੇ ਵਿੱਚ ਦੇਖਣ ਨੂੰ ਮਿਲੀਆਂ, ਜਿਸ ਦੇ ਨਾਲ ਜੋ ਇੱਕ ਵਿਅਕਤੀ ਸੀ ਉਸਦਾ ਵਿਕਾਸ ਵੀ ਉੱਥੇ ਹੀ ਰੁਕ ਗਿਆ। ਜਦੋਂ ਇੱਕ ਵਿਅਕਤੀ ਦਾ ਵਿਕਾਸ ਰੁਕਿਆ, ਉੱਥੇ ਸਮਾਜ ਦਾ ਵਿਕਾਸ ਹੋਣਾ ਵੀ ਬੰਦ ਹੋ ਗਿਆ, ਕਿਉਂਕਿ ਜਦੋਂ ਸਮਾਜ ਦਾ ਵਿਕਾਸ ਨਹੀਂ ਹੋਏਗਾ, ਉੱਥੇ ਸੱਭਿਆਚਾਰ ਦੇ ਵਿੱਚ ਵੀ ਰੁਕਾਵਟ ਆਏਗੀ ਜਾਂ ਗਿਰਾਵਟ ਆਏਗੀ। ਅਤੇ ਜੋ ਸੱਭਿਅਤਾ ਹੈ, ਜੋ ਸਿਵਲਾਈਜੇਸ਼ਨ ਹੈ, ਉਹ ਇੱਕ ਮੂਰਤ ਰੂਪ ਦੇ ਵਿੱਚ ਹੈ ਅਤੇ ਉਹ ਛੇਤੀ ਉਹਦੇ ਵਿੱਚ ਤਬਦੀਲੀ ਆ ਜਾਂਦੀ ਹੈ। ਇਸ ਕਰਕੇ ਉਹਨੂੰ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਟ੍ਰਾਂਸਫਰ ਕੀਤਾ ਜਾਂਦਾ ਹੈ, ਬੜੀ ਆਸਾਨੀ ਦੇ ਨਾਲ ਸੰਚਾਰਿਤ ਕੀਤਾ ਜਾਂਦਾ ਹੈ, ਪਰ ਸੰਸਕ੍ਰਿਤੀ ਨੂੰ ਨਹੀਂ ਕੀਤਾ ਜਾ ਸਕਦਾ ਇੰਨੀ ਛੇਤੀ ਨਾਲ, ਕਿਉਂਕਿ ਸੰਸਕ੍ਰਿਤੀ ਦੇ ਵਿੱਚ ਅਭੌਤਿਕ ਵਸਤੂਆਂ ਸ਼ਾਮਿਲ ਹੁੰਦੀਆਂ। ਸੋ ਇਸ ਦੇ ਵਿੱਚ ਇਹ ਵੀ ਦੇਖਣ ਨੂੰ ਮਿਲਦਾ ਹੈ, ਜਿਵੇਂ ਮੈਂ ਜਾਤੀ ਪ੍ਰਥਾ ਦੀ ਗੱਲ ਕੀਤੀ ਸੀ, ਜੋ ਇਹ ਵਿਸ਼ਵਾਸ ਸੀ ਲੋਕਾਂ ਦੇ ਕਿ ਹਾਂ ਬ੍ਰਾਹਮਣ ਉੱਚੀ ਜਾਤ ਦੇ ਵਿੱਚ ਹਨ, ਇਸ ਕਰਕੇ ਉਹਨਾਂ ਨੂੰ ਸਾਰੀਆਂ ਸੁਵਿਧਾਵਾਂ ਦਿੱਤੀਆਂ ਜਾਣਗੀਆਂ, ਉਹਨਾਂ ਦਾ ਦਰਜਾ ਸਮਾਜ ਦੇ ਵਿੱਚ ਉੱਚਾ ਹੋਏਗਾ ਅਤੇ ਜੋ ਸ਼ੂਦਰ ਹੈ ਉਹਨਾਂ ਦਾ ਦਰਜਾ ਨੀਵਾਂ ਹੋਏਗਾ। ਸੋ ਇੱਦਾਂ ਦੇ ਵਿਸ਼ਵਾਸ, ਲੋਕਾਂ ਦੀ ਇੱਦਾਂ ਦੀ ਰਾਏ, ਇਹ ਸਾਰੀਆਂ ਚੀਜ਼ਾਂ ਅੱਗੇ ਪੀੜ੍ਹੀ ਦਰ ਪੀੜ੍ਹੀ ਇੱਦਾਂ ਹੀ ਚੱਲਦੀਆਂ ਗਈਆਂ, ਪਰ ਇਸ ਨੂੰ ਖਤਮ ਹੋਣ ਲਈ, ਇਸ ਦੇ ਵਿੱਚ ਬਦਲਾਵ ਲਿਆਉਣ ਲਈ, ਇਸ ਦੇ ਵਿੱਚ ਸੁਧਾਰ ਲਿਆਉਣ ਵਾਸਤੇ ਕਾਫੀ ਸਮਾਂ ਲੱਗ ਗਿਆ। ਕਈ ਸਦੀਆਂ ਲੱਗ ਗਈਆਂ, 50 ਸਾਲ ਕਹਿ ਸਕਦੇ ਹਾਂ, ਉਹ ਲੱਗ ਗਏ ਹਨ। ਇਸ ਕਰਕੇ ਜੋ ਅਭੌਤਿਕ ਸੰਸਕ੍ਰਿਤੀ ਹੈ, ਜਿਸ ਦੇ ਵਿੱਚ ਲੋਕਾਂ ਦੇ ਵਿਚਾਰ, ਵਿਸ਼ਵਾਸ, ਕਦਰਾਂ ਕੀਮਤਾਂ, ਪਰੰਪਰਾਵਾਂ, ਰੀਤੀ ਰਿਵਾਜ, ਇਹ ਸਾਰੀਆਂ ਚੀਜ਼ਾਂ ਲੋਕਾਂ ਨੇ ਹੌਲੀ ਹੌਲੀ ਅਪਣਾਈਆਂ। ਅਰਥਾਤ ਇਹ ਸਾਰੀ ਚੀਜ਼ਾਂ ਦੇ ਵਿੱਚ ਜਦੋਂ ਬਦਲਾਵ ਹੋਣਾ ਸ਼ੁਰੂ ਹੋਇਆ, ਤਦ ਉਸ ਬਦਲਾਵ ਨੂੰ ਲੋਕਾਂ ਨੇ ਸਵੀਕਾਰ ਕਰਨ ਤੋਂ ਮਨਾ ਵੀ ਕਰਤਾ ਤੇ ਕੁਝ ਹੱਦ ਤੱਕ ਸਵੀਕਾਰ ਕਰਨਾ, ਉਸਨੂੰ ਅਪਣਾਇਆ ਨਹੀਂ ਤੇ ਥੋੜਾ ਥੋੜਾ ਸਵੀਕਾਰ ਕਰਨਾ ਸ਼ੁਰੂ ਕੀਤਾ। ਕਿਉਂਕਿ ਜਦੋਂ ਵਿਅਕਤੀ ਅਨਪੜ੍ਹ ਸੀ, ਜਦੋਂ ਸਧਾਰਨ ਸਮਾਜ ਸੀ, ਤਦੋਂ ਉਹ ਸਮਾਜ ਦੇ ਵਿੱਚ, ਜਿਸ ਨੂੰ ਪ੍ਰਿਮਿਟਿਵ ਸੁਸਾਇਟੀ ਦਾ ਨਾਮ ਵੀ ਦਿੱਤਾ ਜਾਂਦਾ ਹੈ, ਸੋ ਉਸ ਸਮਾਜ ਦੇ ਵਿੱਚ ਲੋਕਾਂ ਦੇ ਉੱਤੇ ਧਰਮ ਦਾ ਅਤੇ ਜਾਤੀ ਦਾ ਬਹੁਤ ਹੀ ਬੋਲਬਾਲਾ ਸੀ। ਜਾਤੀ ਦਾ ਪ੍ਰਭਾਵ ਬਹੁਤ ਲੋਕਾਂ ਦੀ ਜ਼ਿੰਦਗੀ ਉੱਤੇ ਸੀ ਅਤੇ ਲੋਕਾਂ ਨੇ ਆਪਣੀ ਜ਼ਿੰਦਗੀ ਨੂੰ, ਆਪਣੇ ਸਮਾਜ ਨੂੰ ਜਾਤੀ ਦੇ ਆਧਾਰ ਦੇ ਉੱਤੇ ਹੀ ਰੱਖਿਆ ਹੋਇਆ ਸੀ ਤੇ ਆਪਣੇ ਸਮਾਜ ਦੇ ਵਿੱਚ ਆਪਣੇ ਆਪ ਨੂੰ ਉਹ ਸਾਰੀ ਚੀਜ਼ਾਂ ਦੇ ਪ੍ਰਭਾਵ ਦੇ ਅਧੀਨ ਲਿਆ ਕੇ ਹੀ ਸਮਾਜ ਦੇ ਵਿੱਚੋਂ ਲੋਕਾਂ ਨਾਲ ਵਿਚਰਦੇ ਸੀ। ਜਿਵੇਂ ਛੂਤ-ਛਾਤ ਦੀ ਸਮੱਸਿਆ ਦੀ ਗੱਲ ਮੈਂ ਇੱਥੇ ਕੀਤੀ ਸੀ, ਸਤੀ ਪ੍ਰਥਾ ਦੀ ਗੱਲ ਕੀਤੀ ਸੀ ਕਿ ਪਤੀ ਦੇ ਗੁਜ਼ਰ ਜਾਣ ਤੇ ਪਤੀ ਦੀ ਚਿਤਾ ਦੇ ਨਾਲ ਹੀ ਪਤਨੀ ਨੂੰ ਜ਼ਿੰਦਾ ਜਲਾ ਦਿੱਤਾ ਜਾਂਦਾ ਸੀ, ਜੋ ਇੱਕ ਤਰ੍ਹਾਂ ਦੀ ਪ੍ਰਥਾ ਸੀ ਪੁਰਾਤਨ ਸਮਾਜ ਦੇ ਵਿੱਚ, ਪੁਰਾਣੇ ਜ਼ਮਾਨੇ ਦੇ ਵਿੱਚ। ਜਿਵੇਂ ਜਿਵੇਂ ਵਿੱਦਿਆ ਦਾ ਪ੍ਰਸਾਰ ਹੋਣਾ ਸ਼ੁਰੂ ਹੋਇਆ, ਜਿਵੇਂ ਜਿਵੇਂ ਸਮਾਜ ਦੇ ਵਿੱਚ ਲੋਕਾਂ ਨੇ ਤਰੱਕੀ ਕਰਨੀ ਸ਼ੁਰੂ ਕੀਤੀ, ਲੋਕਾਂ ਦੇ ਵਿਚਾਰਾਂ ਦੇ ਵਿੱਚ ਪਰਿਵਰਤਨ ਆਉਣਾ ਸ਼ੁਰੂ ਹੋਇਆ। ਔਰ ਇਹ ਵਿਚਾਰਾਂ 'ਚ ਪਰਿਵਰਤਨ ਇਸ ਢੰਗ ਨਾਲ ਨਹੀਂ ਆਇਆ ਕਿ ਰਾਤੋਂ ਰਾਤ ਕਿਸੇ ਨੇ ਕੋਈ ਗਿਆਨ ਦਿੱਤਾ ਜਾਂ ਕੋਈ ਚੀਜ਼ ਦੱਸੀ ਤਾਂ ਲੋਕਾਂ ਨੇ ਸਵੇਰੇ ਉੱਠਦੇ ਸਾਰ ਹੀ ਉਹ ਚੀਜ਼ 'ਚ ਪਰਿਵਰਤਨ ਲਿਆਂਦਾ। ਇਹ ਚੀਜ਼ ਬਿਲਕੁਲ ਵੀ ਨਹੀਂ ਸੀ। ਕਿਉਂ? ਕਿਉਂਕਿ ਲੋਕਾਂ ਦੇ ਵਿਚਾਰ, ਉਹਨਾਂ ਦੇ ਵਿਸ਼ਵਾਸ ਇੰਨੇ ਜ਼ਿਆਦਾ ਕੱਟੜ ਸੀ, ਇੰਨੇ ਜ਼ਿਆਦਾ ਪ੍ਰਭਾਵਿਤ ਸੀ ਉਹ, ਕਿ ਉਹਨਾਂ ਨੇ ਆਪਣੇ ਵਿਚਾਰਾਂ ਦੇ ਵਿੱਚ ਇੰਨੀ ਤੇਜ਼ੀ ਨਾਲ ਤਬਦੀਲੀ ਲਿਆਉਣਾ ਸਵੀਕਾਰ ਨਹੀਂ ਕੀਤਾ। ਤੇ ਜਦੋਂ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਸਵੀਕਾਰ ਆਉਣਾ ਬੰਦ ਹੋ ਗਿਆ, ਜਾਂ ਫਿਰ ਸਵੀਕਾਰ ਦਾ ਜੋ ਗਤੀ ਸੀ ਉਹ ਢਿੱਲੀ ਪੈ ਗਈ, ਉਹ ਹੌਲੀ ਹੋ ਗਈ, ਉਹ ਸਾਰੀਆਂ ਚੀਜ਼ਾਂ ਸੰਸਕ੍ਰਿਤੀ ਜਾਂ ਸੱਭਿਆਚਾਰ ਦਾ ਹਿੱਸਾ ਬਣੀਆਂ। ਜਦੋਂ ਆਪਾਂ ਸੰਸਕ੍ਰਿਤੀ ਦੀ ਤੁਲਨਾ ਕਰਦੇ ਹਾਂ ਸੱਭਿਅਤਾ ਦੇ ਨਾਲ, ਕਿਉਂਕਿ ਸੱਭਿਅਤਾ ਦੇ ਵਿੱਚ ਹਰ ਇੱਕ ਚੀਜ਼ ਜੋ ਭੌਤਿਕ ਹੋਏਗੀ ਉਹੀ ਸ਼ਾਮਿਲ ਹੋਏਗੀ ਅਤੇ ਸੰਸਕ੍ਰਿਤੀ ਦੇ ਵਿੱਚ ਉਹ ਚੀਜ਼ਾਂ ਸ਼ਾਮਿਲ ਹੋਣਗੀਆਂ ਜੋ ਅਭੌਤਿਕ ਹੋਣਗੀਆਂ। ਲੋਕਾਂ ਦੀਆਂ ਪਰੰਪਰਾਵਾਂ, ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਦੇ ਵਿੱਚ ਵੀ ਜਦੋਂ ਪਰੰਪਰਾਵਾਂ, ਵਿਸ਼ਵਾਸ, ਲੋਕ ਰੀਤਾਂ ਨੂੰ ਟ੍ਰਾਂਸਫਰ ਕੀਤਾ ਜਾਂਦਾ ਹੈ, ਉਸ ਨੂੰ ਜਦੋਂ ਸੰਚਾਰਿਤ ਕੀਤਾ ਜਾਂਦਾ ਹੈ, ਤਾਂ ਉਸ ਦੇ ਵਿੱਚ ਵੀ ਕਈ ਬਦਲਾਵ ਦੇਖਣ ਨੂੰ ਮਿਲਦੇ। ਜਿਵੇਂ ਪਹਿਲਾਂ ਵੀ ਦੱਸਿਆ ਸੀ ਨਾ ਕਿ ਸੱਭਿਅਤਾ ਨੂੰ ਬਿਨਾਂ ਬਦਲਾਵ ਤੋਂ ਲਿਆ ਜਾ ਸਕਦਾ ਹੈ, ਪਰ ਸੱਭਿਆਚਾਰ ਨੂੰ ਨਹੀਂ। ਕਿਉਂਕਿ ਸੰਸਕ੍ਰਿਤੀ ਜਾਂ ਸੱਭਿਆਚਾਰ ਇੱਕ ਅਜਿਹੀ ਚੀਜ਼ ਹੈ ਕਿ ਜੋ ਇੱਕ ਵਿਅਕਤੀ ਦੇ ਪੂਰਵਜ ਜਾਂ ਉਸਦੇ ਮਾਤਾ ਪਿਤਾ ਉਸ ਵਿਅਕਤੀ ਨੂੰ ਸਿਖਾਉਂਦੇ ਹਨ,
ਕਿ ਕਿਸ ਢੰਗ ਨਾਲ ਵੱਡਿਆਂ ਦਾ ਆਦਰ ਕਰਨਾ ਹੈ, ਛੋਟਿਆਂ ਨੂੰ ਪਿਆਰ ਕਰਨਾ ਹੈ, ਜਾਂ ਕਿਸੇ ਵੀ ਦੇਵੀ ਦੇਵਤੇ ਦੀ ਪੂਜਾ ਕਿਸ ਢੰਗ ਨਾਲ ਕਰਨੀ ਹੈ, ਆਪਣੇ ਧਰਮ ਨੂੰ ਕਿਸ ਢੰਗ ਦੇ ਨਾਲ ਸਵੀਕਾਰ ਕਰਨਾ ਹੈ, ਉਹ ਸਾਰੀਆਂ ਚੀਜ਼ਾਂ ਦੇ ਵਿੱਚ ਬਦਲਾਵ ਆਉਣਾ ਸੁਭਾਵਿਕ ਹੈ, ਕਿਉਂਕਿ ਉਹ ਅਮੂਰਤ ਹਨ। ਉਹ ਇੱਕ ਮੂਰਤ ਰੂਪ ਦੇ ਵਿੱਚ ਨਹੀਂ ਹਨ ਕਿ ਇੱਕ ਵਿਅਕਤੀ ਚੱਕ ਕੇ ਉਸਨੂੰ ਦੂਸਰੇ ਵਿਅਕਤੀ ਨੂੰ ਏਦਾਂ ਹੀ ਸੌਂਪ ਦੇਗਾ ਬਿਨਾਂ ਬਦਲਾਵ। ਇਸ ਲਈ ਜੋ ਅਮੂਰਤ ਚੀਜ਼ਾਂ ਹੁੰਦੀਆਂ ਹਨ ਉਸ ਦੇ ਵਿੱਚ ਉਸ ਕਾਫੀ ਕੋਸ਼ਿਸ਼ਾਂ ਕਰਨ ਤੋਂ ਬਾਅਦ ਉਸ ਦੇ ਵਿੱਚ ਬਦਲਾਵ, ਥੋੜਾ ਬਹੁਤ ਬਦਲਾਵ ਦੇਖਣ ਨੂੰ ਮਿਲਦਾ ਹੈ, ਜਿਸ ਦੇ ਵਿੱਚ ਕਈ ਸਦੀਆਂ ਲੱਗ ਜਾਂਦੀਆਂ। ਬਦਲਾਵ ਤਾਂ ਦੇਖੋ ਲਾਜ਼ਮੀ ਹੈ, ਇਹ ਇੱਥੇ ਕਹਿਣਾ ਬਿਲਕੁਲ ਗਲਤ ਹੋਏਗਾ ਕਿ ਬਿਲਕੁਲ ਹੀ ਬਦਲਾਵ ਨਹੀਂ ਦੇਖਣ ਨੂੰ ਮਿਲਦਾ, ਜਾਂ ਸਿਰਫ ਸਭਿਅਤਾ ਦੇ ਵਿੱਚ ਹੀ ਬਦਲਾਵ ਹੁੰਦਾ ਹੈ, ਸੰਸਕ੍ਰਿਤੀ ਦੇ ਵਿੱਚ ਹੁੰਦਾ ਹੀ ਨਹੀਂ। ਬਦਲਾਵ, ਜਿਵੇਂ ਪਹਿਲਾਂ ਵੀ ਕਿਹਾ ਸੀ, ਕਿ ਕੁਦਰਤ ਦਾ ਇੱਕ ਨਿਯਮ ਹੈ। ਸੋ ਜਦੋਂ ਸੰਸਕ੍ਰਿਤੀ ਦੇ ਵਿੱਚ ਪਰਿਵਰਤਨ ਜਾਂ ਜਦੋਂ ਸਮਾਜ ਦੇ ਵਿੱਚ ਹੀ ਪਰਿਵਰਤਨ ਆਉਣਾ ਸ਼ੁਰੂ ਹੋ ਜਾਂਦਾ ਹੈ, ਤਾਂ ਲੋਕ ਜਾਂ ਮਨੁੱਖ ਆਪਣੇ ਆਪ ਨੂੰ ਸਮਾਜ ਦੇ ਵਿੱਚ ਜਦੋਂ ਵਿਚਰਦੇ ਹਨ ਤਾਂ ਉਹ ਆਪਣੇ ਆਪ ਦੇ ਵਿੱਚ ਕੁਝ ਪਰਿਵਰਤਨ ਚੇਤਨ ਰੂਪ ਦੇ ਵਿੱਚ ਦੇਖਦੇ ਹਨ ਅਤੇ ਕੁਝ ਅਚੇਤਨ ਰੂਪ ਦੇ ਵਿੱਚ। ਜਦੋਂ ਵਿਅਕਤੀ ਅੱਗੇ ਹੋ ਕੇ ਆਪਣੇ ਆਪ ਦੇ ਵਿੱਚ ਪਰਿਵਰਤਨ ਲਿਆਉਂਦਾ ਹੈ, ਤਦੋਂ ਉਹ ਪੁਰਾਣੀਆਂ ਚੀਜ਼ਾਂ ਨੂੰ ਛੱਡ ਕੇ, ਪੁਰਾਣੀਆਂ ਵਸਤੂਆਂ ਨੂੰ ਛੱਡ ਕੇ ਨਵੀਆਂ ਵਸਤੂਆਂ ਸਵੀਕਾਰ ਕਰਦਾ ਹੈ ਜਾਂ ਅਪਣਾਉਂਦਾ ਹੈ। ਹੁਣ ਨਵੀਆਂ ਵਸਤੂਆਂ ਨੂੰ ਅਪਣਾਉਣ ਦਾ ਇੱਥੇ ਅਰਥ ਇਹ ਹੈ ਕਿ ਕੋਈ ਵੀ ਤਕਨੀਕ, ਕੋਈ ਕਾਰ ਗੱਡੀ ਹੋ ਸਕਦੀ ਹੈ, ਕੋਈ ਮਸ਼ੀਨ ਹੋ ਸਕਦੀ ਹੈ, ਕੋਈ ਵੀ ਇੱਦਾਂ ਦਾ ਔਜ਼ਾਰ ਹੋ ਸਕਦਾ ਹੈ ਖੇਤੀ ਕਰਨ ਵਾਸਤੇ, ਜਾਂ ਕੋਈ ਵੀ ਆਵਾਜਾਈ ਦਾ ਸਾਧਨ ਹੋ ਸਕਦਾ ਹੈ, ਜਾਂ ਇਸ ਤੋਂ ਇਲਾਵਾ ਸੰਚਾਰ ਦਾ ਸਾਧਨ ਵੀ, ਜਿਵੇਂ ਇੰਟਰਨੈਟ ਫੈਸਿਲਿਟੀ ਦੇਖਣ ਨੂੰ ਮਿਲੀ ਹੈ। ਜੋ ਜਟਲ ਸਮਾਜ ਹੈ ਆਪਣਾ, 21ਵੀਂ ਸਦੀ ਹੈ, ਕੰਪਲੈਕਸ ਸੁਸਾਇਟੀ ਹੈ, ਜਾਂ ਆਧੁਨਿਕ ਸਮਾਜ ਦੇ ਵਿੱਚ ਕਈ ਫੈਕਟਰੀਆਂ, ਕਈ ਉਦਯੋਗ ਦੇਖਣ ਨੂੰ ਮਿਲੇ ਹਨ, ਇੰਡਸਟਰੀਜ਼ ਦੇਖਣ ਨੂੰ ਮਿਲੀਆਂ ਹਨ, ਜਿਸ ਦੇ ਨਾਲ ਵਿਅਕਤੀ ਨੇ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਦੇ ਵਿੱਚ ਜਦੋਂ ਉਹ ਚੀਜ਼ਾਂ ਨੂੰ ਟਰਾਂਸਫਰ ਕੀਤਾ, ਜਦੋਂ ਉਹ ਚੀਜ਼ਾਂ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਗਈਆਂ, ਤਾਂ ਬਿਨਾਂ ਇੱਕ ਬਦਲਾਵ ਤੋਂ ਟੈਕਨੋਲੋਜੀ ਨੂੰ ਅਸੈਪਟ ਕਰਨਾ ਸ਼ੁਰੂ ਕੀਤਾ। ਅਤੇ ਬੜਾ ਸੁਖਾਲਾ ਵੀ ਸੀ ਇੱਕ ਚੀਜ਼ ਨੂੰ, ਇੱਕ ਭੌਤਿਕ ਚੀਜ਼ ਨੂੰ ਦੂਸਰੀ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਸੌਂਪਣਾ। ਪਰ ਜਦੋਂ ਗੱਲ ਹੁੰਦੀ ਹੈ ਵਿਚਾਰਾਂ ਦੀ, ਵਿਸ਼ਵਾਸ ਦੀ, ਜਦੋਂ ਗੱਲ ਹੁੰਦੀ ਹੈ ਧਰਮ ਦੀ, ਧਰਮ ਦੇ ਧਰਮ ਦੇ ਵਿੱਚ ਵਿਚਾਰਾਂ ਦੀ, ਰੀਤੀ ਰਿਵਾਜ ਦੀ, ਆਦਰਸ਼ਾਂ ਦੀ, ਮਾਪਦੰਡ ਦੀ, ਕਦਰਾਂ ਕੀਮਤਾਂ ਦੀ, ਸੋ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਪਰਿਵਰਤਨ ਬਹੁਤ ਔਖਾ ਹੁੰਦਾ ਹੈ, ਕਿਉਂਕਿ ਹਰ ਇੱਕ ਵਿਅਕਤੀ ਦੂਸਰੇ ਨਾਲੋਂ ਵੱਖ ਹੁੰਦਾ ਹੈ, ਹਰ ਇੱਕ ਵਿਅਕਤੀ ਦੇ ਵਿਚਾਰ ਵੀ ਦੂਸਰੇ ਨਾਲੋਂ ਵੱਖ ਹੁੰਦੇ ਹਨ। ਜਦੋਂ ਵੱਖ-ਵੱਖ ਵਿਚਾਰਾਂ ਵਾਲੇ ਲੋਕ, ਅਲੱਗ-ਅਲੱਗ ਸ਼ਖਸੀਅਤਾਂ ਵਾਲੇ ਲੋਕ, ਉਹਨਾਂ ਦੀ ਵੱਖ-ਵੱਖ ਪਰਸਨੈਲਿਟੀ ਹੁੰਦੀ ਹੈ, ਜਦੋਂ ਵੱਖ-ਵੱਖ ਲੋਕ ਅਲੱਗ-ਅਲੱਗ ਸ਼ਖਸੀਅਤਾਂ ਦੇ ਹੋਣਗੇ, ਤਦੋਂ ਉਹਨਾਂ ਦੇ ਵਿੱਚ ਇੱਕ ਦੂਜੇ ਨਾਲੋਂ ਉਹ ਵੱਖਰੇ ਹੋਣਗੇ, ਤੇ ਜਦੋਂ ਵੱਖਰੇ ਹੋਣ ਦੇ ਨਾਲ-ਨਾਲ ਉਹ ਇਕਜੁੱਟ ਹੋ ਕੇ ਸਮਾਜ ਦੇ ਵਿੱਚ ਵਿਚਰਨਗੇ, ਤਦ ਸਮਾਜ ਦਾ ਨਿਰਮਾਣ ਹੋਏਗਾ। ਅਤੇ ਵਖਰੇਵਾਂ ਹੋਣ ਦੇ ਨਾਲ-ਨਾਲ ਉਹ ਇੱਕ ਦੂਜੇ ਦੇ ਆਦਰਸ਼ਾਂ ਨੂੰ, ਇੱਕ ਦੂਜੇ ਦੇ ਵਿਵਹਾਰ ਨੂੰ ਇੰਨੀ ਛੇਤੀ ਅਪਣਾ ਨਹੀਂ ਸਕਦੇ, ਕਿਉਂਕਿ ਇੱਕ ਵਿਅਕਤੀ ਦੂਜੇ ਦੇ ਵਿਵਹਾਰ ਨੂੰ ਇੰਨੀ ਜਲਦੀ ਨਹੀਂ ਅਪਣਾ ਸਕਦਾ, ਕਿਉਂਕਿ ਹਰ ਇੱਕ ਵਿਅਕਤੀ ਦਾ ਆਪਣਾ ਅਲੱਗ ਤੋਂ ਉਹਦੀ ਸ਼ਖਸੀਅਤ ਹੋਏਗੀ, ਉਹ ਹਰ ਇੱਕ ਚੀਜ਼ ਨੂੰ ਆਪਣੇ ਨਜ਼ਰੀਏ ਨਾਲ ਦੇਖੇਗਾ, ਉਸਦਾ ਜੋ ਦ੍ਰਿਸ਼ਟੀਕੋਣ ਹੈ ਉਹ ਵੱਖਰਾ ਹੋਏਗਾ। ਭਾਵੇਂ ਦੋ ਕੋਈ ਟਵਿਨਸ ਹੈ, ਜੋੜੇ ਹਨ, ਜੋ ਸਕੇ ਭੈਣ ਭਰਾ ਹਨ, ਉਹਨਾਂ ਦੋਨਾਂ ਦਾ ਸਮਾਜ ਨੂੰ ਦੇਖਣ ਦਾ ਦ੍ਰਿਸ਼ਟੀਕੋਣ ਸਮਾਨ ਨਹੀਂ ਹੋਏਗਾ, ਸੇਮ ਨਹੀਂ ਹੋਏਗਾ। ਭਾਵੇਂ ਉਹ ਇੱਕ ਸਮੇਂ ਦੇ ਉੱਤੇ ਇੱਕ ਮਾਂ ਦੀ ਕੁੱਖ ਤੋਂ ਪੈਦਾ ਹੋਏ ਹਨ, ਪਰ ਫਿਰ ਵੀ ਉਹਨਾਂ ਦਾ ਦ੍ਰਿਸ਼ਟੀਕੋਣ ਵੱਖੋ ਵੱਖਰਾ ਹੋਏਗਾ, ਉਹਨਾਂ ਦਾ ਸੁਭਾਅ ਬੱਚਿਆਂ ਦਾ ਵੱਖੋ ਵੱਖਰਾ ਹੋ ਸਕਦਾ ਹੈ। ਇਸ ਦੇ ਨਾਲ ਨਾਲ ਵਿਵਹਾਰ, ਉਹਨਾਂ ਦੀਆਂ ਜੋ ਭਾਵਨਾਵਾਂ ਹਨ, ਫੀਲਿੰਗਸ ਹਨ, ਉਹ ਵੱਖੋ ਵੱਖਰੀਆਂ ਹਨ। ਸੋ ਇਹ ਇੱਥੇ ਉਦਾਹਰਨ ਮੈਂ ਇਸ ਲਈ ਦਿੱਤੀ ਹੈ ਕਿ ਇਸ ਤੋਂ ਇਹ ਪਤਾ ਲੱਗਦਾ ਹੈ ਕਿ ਦੋ ਵੱਖ-ਵੱਖ ਲੋਕ ਜੋ ਸਮਾਜ ਦਾ ਹਿੱਸਾ ਹਨ, ਉਹਨਾਂ ਦੀਆਂ ਭਾਵਨਾਵਾਂ, ਉਹਨਾਂ ਦੀਆਂ ਕਦਰਾਂ ਕੀਮਤਾਂ, ਉਹਨਾਂ ਦੇ ਮਾਪਦੰਡ, ਇਹ ਸਭ ਕੁਝ ਵੱਖ-ਵੱਖ ਹੁੰਦੇ ਹਨ। ਇਸ ਕਰਕੇ ਜੋ ਸੱਭਿਆਚਾਰ ਹੈ ਜਾਂ ਸੰਸਕ੍ਰਿਤੀ ਹੈ, ਜਿਸ ਦਾ ਇੱਕ ਮਨੁੱਖ ਹਿੱਸਾ ਹੈ, ਜਾਂ ਉਹ ਸੰਸਕ੍ਰਿਤੀ ਮਨੁੱਖ ਦੇ ਜ਼ਿੰਦਗੀ ਦਾ ਹਿੱਸਾ, ਸਮਾਜ ਦਾ ਹਿੱਸਾ ਬਣ ਜਾਂਦੀ ਹੈ, ਉਸ ਦੇ ਵਿੱਚ ਪਰਿਵਰਤਨ ਬਹੁਤ ਤੇਜ਼ੀ ਨਾਲ ਨਹੀਂ ਹੁੰਦਾ, ਹੌਲੀ-ਹੌਲੀ ਹੁੰਦਾ ਹੈ। ਅਤੇ ਕਈ ਵਾਰ ਅਜਿਹਾ ਹੋ ਜਾਂਦਾ ਹੈ ਕਿ ਲੋਕ ਆਪਣੇ ਆਪ ਨੂੰ, ਆਪਣੇ ਵਿਵਹਾਰ ਨੂੰ, ਆਪਣੇ ਵਿਚਾਰਾਂ ਨੂੰ ਬਦਲਣਾ ਨਹੀਂ ਚਾਹੁੰਦੇ, ਅਤੇ ਇਹ ਸਾਰੇ ਵਿਚਾਰਾਂ ਨੂੰ ਬਦਲਣ ਲਈ ਵੀ ਕਾਫੀ ਸਮਾਂ ਲੱਗ ਜਾਂਦਾ ਹੈ।
ਸੋ ਸੱਭਿਅਤਾ ਬਿਨਾਂ ਕੋਸ਼ਿਸ਼ਾਂ ਦੇ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਪਾਸ ਕੀਤੀ ਜਾ ਸਕਦੀ ਹੈ, ਪਰ ਸੱਭਿਆਚਾਰ ਨਹੀਂ। ਕਿਉਂਕਿ ਸੱਭਿਅਤਾ ਦੇ ਵਿੱਚ ਕੀ ਹੈ, ਸੱਭਿਅਤਾ ਇੱਕ ਮਟੀਰੀਅਲ ਫਾਰਮ ਦੇ ਵਿੱਚ ਹੈ। ਇੱਕ ਵਿਅਕਤੀ ਨੂੰ ਉਸਦੇ ਪੂਰਵਜਾਂ ਨੇ ਕੋਈ ਗਹਿਣਾ ਦਿੱਤਾ, ਕੋਈ ਕੱਪੜਾ ਦਿੱਤਾ ਜਾਂ ਕੋਈ ਅਜਿਹਾ ਸੰਦ ਦਿੱਤਾ ਹੈ ਜਿਸ ਨੂੰ ਉਹ ਆਬਜੈਕਟ ਫਾਰਮ ਦੇ ਵਿੱਚ ਹੈ ਅਤੇ ਉਸ ਨੂੰ ਸੰਭਾਲ ਕੇ ਰੱਖਿਆ ਹੋਇਆ। ਉਹ ਵਿਅਕਤੀ ਬਿਨਾਂ ਕਿਸੇ ਕੋਸ਼ਿਸ਼ ਤੋਂ ਉਹ ਚੀਜ਼ ਚੱਕੇਗਾ ਤੇ ਆਪਣੀ ਨਵੀਂ ਪੀੜ੍ਹੀ ਨੂੰ ਦੇ ਦੇਗਾ। ਉਦਾਹਰਨ ਦੇ ਤੌਰ ਤੇ ਕੋਈ ਗਹਿਣਾ, ਪੁਸ਼ਤੈਨੀ ਹਾਰ ਇੱਕ ਪੂਰਵਜਾਂ ਵੱਲੋਂ ਵਿਆਹ ਸ਼ਾਦੀ ਦੇ ਮੌਕੇ ਤੇ ਨਵੀਂ ਵਿਆਹੀ ਨੂੰਹ ਨੂੰ ਦਿੱਤਾ ਜਾਂਦਾ ਹੈ। ਜਦੋਂ ਉਹ ਨੂੰ ਆਪਣੇ ਪੁੱਤ ਨੂੰ ਵਿਆਹੁੰਦੀ ਹੈ, ਤਦੋਂ ਉਹ ਚੀਜ਼ ਜਾਂ ਸੇਮ ਉਹੀ ਕਹਿ ਸਕਦੇ ਹਾਂ ਕਿ ਪੁਸ਼ਤੈਨੀ ਹਾਰ ਚੱਕ ਕੇ ਆਪਣੇ ਪੁੱਤ ਦੀ ਵਹੁਟੀ ਨੂੰ ਦੇ ਦਿੰਦੀ ਹੈ। ਸੋ ਬਿਨਾਂ ਕਿਸੇ ਕੋਸ਼ਿਸ਼ ਤੋਂ ਇਹ ਕੀ ਕੀਤਾ ਗਿਆ, ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਇਸ ਨੂੰ ਸੌਂਪ ਦਿੱਤਾ ਗਿਆ, ਇਸ ਨੂੰ ਪਾਸ ਕਰ ਦਿੱਤਾ ਗਿਆ। ਪਰ ਜੋ ਇੱਥੇ ਸੱਭਿਆਚਾਰ ਹੈ, ਜੋ ਸੰਸਕ੍ਰਿਤੀ ਹੈ, ਇਹ ਬਿਨਾਂ ਕੋਸ਼ਿਸ਼ ਤੋਂ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਦੇ ਵਿੱਚ ਸੰਚਾਰ ਨਹੀਂ ਕੀਤੀ ਜਾਂਦੀ। ਕਿਵੇਂ ਨਹੀਂ ਕੀਤੀ ਜਾ ਸਕਦੀ? ਜੇ ਕੋਈ ਰੀਤੀ ਰਿਵਾਜ, ਕੋਈ ਮਾਪਦੰਡ ਕਿਸੇ ਵਿਅਕਤੀ ਦੇ ਮਾਤਾ ਪਿਤਾ ਨੇ ਉਸਨੂੰ ਸਿਖਾਏ ਹਨ, ਸਮਝਾਏ ਹਨ, ਤੇ ਜਦੋਂ ਉਹ ਵਿਅਕਤੀ ਆਪਣੇ ਬੱਚਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸਦੇ ਵਿੱਚ ਕਿਤੇ ਨਾ ਕਿਤੇ ਫਰਕ ਆ ਜਾਂਦਾ ਹੈ। ਤਦ ਉਸਦੇ ਵਿੱਚ ਕਿਤੇ ਨਾ ਕਿਤੇ ਤਬਦੀਲੀ ਆਉਂਦੀ ਹੈ ਤੇ ਉਹ ਵਿਅਕਤੀ ਕੁਝ ਚੀਜ਼ਾਂ ਆਪਣੇ ਅਨੁਸਾਰ ਬਦਲ ਕੇ ਆਪਣੇ ਬੱਚੇ ਨੂੰ ਸਿਖਾਏਗਾ, ਕੁਝ ਚੀਜ਼ਾਂ ਆਪਣੀ ਸਮਝ ਦੇ ਅਨੁਸਾਰ ਆਪਣੇ ਬੱਚੇ ਨੂੰ ਹਾਲਾਤ ਦੇ ਅਨੁਸਾਰ, ਸਮਾਜ ਦੇ ਅਨੁਸਾਰ ਸਿਖਾਏਗਾ। ਇਸ ਕਰਕੇ ਉਸ ਦੇ ਵਿੱਚ ਕੋਸ਼ਿਸ਼ ਲੱਗਦੀ ਹੈ। ਇੱਕ ਵਿਅਕਤੀ ਕੋਸ਼ਿਸ਼ ਦੇ ਨਾਲ ਹੀ ਜਾਂ ਬੜੇ ਸੰਘਰਸ਼ ਦੇ ਨਾਲ ਆਪਣੀ ਨਵੀਂ ਪੀੜ੍ਹੀ ਨੂੰ, ਆਉਣ ਵਾਲੀ ਪੀੜ੍ਹੀ ਨੂੰ ਉਹ ਚੀਜ਼ਾਂ ਸਿਖਾਉਂਦਾ ਹੈ। ਇਸ ਕਰਕੇ ਸੱਭਿਅਤਾ ਬਿਨਾਂ ਕੋਸ਼ਿਸ਼ ਦੇ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਪਹੁੰਚਾ ਦਿੱਤੀ ਜਾਂਦੀ ਹੈ। ਕਿਉਂਕਿ ਸੱਭਿਅਤਾ ਵਿੱਚ ਉਹ ਸਾਰੀਆਂ ਚੀਜ਼ਾਂ ਆਉਂਦੀਆਂ ਹਨ ਜਿਨ੍ਹਾਂ ਦਾ ਵਿਅਕਤੀ ਵੱਲੋਂ ਉਪਯੋਗ ਕੀਤਾ ਜਾਂਦਾ ਹੈ, ਜਿਸ ਨੂੰ ਯੂਜ਼ ਕੀਤਾ ਜਾਂਦਾ ਹੈ। ਕਿਉਂਕਿ ਇਹਨਾਂ ਦਾ ਸੰਬੰਧ ਵਿਅਕਤੀ ਦੇ ਬਾਹਰੀ ਜੀਵਨ ਦੇ ਨਾਲ ਹੁੰਦਾ ਹੈ। ਅੰਦਰੂਨੀ ਜੀਵਨ, ਜੋ ਚੀਜ਼ਾਂ ਇੱਕ ਵਿਅਕਤੀ ਸੋਚਦਾ ਹੈ, ਉਹਦੇ ਵਿਚਾਰ ਹਨ, ਅਤੇ ਬਾਹਰੀ ਜੋ ਚੀਜ਼ਾਂ ਭੌਤਿਕ ਵਸਤੂਆਂ ਜੋ ਇੱਕ ਵਿਅਕਤੀ ਉਪਯੋਗ ਕਰਦਾ ਹੈ, ਉਪਭੋਗ ਕਰਦਾ ਹੈ। ਇਸ ਲਈ ਇਸ ਨੂੰ ਅਗਲੀ ਪੀੜ੍ਹੀ ਜਾਂ ਕਿਸੇ ਹੋਰ ਦੇਸ਼ ਨੂੰ ਦੇਣ ਲਈ ਕਿਸੇ ਕੋਸ਼ਿਸ਼ ਦੀ ਲੋੜ ਨਹੀਂ ਪੈਂਦੀ। ਪਰ ਜੋ ਸੰਸਕ੍ਰਿਤੀ ਹੈ ਇਹ ਬਿਲਕੁਲ ਸੱਭਿਅਤਾ ਦੇ ਉਲਟ ਹੈ। ਸੰਸਕ੍ਰਿਤੀ ਦਾ ਸੰਬੰਧ ਉਹਨਾਂ ਸਾਰੀਆਂ ਚੀਜ਼ਾਂ ਤੋਂ ਹੈ ਜੋ ਸਾਡੇ ਅੰਦਰ ਹਨ, ਜਿਨ੍ਹਾਂ ਨੂੰ ਕੋਈ ਵੇਖ ਨਹੀਂ ਸਕਦਾ, ਕੋਈ ਹੱਥ ਲਾ ਕੇ ਛੂ ਨਹੀਂ ਸਕਦਾ, ਜਿਸ ਨੂੰ ਸਿਰਫ ਮਹਿਸੂਸ ਕੀਤਾ ਜਾ ਸਕਦਾ। ਸੋ ਇਹਨਾਂ ਨੂੰ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਨਾ ਪਹੁੰਚਾਇਆ ਜਾਵੇ ਤਾਂ ਇਹ ਵਿਅਕਤੀ ਤੱਕ ਹੀ ਸੀਮਿਤ ਹੋ ਜਾਂਦੀਆਂ ਹਨ ਜਾਂ ਇਹ ਵਿਅਕਤੀ ਤੱਕ ਹੀ ਖਤਮ ਹੋ ਜਾਂਦੀਆਂ ਹਨ। ਇਸ ਲਈ ਇਹਨਾਂ ਨੂੰ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਪਹੁੰਚਾਉਣ ਵਾਸਤੇ ਖਾਸ ਯਤਨਾਂ ਦੀ ਲੋੜ ਪੈਂਦੀ ਹੈ, ਖਾਸ ਕੋਸ਼ਿਸ਼ਾਂ ਦੀ ਲੋੜ ਪੈਂਦੀ ਹੈ। ਕਿਉਂਕਿ ਇੱਕ ਜਦੋਂ ਵਿਅਕਤੀ ਆਪਣੇ ਸੱਭਿਆਚਾਰ ਨੂੰ ਦੂਜੇ ਪੀੜ੍ਹੀ ਤੱਕ ਪਹੁੰਚਾਉਂਦਾ ਹੈ ਤਦ ਉਸਨੂੰ ਕਾਫੀ ਯਤਨ ਕਰਨਾ ਪੈਂਦਾ ਹੈ। ਸੱਭਿਅਤਾ ਤਾਂ ਬਗੈਰ ਕਿਸੇ ਕੋਸ਼ਿਸ਼ ਦੇ ਅਪਣਾਈ ਜਾ ਸਕਦੀ ਹੈ, ਕੋਈ ਭੌਤਿਕ ਵਸਤੂ ਨੂੰ ਅਪਣਾਇਆ ਜਾ ਸਕਦਾ ਹੈ, ਪਰ ਸੰਸਕ੍ਰਿਤੀ ਨੂੰ ਇਸੇ ਤਰ੍ਹਾਂ ਅਪਣਾਇਆ ਨਹੀਂ ਜਾ ਸਕਦਾ। ਉਸ ਨੂੰ ਅਪਣਾਉਣ ਵਾਸਤੇ ਜਾਂ ਇੱਕ ਪੀੜ੍ਹੀ ਦੂਜੀ ਪੀੜ੍ਹੀ ਨੂੰ ਉਹ ਚੀਜ਼ਾਂ ਜਦੋਂ ਸਿਖਾਉਂਦੀ ਹੈ ਤਾਂ ਕਾਫੀ ਹੱਦ ਤੱਕ ਕੋਸ਼ਿਸ਼ ਕਰਨੀ ਪੈਂਦੀ ਹੈ, ਜਿਸ ਦੇ ਨਾਲ ਨਵੀਂ ਪੀੜ੍ਹੀ ਉਹ ਚੀਜ਼ਾਂ ਨੂੰ ਸਿੱਖਦੀ। ਅੱਗੇ ਚੱਲਾਂਗੇ। ਸੱਭਿਅਤਾ ਦੇ ਬਿਨਾਂ ਬਦਲਾਵ ਦੇ ਉਧਾਰ ਲਿਆ, ਪਰ ਸੱਭਿਆਚਾਰ ਨਹੀਂ। ਸੱਭਿਅਤਾ ਬਗੈਰ ਹਾਨੀ ਦੇ ਗ੍ਰਹਿਣ ਕੀਤੀ ਜਾ ਸਕਦੀ ਹੈ, ਪਰ ਸੰਸਕ੍ਰਿਤੀ ਨਹੀਂ। ਕਿਉਂਕਿ ਜੋ ਸੱਭਿਅਤਾ ਹੈ ਜੋ ਇੱਕ ਮਟੀਰੀਅਲ ਫਾਰਮ ਦੇ ਵਿੱਚ ਹੈ, ਉਹ ਬਿਨਾਂ ਕਿਸੇ ਨੁਕਸਾਨ ਤੋਂ ਚੀਜ਼ ਨੂੰ ਗ੍ਰਹਿਣ ਕਰ ਲੈਂਦੇ ਹਨ। ਲੇਕਿਨ ਲੋਕਾਂ ਦੇ ਜੋ ਵਿਚਾਰ ਹੁੰਦੇ ਹਨ, ਜੋ ਉਹਨਾਂ ਦੇ ਵਿਸ਼ਵਾਸ ਹੁੰਦੇ ਹਨ, ਉਸ ਦੇ ਵਿੱਚ ਕੁਝ ਇੱਦਾਂ ਦਾ ਖਾਮੀਆਂ ਆ ਜਾਂਦੀਆਂ ਹਨ ਜੋ ਕਿ ਇੱਕ ਵਿਅਕਤੀ ਸਹੀ ਢੰਗ ਨਾਲ ਉਸਨੂੰ ਗ੍ਰਹਿਣ ਨਹੀਂ ਕਰ ਪਾਉਂਦਾ। ਇਸ ਨੂੰ ਹੋਰ ਥੋੜਾ ਜਿਹਾ ਸਰਲ ਦੱਸਦੇ ਹੋਏ ਮੈਂ ਇੱਥੇ ਵਰਣਨ ਕਰਨਾ ਚਾਹਾਂਗੀ ਕਿ ਸੱਭਿਅਤਾ ਦੇ ਕਾਰਨ ਹੀ ਸੰਚਾਰ ਸਾਧਨ ਦੇ ਵਿੱਚ ਵਿਕਾਸ ਆਉਣਾ ਸ਼ੁਰੂ ਹੋਇਆ ਹੈ, ਜਿਸ ਕਰਕੇ ਸੱਭਿਅਤਾ ਦੇ ਸੰਦ ਸਾਰੇ ਸੰਸਾਰ ਦੇ ਵਿੱਚ ਫੈਲ ਜਾਂਦੇ ਹਨ। ਸੱਭਿਅਤਾ ਦੇ ਸੰਦ ਦੇ ਅਰਥਾਤ ਇੱਥੇ ਇਹ ਹੈ ਕਿ ਜੋ ਐਲੀਮੈਂਟਸ ਹਨ ਸਿਵਲਾਈਜੇਸ਼ਨ ਦੇ, ਜੋ ਇੱਕ ਕਲਚਰ ਦੇ ਐਲੀਮੈਂਟਸ ਵਜੋਂ ਵੀ ਆਪਾਂ ਜਾਣਿਆ ਜਾਂਦਾ ਹੈ, ਜਿਵੇਂ ਕੋਈ ਟੀਵੀ ਹੈ, ਫਿਲਮ ਹੈ, ਫ੍ਰਿਜ ਹੈ, ਰੇਡੀਓ ਹੈ,
ਸੋ ਕਿਸੇ ਇਸ ਮਤਲਬ ਕਿਸੇ ਨਾ ਕਿਸੇ ਢੰਗ ਦੇ ਨਾਲ ਇਹ ਸਾਰੇ ਪਾਸੇ ਕੀ ਹੈ ਫੈਲ ਜਾਂਦੇ ਹਨ। ਸੋ ਤਕਨੀਕੀ ਜੋ ਖੋਜਾਂ ਹਨ ਉਹ ਵੀ ਇੱਕ ਵਿਅਕਤੀ ਬੜੇ ਆਸਾਨੀ ਨਾਲ ਪ੍ਰਾਪਤ ਕਰ ਲੈਂਦਾ ਹੈ ਤੇ ਉਹ ਸਾਰਾ ਹੀ ਸੰਸਾਰ ਦੇ ਵਿੱਚ ਚੀਜ਼ਾਂ ਫੈਲ ਜਾਂਦੀਆਂ ਹਨ ਤੇ ਲੋਕਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਨਵੀਂ ਤਕਨੀਕ ਆਈ ਹੈ ਤੇ ਇਸ ਨੂੰ ਕਿਸ ਢੰਗ ਦੇ ਨਾਲ ਇਸ ਦਾ ਉਪਯੋਗ ਕਰਨਾ ਹੈ। ਤੇ ਇਹਨਾਂ ਖੋਜਾਂ ਦਾ ਇੱਕ ਦੂਜੇ ਨਾਲ ਆਦਾਨ ਪ੍ਰਦਾਨ ਵੀ ਹੋ ਜਾਂਦਾ ਹੈ। ਸਭਿਅਤਾ ਨੂੰ ਆਪਣੀਆਂ ਸਮਾਜਿਕ ਪ੍ਰਸਥਿਤੀਆਂ ਅਨੁਸਾਰ ਥੋੜਾ ਬਹੁਤ ਬਦਲਿਆ ਜਾਂ ਸੁਧਾਰਾ ਜਾ ਸਕਦਾ ਹੈ, ਪਰ ਸੰਸਕ੍ਰਿਤੀ ਦਾ ਪੂਰੀ ਤਰ੍ਹਾਂ ਤਿਆਗ ਨਹੀਂ ਕਰ ਸਕਦਾ। ਇਸੇ ਤਰ੍ਹਾਂ ਜੋ ਸਭਿਅਤਾ ਹੈ ਉਸ ਦਾ ਵਿਕਾਸ ਆਸਾਨੀ ਨਾਲ, ਛੇਤੀ ਨਾਲ ਜਾਂ ਚੰਗੇ ਬੁਰੇ ਦੀ ਚਿੰਤਾ ਤੋਂ ਬਗੈਰ, ਕਿਉਂਕਿ ਉਹ ਇੱਕ ਮਟੀਰੀਅਲ ਫਾਰਮ ਦੇ ਵਿੱਚ ਹੈ, ਇੱਕ ਭੌਤਿਕ ਵਸਤੂ ਦੇ ਰੂਪ ਦੇ ਵਿੱਚ ਹੀ ਹੈ, ਇਸ ਕਰਕੇ ਚੰਗੇ ਬੁਰੇ ਦੀ ਚਿੰਤਾ ਤੋਂ ਬਗੈਰ ਉਸਨੂੰ ਅਪਣਾ ਲਿਆ ਜਾਂਦਾ ਹੈ ਜਾਂ ਉਸ ਦੇ ਵਿੱਚ ਪਰਿਵਰਤਨ ਹੋ ਜਾਂਦਾ ਹੈ। ਪਰਿਵਰਤਨ ਹੋਣ ਦਾ ਅਰਥ ਹੈ ਕਿ ਉਸਨੂੰ ਬੜੀ ਆਸਾਨੀ ਦੇ ਨਾਲ ਲੈ ਲਿੱਤਾ ਜਾਂਦਾ ਹੈ। ਪਰ ਸੰਸਕ੍ਰਿਤੀ ਦੇ ਵਿੱਚ ਪਰਿਵਰਤਨ ਸੰਕੋਚ ਦੇ ਨਾਲ ਹੁੰਦਾ ਹੈ, ਬੜੇ ਹੀ ਸੋਚ ਵਿਚਾਰ ਨਾਲ ਹੁੰਦਾ ਹੈ, ਕਿਉਂਕਿ ਇਸ ਨੂੰ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੇ ਤੱਕ ਸੌਂਪਣ ਲਈ ਵੀ ਕਾਫੀ ਕੋਸ਼ਿਸ਼ ਕਰਨੀ ਪੈਂਦੀ ਹੈ, ਕਾਫੀ ਸਟਰਗਲ ਕਰਨੀ ਪੈਂਦੀ ਹੈ। ਇਸ ਕਰਕੇ ਇੱਥੇ ਇਹ ਕਹਿ ਸਕਦੇ ਹਾਂ ਕਿ ਜੋ ਸਭਿਅਤਾ ਹੈ ਉਹ ਐਕਸਟਰਨਲ ਹੈ, ਲੇਕਿਨ ਜੋ ਸੰਸਕ੍ਰਿਤੀ ਕਿਹਾ ਗਿਆ ਹੈ ਕਿਉਂਕਿ ਇਸ ਦੇ ਵਿੱਚ ਲੋਕਾਂ ਦੇ ਵਿਸ਼ਵਾਸ ਜਾਂ ਲੋਕ ਰੀਤਾਂ ਨਹੀਂ ਹੋਣਗੇ। ਸਭਿਅਤਾ ਦੇ ਵਿੱਚ ਲੋਕਾਂ ਦੀਆਂ ਫੀਲਿੰਗਸ ਜਾਂ ਉਹਨਾਂ ਦੇ ਇਮੋਸ਼ਨਸ ਨਹੀਂ ਹੋਣਗੇ। ਇਹ ਸਿਰਫ ਉਹ ਚੀਜ਼ਾਂ ਹੋਣਗੀਆਂ ਜੋ ਆਬਜੈਕਟ ਫਾਰਮ ਦੇ ਵਿੱਚ ਹੈ, ਜਿਸ ਨੂੰ ਅੱਖਾਂ ਦੇ ਨਾਲ ਦੇਖਿਆ ਜਾ ਸਕਦਾ ਹੈ ਜਾਂ ਹੱਥ ਨਾਲ ਛੂਹਿਆ ਜਾ ਸਕਦਾ ਹੈ। ਸੋ ਸਭਿਅਤਾ, ਸਿਵਲਾਈਜੇਸ਼ਨ ਇੱਕ ਉਹ ਚੀਜ਼ ਹੈ ਜੋ ਭੌਤਿਕ ਰੂਪ ਦੇ ਵਿੱਚ ਹੈ, ਜਿਵੇਂ ਇਤਿਹਾਸ ਵਿਸ਼ੇ ਦੇ ਵਿੱਚ ਵੀ ਪੜ੍ਹਿਆ ਜਾਂਦਾ ਹੈ, ਜਿਵੇਂ ਇੰਡਸ ਵੈਲੀ ਸਿਵਲਾਈਜੇਸ਼ਨ ਹੋ ਗਈ ਕਿ ਪਹਾੜਾਂ ਦੇ ਉੱਤੇ ਉਹ ਚੀਜ਼ ਬਣੀ ਹੈ, ਕੋਈ ਕਿਲਾ ਬਣਿਆ ਹੋਇਆ ਜਿਸ ਨੂੰ ਆਪਾਂ ਦੇਖ ਸਕਦੇ ਹਾਂ, ਇਤਿਹਾਸ ਬਾਰੇ ਗਿਆਨ ਦਿੰਦੇ ਹਾਂ, ਕੋਈ ਪੁਰਾਣਾ ਕਿਤਾਬ ਹੈ, ਧਰਮ ਦੇ ਨਾਲ ਸੰਬੰਧਿਤ ਵੀ ਕਿਤਾਬ ਕਿਉਂ ਨਾ ਹੋਵੇ, ਜਿਸ ਨੂੰ ਅੱਖਾਂ ਨਾਲ ਦੇਖ ਸਕਦੇ ਹਾਂ। ਸੋ ਉਹ ਸਾਰੀਆਂ ਭੌਤਿਕ ਵਸਤੂਆਂ ਜਾਂ ਭੌਤਿਕ ਚੀਜ਼ਾਂ ਸਭਿਅਤਾ ਦਾ ਹਿੱਸਾ ਬਣ ਜਾਂਦੀਆਂ ਹਨ, ਜੋ ਸੱਭਿਆਚਾਰ ਦੇ ਨਾਲੋਂ ਕਾਫੀ ਵੱਖ ਹਨ। ਪਰ ਜਿਵੇਂ ਮੈਕਾਈਵਰ ਅਤੇ ਪੇਜ ਨੇ ਵੀ ਆਪਣੀ ਇੱਕ ਪਰਿਭਾਸ਼ਾ ਦੇ ਵਿੱਚ ਦੱਸਿਆ ਸੀ ਕਿ ਸੱਭਿਆਚਾਰ ਦੇ ਵਿੱਚ ਸਿਰਫ ਭੌਤਿਕ ਵਸਤੂਆਂ ਨੂੰ ਸ਼ਾਮਿਲ ਕਰਨਾ ਠੀਕ ਨਹੀਂ ਹੈ, ਇਸ ਦੇ ਵਿੱਚ ਭੌਤਿਕ ਵਸਤੂਆਂ ਵੀ ਸ਼ਾਮਿਲ ਹੁੰਦੀਆਂ ਹਨ। ਲੇਕਿਨ ਜਿੱਥੇ ਆਪਾਂ ਸੱਭਿਅਤਾ ਅਤੇ ਸੱਭਿਆਚਾਰ ਦੀ ਤੁਲਨਾ ਕਰਦੇ ਹਾਂ, ਉੱਥੇ ਇਹ ਦੇਖਣ ਨੂੰ ਮਿਲਦਾ ਹੈ ਕਿ ਸੰਸਕ੍ਰਿਤੀ ਜਾਂ ਸੱਭਿਆਚਾਰ ਸੱਭਿਅਤਾ ਤੋਂ ਥੋੜਾ ਵੱਖ ਹੈ, ਜਿਸ ਦੇ ਵਿੱਚ ਸੰਸਕ੍ਰਿਤੀ ਦੇ ਵਿੱਚ ਅਭੌਤਿਕ ਵਸਤੂਆਂ ਆਉਂਦੀਆਂ ਹਨ ਅਤੇ ਸੱਭਿਅਤਾ ਦੇ ਵਿੱਚ ਭੌਤਿਕ ਵਸਤੂਆਂ ਦੇਖਣ ਨੂੰ ਮਿਲਦੀਆਂ ਹਨ। ਕਿਉਂਕਿ ਚਾਹੇ ਸੰਸਕ੍ਰਿਤੀ ਅਤੇ ਸੱਭਿਆਚਾਰ ਦੇ ਸੰਸਕ੍ਰਿਤੀ ਅਤੇ ਸੱਭਿਅਤਾ ਦੇ ਵਿੱਚ ਅੰਤਰ ਦੱਸਿਆ ਗਿਆ ਹੈ, ਪਰ ਫਿਰ ਵੀ ਦੋਵੇਂ ਇੱਕ ਦੂਜੇ ਤੋਂ ਅਲੱਗ ਨਹੀਂ ਕਰ ਸਕਦੇ। ਇਹ ਦੋਨੋਂ ਇੱਕ ਦੂਜੇ ਦਾ ਹੀ ਰੂਪ ਹਨ, ਇਹ ਦੋਨੋਂ ਇਕਜੁੱਟ ਹੀ ਹਨ। ਸੱਭਿਅਤਾ ਦੀਆਂ ਕਈ ਚੀਜ਼ਾਂ ਸੰਸਕ੍ਰਿਤੀ ਵੱਲੋਂ ਪ੍ਰਭਾਵਿਤ ਹੁੰਦੀਆਂ ਹਨ, ਕਿਉਂਕਿ ਸੱਭਿਅਤਾ ਦੇ ਵਿੱਚ ਭੌਤਿਕ ਵਸਤੂਆਂ ਹੁੰਦੀਆਂ ਹਨ ਜੋ ਸੰਸਕ੍ਰਿਤੀ ਨੂੰ ਪ੍ਰਭਾਵਿਤ ਕਰਦੀਆਂ ਹਨ। ਸੱਭਿਅਤਾ ਦੀਆਂ ਬਹੁਤ ਸਾਰੀਆਂ ਚੀਜ਼ਾਂ ਸੰਸਕ੍ਰਿਤੀ ਦੇ ਰੂਪ ਵਜੋਂ ਧਾਰਨ ਕਰ ਲੈਂਦੀ ਹੈ, ਕਿਉਂਕਿ ਜੋ ਸੱਭਿਅਤਾ ਹੈ ਉਸ ਦੇ ਵਿੱਚ ਜਦੋਂ ਜੋ ਭੌਤਿਕ ਚੀਜ਼ਾਂ ਹਨ ਉਹ ਕਿਤੇ ਨਾ ਕਿਤੇ ਸੰਸਕ੍ਰਿਤੀ ਦਾ ਹਿੱਸਾ ਹਨ ਅਤੇ ਸੰਸਕ੍ਰਿਤੀ ਦੇ ਉੱਤੇ, ਲੋਕਾਂ ਦੇ ਵਿਸ਼ਵਾਸ, ਲੋਕਾਂ ਦੀਆਂ ਕਦਰਾਂ ਕੀਮਤਾਂ ਦੇ ਉੱਤੇ ਉਹ ਚੀਜ਼ਾਂ ਪ੍ਰਭਾਵ ਪਾਉਂਦੀਆਂ ਹਨ ਅਤੇ ਸੰਸਕ੍ਰਿਤੀ ਦਾ ਉਤਪਾਦਨ ਕਿਸੇ ਨਾ ਕਿਸੇ ਤਕਨੀਕੀ ਪ੍ਰਕਿਰਿਆ ਉੱਤੇ ਨਿਰਭਰ ਕਰਦਾ ਹੈ। ਕਿਉਂਕਿ ਜਦੋਂ ਸੰਸਕ੍ਰਿਤੀ ਹੈ, ਲੋਕਾਂ ਦੇ ਜੋ ਵਿਚਾਰ ਹਨ ਜਾਂ ਜਦੋਂ ਉਹਨਾਂ ਦੇ ਵਿਚਾਰ ਬਦਲੇ ਤਾਂ ਉਹ ਐਜੂਕੇਸ਼ਨ ਜਾਂ ਸਿੱਖਿਆ ਦੇ ਨਾਲ ਹੀ ਬਦਲੇ। ਅਤੇ ਸਿੱਖਿਆ ਕਿਵੇਂ ਆਈ? ਜਿਵੇਂ ਇੱਕ ਭੌਤਿਕ ਰੂਪ ਦੇ ਵਿੱਚ ਜਦੋਂ ਚੀਜ਼ਾਂ ਲੋਕਾਂ ਨੇ ਗ੍ਰਹਿਣ ਕਰਨੀਆਂ ਸ਼ੁਰੂ ਕੀਤੀਆਂ ਤਾਂ ਉਹਨਾਂ ਨੇ ਆਪਣੇ ਵਿਚਾਰਾਂ ਦੇ ਵਿੱਚ ਵੀ ਬਦਲਾਵ ਲਿਆਉਣਾ ਸ਼ੁਰੂ ਕੀਤਾ। ਸੋ ਸੰਖੇਪ ਵਿੱਚ ਇਹ ਕਹਿ ਸਕਦੇ ਹਾਂ ਕਿ ਸੱਭਿਅਤਾ ਸਮਾਜ ਦੀ ਚਾਲਕ ਸ਼ਕਤੀ ਹੈ ਅਤੇ ਸੰਸਕ੍ਰਿਤੀ ਸਮਾਜ ਨੂੰ ਦਿਸ਼ਾ ਵਿਖਾਉਂਦੀ ਹੈ, ਕਿਉਂਕਿ ਜੋ ਸੰਸਕ੍ਰਿਤੀ ਹੈ ਉਹ ਸਮਾਜ ਨੂੰ ਇੱਕ ਢੰਗ ਦਾ ਦਿਸ਼ਾ ਪ੍ਰਦਾਨ ਕਰਦੀ ਹੈ, ਜਿਸ ਦੇ ਵਿੱਚ ਇੱਕ ਵਿਅਕਤੀ ਇਹ ਦਰਸਾਉਂਦਾ ਹੈ ਕਿ ਉਹ ਸਮਾਜ ਦੇ ਵਿੱਚ ਉਸਨੇ ਕਿਸ ਪਾਥ ਤੇ ਜਾਂ ਕਿਸ ਰਸਤੇ ਤੇ ਚੱਲਣਾ ਹੈ ਅਤੇ ਕਿਵੇਂ ਸਮਾਜ ਦਾ ਨਿਰਮਾਣ ਕਰਨਾ ਹੈ। ਅਤੇ ਅੰਤ ਦੇ ਵਿੱਚ ਇਸ ਪੂਰੇ ਟੌਪਿਕ ਨੂੰ ਵਾਈਂਡ ਅਪ ਕਰਦੇ ਹੋਏ ਇੱਥੇ ਇਹ ਦੱਸਣਾ ਲਾਜ਼ਮੀ ਹੋਏਗਾ ਕਿ ਭਾਵੇਂ ਸੰਸਕ੍ਰਿਤੀ ਜਾਂ ਸੱਭਿਆਚਾਰ ਹੈ ਜਾਂ ਸੱਭਿਅਤਾ ਹੈ,
ਦੋਨੋਂ ਹੀ ਇੱਕ ਦੂਜੇ ਦੇ ਪੂਰਕ ਹਨ, ਦੋਨੋਂ ਹੀ ਇੱਕ ਦੂਜੇ ਨਾਲ ਮਿਲਦੇ ਜੁਲਦੇ ਹਨ। ਅਤੇ ਜੇ ਆਪਾਂ ਸਿਰਫ ਸੰਸਕ੍ਰਿਤੀ ਦਾ ਹੀ ਗਿਆਨ ਲੈਂਦੇ ਹਾਂ ਜਾਂ ਉਸ ਵਿਸ਼ੇ ਬਾਰੇ ਹੀ ਗੱਲ ਕਰਦੇ ਹਾਂ ਤਾਂ ਸੰਸਕ੍ਰਿਤੀ ਦੇ ਵਿੱਚ ਭੌਤਿਕ ਅਤੇ ਅਭੌਤਿਕ ਚੀਜ਼ਾਂ ਦੋਨੋਂ ਹੀ ਸ਼ਾਮਿਲ ਹੋ ਜਾਂਦੀਆਂ, ਅਤੇ ਉਸ ਦੇ ਵਿਪਰੀਤ ਜਾਂ ਉਸ ਦੀ ਤੁਲਨਾ ਜੇ ਆਪਾਂ ਸੱਭਿਅਤਾ ਨਾਲ ਕਰਦੇ ਹਾਂ ਤਾਂ ਸੱਭਿਅਤਾ ਦੇ ਵਿੱਚ ਭੌਤਿਕ ਵਸਤੂਆਂ ਸ਼ਾਮਿਲ ਹੁੰਦੀਆਂ ਹਨ ਅਤੇ ਸੰਸਕ੍ਰਿਤੀ ਦੇ ਵਿੱਚ ਅਭੌਤਿਕ ਵਸਤੂਆਂ ਸ਼ਾਮਿਲ ਹੁੰਦੀਆਂ। ਇਸੇ ਢੰਗ ਨਾਲ ਇੱਕ ਪਰਿਭਾਸ਼ਾ ਸੱਭਿਅਤਾ ਦੀ ਇੱਕ ਪਰਿਭਾਸ਼ਾ ਮੈਂ ਇੱਥੇ ਅਖੀਰ ਦੇ ਵਿੱਚ ਉਹ ਦੇਣਾ ਚਾਹਾਂਗੀ ਵੈਬਰ ਦੇ ਅਨੁਸਾਰ। ਸੋ ਵੈਬਰ ਨੇ ਕੀ ਕਿਹਾ ਹੈ ਕਿ ਸੱਭਿਅਤਾ ਵਿੱਚ ਉਪਯੋਗੀ ਭੌਤਿਕ ਪਦਾਰਥ ਅਤੇ ਉਸ ਨੂੰ ਨਿਰਮਾਣ ਕਰਨ ਅਤੇ ਪ੍ਰਯੋਗ ਕਰਨ ਦੀਆਂ ਵਿਧੀਆਂ ਸ਼ਾਮਿਲ ਹੁੰਦੀਆਂ। ਸੋ ਕੋਈ ਵੀ ਸੱਭਿਅਤਾ ਆਖਿਰਕਾਰ ਹੈ ਕਿ ਸੱਭਿਅਤਾ ਦੇ ਵਿੱਚ ਉਹ ਉਪਯੋਗੀ ਭੌਤਿਕ ਪਦਾਰਥ ਸ਼ਾਮਿਲ ਹੋਣਗੇ। ਪਦਾਰਥ ਮਤਲਬ ਕੋਈ ਵੀ ਅਜਿਹੀ ਵਸਤੂ ਹੋ ਸਕਦੀ ਹੈ, ਭੌਤਿਕ ਮਤਲਬ ਕੋਈ ਆਬਜੈਕਟ ਹੋ ਸਕਦਾ ਹੈ ਜਿਸ ਨੂੰ ਦੇਖਿਆ ਜਾ ਸਕਦਾ ਹੈ, ਹੱਥ ਨਾਲ ਛੂਹਿਆ ਜਾ ਸਕਦਾ ਹੈ। ਸੋ ਉਹ ਉਪਯੋਗੀ ਭੌਤਿਕ ਪਦਾਰਥ ਉਹ ਯੂਜ਼ ਕਰਨ ਵਾਲੇ ਟੈਕਨੋਲੋਜੀ ਹੋ ਸਕਦੀ ਹੈ, ਕੋਈ ਵਸਤੂ ਹੋ ਸਕਦੀ ਹੈ, ਅਤੇ ਉਸ ਦਾ ਨਿਰਮਾਣ ਜਦੋਂ ਹੁੰਦਾ ਹੈ, ਜਦੋਂ ਉਹ ਚੀਜ਼ ਡਿਵੈਲਪ ਹੁੰਦੀ ਹੈ, ਜਦੋਂ ਟੈਕਨੋਲੋਜੀ ਦਾ ਉਦਾਹਰਨ ਲਈਏ ਜਾਂ ਕੋਈ ਵੀ ਮੋਬਾਈਲ ਫੋਨ ਦੀ ਗੱਲ ਕਰੀਏ, ਕੋਈ ਨਵੀਂ ਮਸ਼ੀਨਰੀ ਦੀ ਗੱਲ ਕਰੀਏ, ਸੋ ਜਦੋਂ ਉਹ ਚੀਜ਼ ਨਿਰਮਾਣ ਉਸਨੂੰ ਕੀਤਾ ਜਾਂਦਾ ਹੈ ਅਤੇ ਉਸ ਦਾ ਜਦੋਂ ਪ੍ਰਯੋਗ ਕੀਤਾ ਜਾਂਦਾ ਹੈ, ਸੋ ਉਹ ਸਾਰੀਆਂ ਹੀ ਵਿਧੀਆਂ ਉਸ ਦੇ ਵਿੱਚ ਸ਼ਾਮਿਲ ਹੁੰਦੀਆਂ ਹਨ। ਉਦਾਹਰਨ ਦੇ ਤੌਰ ਤੇ ਢਿੱਡ ਭਰਨ ਲਈ ਫਸਲ ਉਗਾਈ ਜਾਂਦੀ ਹੈ, ਇੱਕ ਕਿਸਾਨ ਵੱਲੋਂ ਫਸਲ ਉਗਾਈ ਜਾਂਦੀ ਹੈ। ਸੋ ਉਹ ਕਿਸਾਨ ਕਿਸ ਢੰਗ ਦੇ ਨਾਲ ਜ਼ਮੀਨ ਨੂੰ ਵਾਹੁੰਦਾ ਹੈ, ਉਸ ਦੇ ਵਿੱਚ ਬੀਜ ਨੂੰ ਖਿਲਾਰਦਾ ਹੈ ਜਾਂ ਫਿਰ ਬੀਜਾਂ ਨੂੰ ਸਪਰੈਡ ਕਰਨ ਤੋਂ ਬਾਅਦ ਪਾਣੀ ਦੀ ਵਿਵਸਥਾ ਕੀਤੀ ਜਾਂਦੀ ਹੈ, ਉਸ ਦੇ ਵਿੱਚ ਉਸਨੂੰ ਬੜੇ ਆਪਣੇ ਬੱਚਿਆਂ ਵਾਂਗੂ ਪੁੱਤਾਂ ਵਾਂਗੂ ਉਸ ਫਸਲ ਨੂੰ ਪਾਲਿਆ ਜਾਂਦਾ ਹੈ। ਜਦੋਂ ਫਸਲ ਵੱਡੀ ਹੁੰਦੀ ਹੈ ਉਸ ਦੀ ਸਾਂਭ ਸੰਭਾਲ, ਉਸ ਦੀ ਦੇਖ ਰੇਖ ਕੀਤੀ ਜਾਂਦੀ ਹੈ। ਫਿਰ ਉਹ ਫਸਲ ਦਾ ਜਦੋਂ ਵੱਢਣ ਦਾ ਟਾਈਮ ਹੁੰਦਾ ਹੈ ਉਸ ਨੂੰ ਵੰਡ ਕੇ ਕਿਸ ਢੰਗ ਦੇ ਨਾਲ ਉਸ ਕਣਕ ਨੂੰ, ਜੇ ਕਣਕ ਦੀ ਗੱਲ ਕਰਦੇ ਹਾਂ, ਚੱਕੀ ਦੇ ਵਿੱਚ ਲੈ ਕੇ ਜਾਇਆ ਜਾਂਦਾ ਹੈ, ਦਾਣਾ ਅਲੱਗ ਕਰਕੇ ਚੱਕੀ 'ਚ ਲੈ ਕੇ ਜਾਇਆ ਜਾਂਦਾ ਹੈ, ਕਿਵੇਂ ਇੱਕ ਪਾਊਡਰਡ ਫਾਰਮ ਦੇ ਵਿੱਚ ਉਸਨੂੰ ਲੈ ਕੇ ਜਾਏ ਤਾਂ ਕਿਸ ਢੰਗ ਦੇ ਨਾਲ ਇੱਕ ਜੋ ਵਿਅਕਤੀ ਹੈ ਉਹ ਆਪਣਾ ਢਿੱਡ ਭਰਦਾ। ਸੋ ਇਹ ਇੱਕ ਪੂਰੀ ਵਿਧੀ ਹੈ। ਸੋ ਇਹ ਵਿਧੀਆਂ ਸ਼ਾਮਿਲ ਹੁੰਦੀਆਂ ਹਨ। ਵਿਧੀ ਦਾ ਅਰਥ ਇੱਥੇ ਆਪਾਂ ਇੱਕ ਪ੍ਰੋਸੈਸ ਦੇ ਵਾਂਗ ਲੈ ਸਕਦੇ ਹਾਂ। ਸੋ ਕਿਵੇਂ ਇੱਕ ਕਿਸਾਨ ਨੇ ਫਸਲ ਉਗਾਉਣ ਤੋਂ ਲੈ ਕੇ ਫਸਲ ਵੱਢਣ ਤੱਕ ਜਾਂ ਉਸ ਇੱਕ ਵਿਅਕਤੀ ਦੇ ਘਰ ਤੱਕ ਅਨਾਜ ਪਹੁੰਚਾਉਣ ਤੱਕ ਉਹ ਸਾਰਾ ਜੋ ਵਿਧੀ ਹੈ ਉਹ ਕਿਸੇ ਪਦਾਰਥ ਨੂੰ ਜਾਂ ਕਿਸੇ ਭੌਤਿਕ ਵਸਤੂ ਨੂੰ ਕਿਵੇਂ ਉਪਯੋਗ ਕੀਤਾ, ਕਿਵੇਂ ਉਸ ਦੀ ਪੈਦਾਵਾਰ ਕੀਤੀ, ਉਸ ਦਾ ਨਿਰਮਾਣ ਕਿਵੇਂ ਕੀਤਾ ਜਾਂ ਉਸ ਤੋਂ ਬਾਅਦ ਉਸਨੂੰ ਪ੍ਰਯੋਗ ਕਿਸ ਢੰਗ ਨਾਲ ਕੀਤਾ, ਇਹ ਸਾਰੀਆਂ ਹੀ ਵਿਧੀਆਂ ਸੱਭਿਅਤਾ ਦੇ ਵਿੱਚ ਸ਼ਾਮਿਲ ਹੁੰਦੀਆਂ ਹਨ। ਇਸ ਕਰਕੇ ਜੋ ਸੱਭਿਅਤਾ ਹੈ ਇਹ ਸੰਸਕ੍ਰਿਤੀ ਨਾਲੋਂ ਥੋੜੀ ਵੱਖ ਵੀ ਹੈ, ਪਰ ਇਹ ਸੰਸਕ੍ਰਿਤੀ ਤੋਂ ਬਿਨਾਂ ਅਧੂਰੀ ਵੀ ਹੈ। ਕਿਉਂਕਿ ਜਿਵੇਂ ਗ੍ਰੀਨ ਦੀ ਇੱਕ ਪਰਿਭਾਸ਼ਾ ਮੈਂ ਇੱਥੇ ਪਹਿਲਾਂ ਵੀ ਦੱਸੀ ਸੀ। ਸੋ ਇੱਕ ਜੋ ਸੱਭਿਆਚਾਰ ਹੈ ਜਾਂ ਜੋ ਸੰਸਕ੍ਰਿਤੀ ਹੈ ਉਸ ਦੇ ਵਿੱਚ ਕੇਵਲ ਸੱਭਿਅਤਾ ਹੀ ਉਸ ਦੇ ਵਿੱਚ ਦਰਸਾਈ ਜਾਏਗੀ, ਜਾਂ ਇਹ ਕਹਿ ਸਕਦੇ ਹਾਂ ਕਿ ਜਦੋਂ ਲਿਖਤੀ ਰੂਪ ਦੇ ਵਿੱਚ ਭਾਸ਼ਾ ਹੁੰਦੀ ਹੈ, ਵਿਗਿਆਨ ਦਰਸ਼ਨ ਹੁੰਦਾ ਹੈ, ਸੋ ਜੋ ਵੀ ਕੀਰਤ ਵੰਡ ਵੀ ਇਹਦੇ ਵਿੱਚ ਦੇਖਣ ਨੂੰ ਮਿਲੇਗੀ। ਕਿਉਂਕਿ ਕੀਰਤ ਵੰਡ ਨੂੰ ਅੱਖਾਂ ਨਾਲ ਨਹੀਂ ਦੇਖਿਆ ਜਾ ਸਕਦਾ, ਉਸ ਨੂੰ ਸਿਰਫ ਫੀਲ ਕੀਤਾ ਜਾ ਸਕਦਾ, ਮਹਿਸੂਸ ਕੀਤਾ ਜਾ ਸਕਦਾ। ਇੱਕ ਵਿਅਕਤੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝੇਗਾ, ਆਪਣੇ ਅਨੁਸਾਰ ਉਹ ਕੰਮ ਕਰੇਗਾ ਅਤੇ ਸਮਾਜ ਦੇ ਵਿੱਚ ਆਪਣੀਆਂ ਜ਼ਰੂਰਤਾਂ ਵੀ ਪੂਰੀਆਂ ਕਰੇਗਾ ਅਤੇ ਦੂਸਰੇ ਵਿਅਕਤੀ ਲਈ ਵੀ ਸਹਾਇਕ ਹੋਏਗਾ ਕਿ ਦੂਜੇ ਵਿਅਕਤੀ ਦੀਆਂ ਲੋੜਾਂ ਪੂਰੀਆਂ ਕਰ ਸਕੇ। ਇਸ ਕਰਕੇ ਇਹ ਸਾਰੀਆਂ ਚੀਜ਼ਾਂ ਅਭੌਤਿਕ ਵਸਤੂਆਂ ਦੇ ਵਿੱਚ ਆ ਜਾਂਦੀਆਂ ਹਨ ਜੋ ਸੰਸਕ੍ਰਿਤੀ ਜਾਂ ਸੱਭਿਆਚਾਰ ਦਾ ਹਿੱਸਾ ਹਨ, ਅਤੇ ਭੌਤਿਕ ਵਸਤੂਆਂ ਜਿਸ ਨੂੰ ਅੱਖਾਂ ਨਾਲ ਦੇਖਿਆ ਜਾ ਸਕਦਾ ਹੈ, ਹੱਥ ਨਾਲ ਛੂਹਿਆ ਜਾ ਸਕਦਾ ਹੈ, ਉਹ ਸਾਰੀਆਂ ਚੀਜ਼ਾਂ ਹੀ ਸੱਭਿਅਤਾ ਦਾ ਹਿੱਸਾ ਹੈ। ਇਸ ਕਰਕੇ ਜਦੋਂ ਸੱਭਿਅਤਾ ਸੰਸਕ੍ਰਿਤੀ ਤੋਂ ਅੱਗੇ ਨਿਕਲ ਜਾਂਦੀ ਹੈ ਉਸਨੂੰ ਸੰਸਕ੍ਰਿਤਿਕ ਪਛੜੇਵਿਆਂ ਦਾ ਨਾਮ ਵੀ ਦਿੱਤਾ ਜਾਂਦਾ ਹੈ। ਜਾਂ ਫਿਰ ਇੱਥੇ ਇਹ ਵਰਣਨ ਕਰ ਸਕਦੇ ਹਾਂ ਕਿ ਜਦੋਂ ਭੌਤਿਕ ਸੰਸਕ੍ਰਿਤੀ ਅੱਗੇ ਨਿਕਲ ਜਾਂਦੀ ਹੈ ਅਤੇ ਅਭੌਤਿਕ ਸੰਸਕ੍ਰਿਤੀ ਪਿਛੜ ਜਾਂਦੀ ਹੈ, ਉਹ ਪਿੱਛੇ ਰਹਿ ਜਾਂਦੀ ਹੈ, ਤਦ ਉਸਨੂੰ ਸੰਸਕ੍ਰਿਤਿਕ ਪਛੜੇਵਾਂ ਜਾਂ ਸੰਸਕ੍ਰਿਤਿਕ ਵਿਲੰਬਣਾ ਦਾ ਨਾਮ ਦਿੱਤਾ ਜਾਂਦਾ ਹੈ, ਜਿਸ ਨੂੰ ਕਲਚਰਲ ਲੈਗ ਕਿਹਾ ਜਾਂਦਾ ਹੈ। ਸੋ ਇਸ ਕਰਕੇ ਇਸ ਵਿਸ਼ੇ ਦੇ ਵਿੱਚ ਆਪਾਂ ਕੀ ਪੜ੍ਹਿਆ ਹੈ ਕਿ ਸੰਸਕ੍ਰਿਤੀ ਕੀ ਹੈ, ਜਿਸ ਨੂੰ ਆਪਾਂ ਅਭੌਤਿਕ ਜੋ ਵਸਤੂਆਂ ਹੈ ਉਸ ਦੇ ਨਾਲ ਲਿੱਤਾ ਗਿਆ ਹੈ, ਅਤੇ ਜੋ ਸੱਭਿਅਤਾ ਹੈ ਉਸ ਦੇ ਵਿੱਚ ਉਹ ਸਾਰੀਆਂ ਭੌਤਿਕ ਵਸਤੂਆਂ ਆ ਜਾਣਗੀਆਂ ਜਿਸ ਨੂੰ ਉਪਯੋਗ ਕੀਤਾ ਜਾਂਦਾ ਹੈ, ਜੋ ਇੱਕ ਪ੍ਰਕਿਰਿਆ ਦੇ ਦੁਆਰਾ, ਇੱਕ ਕਿਰਿਆ ਦੇ ਦੁਆਰਾ ਸ਼ਾਮਿਲ ਕੀਤਾ ਜਾਂਦਾ ਹੈ ਜਾਂ ਜਿਸ ਦਾ ਨਿਰਮਾਣ ਕੀਤਾ ਜਾਂਦਾ ਹੈ। ਸੋ ਇਹ ਵਿਸ਼ਾ ਇੱਥੇ ਹੀ ਖਤਮ ਹੁੰਦਾ ਹੈ। ਧੰਨਵਾਦ।